ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਆਪਾਂ ਹਾਜ਼ਰ ਹਾਂ ਜੀ SST ਦੀ ਨਵੀਂ ਕਲਾਸ ਲੈ ਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੇ ਪਹਿਲੇ 3 ਚੈਪਟਰ ਜਿਹੜੇ ਨੇ ਜੋਗ੍ਰਾਫੀ ਦੇ ਕਵਰ ਹੋ ਚੁੱਕੇ ਆ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਚੈਪਟਰ ਕਰਨ ਵਾਲੇ ਹਾਂ ਉਹ ਹੈਗਾ ਜੀ ਕੁਦਰਤੀ ਬਨਸਪਤੀ। ਪਹਿਲੇ 3 ਚੈਪਟਰ ਆਪਣੇ ਜੋਗ੍ਰਾਫੀ ਦੇ ਕਵਰ ਹੋ ਚੁੱਕੇ ਨੇ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਤਾਂ ਉਹਨਾਂ ਸਾਰਿਆਂ ਦੇ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਅਵੇਲੇਬਲ ਨੇ। ਇਸ ਚੈਪਟਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਸ ਦੀ ਥਿਊਰੀ ਕਵਰ ਕਰਾਂਗੇ, ਉਸ ਤੋਂ ਬਾਅਦ ਇਸ ਦੇ ਜਿਹੜੇ ਨੇ MCQ ਸੋਲਵ ਕਰਾਂਗੇ। ਠੀਕ ਹੈ, ਵੈਰੀ ਇੰਪੋਰਟੈਂਟ ਚੈਪਟਰ ਹੈ। ਕਿਹੜੀ ਫਸਲ ਦੇ ਲਈ ਕਿਹੜੀ ਮਿੱਟੀ ਜ਼ਰੂਰੀ ਹੈ, ਕਿਹੜੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਦੀ ਬਨਸਪਤੀ ਪਾਈ ਜਾਂਦੀ ਹੈ ਨਾ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਨੇ ਇਸ ਚੈਪਟਰ ਦੇ ਵਿੱਚੋਂ ਬਣਦੇ ਨੇ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਹੁਣ ਕੁਦਰਤੀ ਬਨਸਪਤੀ ਬਾਰੇ ਪੜ੍ਹਦੇ ਹਾਂ। ਤਾਂ ਦੇਖੋ ਕੁਦਰਤੀ ਬਨਸਪਤੀ ਹੁੰਦੀ ਕੀ ਹੈ। ਕੁਦਰਤੀ ਬਨਸਪਤੀ ਦੇ ਵਿੱਚ ਉਹ ਸਾਰੇ ਦਰੱਖਤ, ਕੰਡੇਦਾਰ ਝਾੜੀਆਂ, ਪੌਦੇ, ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਨੇ ਉਸਨੂੰ ਆਪਾਂ ਕੁਦਰਤੀ ਬਨਸਪਤੀ ਕਹਾਂਗੇ। ਠੀਕ ਹੈ, ਜਿਸ ਦੇ ਵਿੱਚ ਜਿਹੜੇ ਹਿਊਮਨਸ ਨੇ ਜਿਸ ਦੇ ਵਿੱਚ ਕਿ ਹਿਊਮਨਸ ਦਾ ਜਿਹੜਾ ਬਿਲਕੁਲ ਵੀ ਯੋਗਦਾਨ ਜਾਂ ਬਿਲਕੁਲ ਇੰਟਰਫੇਅਰ ਜਿਹੜਾ ਉਹ ਨਹੀਂ ਹੋਏਗਾ। ਠੀਕ ਹੈ, ਤਾਂ ਉਸ ਸਾਰੇ ਨੂੰ ਕੀ ਕਹਾਂਗੇ ਆਪਾਂ, ਕੁਦਰਤੀ ਬਨਸਪਤੀ ਕਹਾਂਗੇ। ਠੀਕ ਹੈ, ਯਾਨੀ ਕਿ ਜਿਸ ਦੇ ਵਿੱਚ ਹਿਊਮਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਦਖਲਅੰਦਾਜ਼ੀ ਨਹੀਂ ਹੁੰਦੀ ਹੈਗੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਯੋਗਦਾਨ ਮਨੁੱਖਾਂ ਦਾ ਨਹੀਂ ਹੁੰਦਾ ਹੈਗਾ। ਤਾਂ ਉਹਨਾਂ ਸਾਰੇ ਦਰਖਤਾਂ ਨੂੰ, ਝਾੜੀਆਂ ਨੂੰ, ਉਹ ਸਾਰੇ ਕੀ ਹੁੰਦੇ ਨੇ, ਕੁਦਰਤੀ ਬਨਸਪਤੀ ਹੁੰਦੇ ਨੇ। ਠੀਕ ਹੈ, ਇਸ ਦਾ ਅਧਿਐਨ ਕਰਨ ਤੋਂ ਪਹਿਲਾਂ ਬਨਸਪਤੀ ਜਾਤੀ, ਬਨਸਪਤੀ ਅਤੇ ਜੰਗਲ ਜਿਹੇ ਸ਼ਬਦਾਂ ਦੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ। ਇੱਥੇ 3 ਪ੍ਰਕਾਰ ਦੀਆਂ ਟਰਮਸ ਦੇਖਣ ਨੂੰ ਮਿਲਦੀਆਂ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਬਨਸਪਤੀ ਜਾਤੀ, ਯਾਨੀ ਕਿ ਇੰਗਲਿਸ਼ ਦੇ ਵਿੱਚ ਜੇਕਰ ਗੱਲ ਕਰੀਏ ਫਲੋਰਾ। ਠੀਕ ਹੈ, ਸੈਕਿੰਡ ਹੈ ਜੀ ਬਨਸਪਤੀ, ਠੀਕ ਹੈ, ਯਾਨੀ ਕਿ ਵੈਜੀਟੇਸ਼ਨ। ਥਰਡ ਹੈਗਾ ਜੰਗਲ, ਯਾਨੀ ਕਿ ਫੋਰੈਸਟ। 3 ਟਰਮਸ ਜਿਹੜੀਆਂ ਨੇ ਆਪਾਂ ਨੂੰ ਦੱਸੀਆਂ ਗਈਆਂ ਨੇ। ਬਨਸਪਤੀ ਕੀ ਹੁੰਦੀ ਹੈ, ਤਾਂ ਦੇਖੋ ਬਨਸਪਤੀ ਜਾਤੀ ਦੇ ਵਿੱਚ ਕਿਸੇ ਖਾਸ ਸਮੇਂ 'ਤੇ ਕਿਸੇ ਖਾਸ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ ਆ ਜਾਂਦੇ ਨੇ। ਠੀਕ ਹੈ, ਯਾਨੀ ਕਿ ਕਿਸੇ ਖਾਸ ਸਮੇਂ 'ਤੇ ਕੋਈ ਖਾਸ ਜਿਹੜਾ ਖੇਤਰ ਹੋਵੇ ਉੱਥੇ ਜਿਹੜੇ ਉੱਗਣ ਵਾਲੇ ਪੌਦੇ ਹੁੰਦੇ ਨੇ ਉਹਨਾਂ ਦੀ ਵੱਖ-ਵੱਖ ਸਪੀਸੀਜ਼ ਨੇ, ਵੱਖ-ਵੱਖ ਜਾਤੀਆਂ, ਵਰਗ ਨੇ। ਠੀਕ ਹੈ, ਉਹ ਸਾਰੇ ਆ ਜਾਂਦੇ ਨੇ ਇਸ ਦੇ ਵਿੱਚ। ਕਿਸੇ ਖਾਸ ਵਾਤਾਵਰਨ ਦੇ ਵਿੱਚ ਕਿਸੇ ਥਾਂ 'ਤੇ ਪੈਦਾ ਹੋਣ ਵਾਲੇ ਪੌਦੇ, ਝਾੜੀਆਂ ਅਤੇ ਘਾਹ ਆਦਿ ਨੂੰ ਜਿਹੜਾ ਬਨਸਪਤੀ ਕਹਿੰਦੇ ਨੇ। ਠੀਕ ਹੈ, ਯਾਨੀ ਕਿ ਕਿਸੇ ਖਾਸ ਵਾਤਾਵਰਨ ਵਿੱਚ ਕਿਸੇ ਥਾਂ 'ਤੇ ਪੈਦਾ ਹੋਣ ਵਾਲੇ ਪੌਦੇ ਨੇ, ਝਾੜੀਆਂ ਨੇ, ਘਾਹ ਨੇ, ਉਹਨਾਂ ਸਾਰਿਆਂ ਨੂੰ ਆਪਾਂ ਕੀ ਕਹਾਂਗੇ, ਬਨਸਪਤੀ ਕਹਾਂਗੇ। ਠੀਕ ਹੈ, ਇਸ ਤੋਂ ਇਲਾਵਾ ਜਦ ਕਿ ਸੰਘਣੇ ਅਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਤੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ ਜਿਹੜੇ ਨੇ ਜੰਗਲ ਹੁੰਦੇ ਨੇ। ਜੰਗਲ ਸ਼ਬਦ ਦੀ ਸਭ ਤੋਂ ਵੱਧ ਵਰਤੋਂ ਵਾਤਾਵਰਨ ਦੀ ਸੰਭਾਲ ਤੇ ਆਰਥਿਕ ਫਾਇਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਭੂਗੋਲ ਵਿਗਿਆਨੀ, ਪ੍ਰਬੰਧਕ ਅਤੇ ਜੰਗਲ ਰੱਖਿਅਕ ਕਰਦੇ ਨੇ। ਠੀਕ ਹੈ, ਕਿ ਸਾਡੇ ਦੇਸ਼ ਵਿੱਚ ਮਿਲਣ ਵਾਲੀ ਸਾਰੀ ਬਨਸਪਤੀ ਜਾਤੀ ਸਥਾਨਕ ਨਹੀਂ ਹੈਗੀ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ। 4 ਪੁਆਇੰਟਸ ਦੇ ਕੇ ਦੇਖੋ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਜਾਂ ਕਿਹੜਾ ਰੋਂਗ ਹੈ। ਠੀਕ ਹੈ, ਤਾਂ ਇਸ ਕਰਕੇ ਧਿਆਨ ਨਾਲ ਪੜ੍ਹਨਾ। ਇਸ ਦੇ ਵਿੱਚ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਮਿਲਣ ਵਾਲੀ ਸਾਰੀ ਬਨਸਪਤੀ ਜਿੰਨੀ ਵੀ ਹੈਗੀ ਹੈ ਉਹ ਸਥਾਨਕ ਨਹੀਂ ਹੈ। ਜਿੰਨੀ ਵੀ ਸਾਡੇ ਦੇਸ਼ ਵਿੱਚ ਬਨਸਪਤੀ ਮਿਲਦੀ ਹੈ ਉਹ ਸਥਾਨਕ ਨਹੀਂ ਦਾ ਮਤਲਬ ਹੁੰਦਾ ਹੈ ਕਿ ਉਹ ਸਾਰੀ ਬਨਸਪਤੀ ਇੱਥੇ ਨਹੀਂ ਉੱਗੀ। ਕੁਛ ਪ੍ਰਤੀਸ਼ਤ ਹਿੱਸਾ ਉਹਦਾ ਵਿਦੇਸ਼ੀ ਜਾਤੀਆਂ ਦਾ ਹੈ। ਠੀਕ ਹੈ, ਵਿਦੇਸ਼ਾਂ ਦਾ ਹੈ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਸਗੋਂ ਇਸ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ, ਜਿਸ ਨੂੰ ਕਿ ਬੋਰੀਅਲ ਅਤੇ ਪੈਲੀਓ ਉਸ਼ਨਖੰਡੀ ਜਾਤੀਆਂ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਨਾਮ ਯਾਦ ਰੱਖਣਾ। ਇਹ ਬਨਸਪਤੀ ਦਾ ਕਿ ਇਹ ਵਿਦੇਸ਼ੀ ਪੌਦੇ ਸਥਾਨਕ ਲਾਭਕਾਰੀ ਬਨਸਪਤੀ ਦੇ ਵਾਧੇ ਵਿੱਚ ਰੁਕਾਵਟ ਹੀ ਨਹੀਂ ਸਗੋਂ ਉਪਯੋਗੀ ਭੂਮੀ ਨੂੰ ਘੱਟ ਕਰਨ ਦੇ ਲਈ ਖਤਰਨਾਕ ਸਿੱਧ ਹੋ ਰਹੇ ਨੇ। ਇਹਨਾਂ ਦੇ ਹਾਨੀਕਾਰਕ ਪ੍ਰਭਾਵ ਦੇ ਕਾਰਨ ਹੀ ਜਲ ਹਾਇਆਸਿੰਥ, ਨਾਮ ਯਾਦ ਰੱਖਿਓ, ਜਲ ਹਾਇਆਸਿੰਥ ਪੌਦੇ ਦੇ ਜਲ ਸਰੋਤਾਂ ਵਿੱਚ ਫੈਲ ਜਾਣ ਕਰਕੇ ਇਸ ਨੂੰ ਬੰਗਾਲ ਦੀ ਦਹਿਸ਼ਤ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕੁਐਸਚਨ ਆ ਸਕਦਾ ਕਿਹੜਾ ਪੌਦਾ ਹੈ ਜਿਸ ਨੂੰ ਬੰਗਾਲ ਦੀ ਦਹਿਸ਼ਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਉਹ ਹੈਗਾ ਜੀ ਜਲ ਹਾਇਆਸਿੰਥ। ਠੀਕ ਹੈ, ਲਿਆਨਾ ਨਾਮ ਦਾ ਇੱਕ ਪੌਦਾ ਹੈ ਜਿਸ ਨੇ ਦੇਸ਼ ਦੀਆਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਕੁਦਰਤੀ ਜੰਗਲਾਂ ਵਿੱਚ ਤੇਜ਼ੀ ਨਾਲ ਫੈਲ ਕੇ ਆਪਣਾ ਜਿਹੜਾ ਪ੍ਰਭਾਵ ਹੈ ਉਹ ਜਮਾ ਲਿਆ ਹੈ। ਠੀਕ ਹੈ, ਅੱਗੇ ਹੈ ਪਾਰਥੇਨੀਅਮ, ਯਾਨੀ ਕਿ ਕਾਂਗਰਸ ਘਾਹ ਨੇ ਵੀ ਤੇਜ਼ੀ ਨਾਲ ਦੇਸ਼ ਅੰਦਰ ਫੈਲਦੇ ਹੋਏ ਲੋਕ ਸਿਹਤ ਨਾਲ ਸੰਬੰਧਿਤ ਅਲਰਜੀ, ਸਾਹ, ਚਮੜੀ ਦੇ ਰੋਗਾਂ ਵਿੱਚ ਭਾਰੀ ਵਾਧਾ ਕੀਤਾ ਹੈ। ਕੁਐਸਚਨ ਆ ਸਕਦਾ ਹੈ ਕਿ ਕਿਹੜਾ ਘਾਹ ਹੈ, ਕਾਂਗਰਸੀ ਘਾਹ ਜਾਂ ਪਾਰਥੇਨੀਅਮ ਘਾਹ ਹੈ ਜਿਸ ਨੇ ਕਿ ਚਮੜੀ ਦੇ ਰੋਗਾਂ ਦੇ ਵਿੱਚ ਵਾਧਾ ਕੀਤਾ ਹੈ। ਠੀਕ ਹੈ, ਤਾਂ ਇਸ ਕਰਕੇ ਮਿਲਣ ਵਾਲੀ ਕੁਦਰਤੀ ਬਨਸਪਤੀ ਜਿਹੜੀ ਹੈ ਉਹ ਅਸਲ ਵਿੱਚ ਕੁਦਰਤੀ ਨਹੀਂ ਹੈਗੀ, ਕਿਉਂਕਿ ਵੱਧਦੀ ਹੋਈ ਪੋਪੂਲੇਸ਼ਨ ਹੋ ਗਈ, ਦਰਖਤਾਂ ਦੀ ਅੰਨ੍ਹੇਵਾਹ ਕਟਾਈ ਦੇ ਕਾਰਨ ਇਹ ਜਿਹੜੇ ਨੇ ਸਥਾਨਕ ਕੁਦਰਤੀ ਬਨਸਪਤੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਨਾ ਉਹ ਨਸ਼ਟ ਕਰ ਚੁੱਕੇ ਨੇ। ਠੀਕ ਹੈ, ਸਥਾਨਕ ਜਲਵਾਯੂ ਅਤੇ ਮਿੱਟੀ ਦੇ ਅਨੁਸਾਰ ਪੈਦਾ ਹੋਣ ਵਾਲੀ ਕੁਦਰਤੀ ਬਨਸਪਤੀ ਦੇਸ਼ ਅੰਦਰ ਕੇਵਲ ਉੱਤਰੀ ਹਿਮਾਲਿਆ ਖੇਤਰ, ਪੱਛਮ ਥਾਰ ਮਾਰੂਥਲ ਅਤੇ ਬਸਤਰ ਕੋਰਾਪੁੱਟ ਦੇ ਅੰਗਮ ਪਹਾੜੀ ਸਥਾਨਾਂ 'ਤੇ ਹੀ ਮਿਲਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਕਿ ਕੁਦਰਤੀ ਬਨਸਪਤੀ ਇਹਨਾਂ ਕਿਹੜੇ ਖੇਤਰਾਂ ਦੇ ਵਿੱਚ ਮਿਲਦੀ ਹੈ, ਇਹਨਾਂ ਵਿੱਚੋਂ ਕਿਹੜੇ ਖੇਤਰਾਂ ਦੇ ਵਿੱਚ ਮਿਲਦੀ ਹੈ। ਕੁਐਸਚਨ ਆ ਸਕਦਾ ਹੈ, ਪਹਿਲਾ ਹੈਗਾ ਉੱਤਰੀ ਹਿਮਾਲਿਆ ਖੇਤਰ ਦੇ ਵਿੱਚ, ਸੈਕਿੰਡ ਹੈ ਪੱਛਮੀ ਥਾਰ ਮਾਰੂਥਲ, ਥਰਡ ਹੈ ਬਸਤਰ ਕੋਰਾਪੁੱਟ ਦੇ ਪਹਾੜੀ ਖੇਤਰ। ਠੀਕ ਹੈ, ਇਹਨਾਂ 3 ਥਾਵਾਂ 'ਤੇ ਜਿਹੜੀ ਹੈ ਕੁਦਰਤੀ ਬਨਸਪਤੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਅੱਗੇ ਹੈਗਾ ਆਪਣੇ ਕੋਲ ਕੁਦਰਤੀ ਬਨਸਪਤੀ ਦਾ ਵਿਸਥਾਰ, ਯਾਨੀ ਕਿ ਖੇਤਰ ਦੇ ਅਕੋਰਡਿੰਗ ਜੇਕਰ ਗੱਲ ਕਰੀਏ ਤਾਂ ਦੇਖੋ
ਵਾਤਾਵਰਣ ਸੰਤੁਲਨ ਬਣਾਏ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਸਦੀ ਘੱਟੋ ਘੱਟ 33% ਭੂਮੀ ਜਿਹੜੀ ਹੈ ਜੰਗਲਾਂ ਨਾਲ ਢਕੀ ਹੋਵੇ। ਵੈਰੀ ਇੰਪੋਰਟੈਂਟ, ਯਾਨੀ ਕਿ ਕਿਸੇ ਵੀ ਦੇਸ਼ ਦਾ ਵਿਕਾਸ ਜਿਹੜਾ ਹੈ ਡਿਪੈਂਡ ਕਰਦਾ ਹੈ ਕਿ ਜੇ ਯਾਨੀ ਕਿ ਕੋਈ ਵੀ ਦੇਸ਼ ਹੈ ਚਾਹੇ ਉਸਦੀ ਘੱਟੋ ਘੱਟ ਕਿੰਨੇ ਪ੍ਰਤੀਸ਼ਤ ਜਿਹੜੀ ਭੂਮੀ ਜੰਗਲਾਂ ਨਾਲ ਹੋਣੀ ਚਾਹੀਦੀ ਹੈ, 33%। ਕਿੰਨੀ ਹੋਣੀ ਚਾਹੀਦੀ ਹੈ ਜੀ? 33% ਜਿਹੜੀ ਭੂਮੀ ਹੈ ਉਹ ਜੰਗਲਾਂ ਨਾਲ ਢਕੀ ਹੋਣੀ ਚਾਹੀਦੀ ਹੈ। ਸੰਸਾਰ ਦੀ 29.5% ਭੂਮੀ ਵਣਾਂ ਦੇ ਨਾਲ ਢਕੀ ਹੋਈ ਹੈ, ਜਦੋਂ ਕਿ ਭਾਰਤ ਦੇ ਕੁੱਲ ਖੇਤਰਫਲ ਦਾ ਕੇਵਲ 22.7% ਹਿੱਸਾ ਜਿਹੜਾ ਜੰਗਲਾਂ ਹੇਠ ਹੁੰਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਆਉਂਦਾ, ਕੁਛ ਆ ਸਕਦਾ ਕਿ ਭਾਰਤ ਦਾ ਕਿੰਨਾ ਖੇਤਰ ਹੈ ਜਿਹੜਾ, ਕਿੰਨਾ ਹਿੱਸਾ ਹੈ ਜਿਹੜਾ ਜੰਗਲਾਂ ਹੇਠ ਹੁੰਦਾ ਹੈ, ਤਾਂ ਉਹ ਆਉਂਦਾ ਜੀ 22.7%। ਤੇ ਹੋਣਾ ਕਿੰਨਾ ਚਾਹੀਦਾ ਹੈ ਜੀ? 33%। ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ 33% ਹੋਣਾ ਚਾਹੀਦਾ, ਲੇਕਿਨ ਉਹ 7%, ਯਾਨੀ ਕਿ 741 ਲੱਖ ਹੈਕਟੇਅਰ ਭਾਗ ਜਿਹੜਾ ਹੈ ਜੰਗਲਾਂ ਦੇ ਹੇਠ ਆਉਂਦਾ ਹੈ। ਇਹ 1951 ਦੀ ਰਾਸ਼ਟਰੀ ਵਣ ਨੀਤੀ ਦੇ ਪ੍ਰਸਤਾਵ ਦੁਆਰਾ ਨਿਸ਼ਚਿਤ 33.3% ਤੋਂ ਕਾਫੀ ਘੱਟ ਹੈ। ਠੀਕ ਹੈ, ਇਹ ਯਾਦ ਰੱਖਿਓ, ਕੁਐਸਚਨ ਆ ਸਕਦਾ ਹੈ ਕਿ ਰਾਸ਼ਟਰੀ ਵਣ ਨੀਤੀ ਦਾ ਪ੍ਰਸਤਾਵ ਕਦੋਂ ਆਇਆ ਸੀ? ਤਾਂ ਇਹ ਆਇਆ ਸੀ ਜੀ 1951 ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਆ ਮਾਤਰਾ ਨਿਸ਼ਚਿਤ ਕੀਤੀ ਸੀ ਕਿ ਕੋਈ ਵੀ ਦੇਸ਼ ਹੈ ਜਿਹੜਾ ਉਹਦਾ 33% ਹਿੱਸਾ ਜਿਹੜਾ ਜੰਗਲਾਂ ਦਾ ਹੋਣਾ ਚਾਹੀਦਾ ਹੈ। ਵਰਤਮਾਨ ਵਣਾਂ ਹੇਠ ਭੂਮੀ ਦੇਸ਼ ਦੇ ਕੁੱਲ ਖੇਤਰ ਦੇ 5ਵੇਂ ਹਿੱਸੇ ਤੋਂ ਕੁਝ ਜ਼ਿਆਦਾ ਹੈ। ਪੂਰੇ ਸੰਸਾਰ ਦੀ ਤੁਲਨਾ ਦੇ ਵਿੱਚ ਭਾਰਤ ਦਾ ਪ੍ਰਤੀ ਵਿਅਕਤੀ ਜੰਗਲਾਂ ਹੇਠਲਾ ਖੇਤਰ ਜਿਹੜਾ ਹੈ 0.14 ਹੈਕਟਰ ਹੈ, ਜਦੋਂ ਕਿ ਇਹ ਖੇਤਰ ਕੈਨੇਡਾ ਵਿੱਚ 22.70 ਹੈ। ਇਹ ਜਿਹੜੇ ਬਾਕੀ ਦੇਸ਼ਾਂ ਦਾ ਦੱਸਿਆ ਗਿਆ ਹੈ। ਠੀਕ ਹੈ, ਲੇਕਿਨ ਭਾਰਤ ਦਾ ਕਿੰਨਾ ਹੈ? 0.14 ਹੈਕਟੇਅਰ, ਯਾਨੀ ਕਿ ਸਭ ਤੋਂ ਘੱਟ ਹੈ। ਠੀਕ ਹੈ, ਸੰਸਾਰ ਦੀ ਤੁਲਨਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਭਾਰਤ ਦਾ ਤੁਸੀਂ ਦੇਖ ਸਕਦੇ ਹੋ ਪ੍ਰਤੀ ਵਿਅਕਤੀ ਜੰਗਲ ਹੇਠ ਖੇਤਰ ਕਿੰਨਾ ਹੈ? 0.14 ਹੈਕਟੇਅਰ ਖੇਤਰ ਹੈ ਸਿਰਫ। ਠੀਕ ਹੈ, ਸਾਡੇ ਦੇਸ਼ ਵਿੱਚ ਜੰਗਲਾਂ ਹੇਠ ਭੂਮੀ ਘੱਟ ਹੀ ਨਹੀਂ, ਸਗੋਂ ਇਹਨਾਂ ਤੋਂ ਪ੍ਰਾਪਤ ਹੋਣ ਵਾਲਾ ਸਾਲਾਨਾ ਉਤਪਾਦਨ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਥੋੜ੍ਹਾ ਰਹਿ ਜਾਂਦਾ ਹੈ। ਉਹ ਤਾਂ ਥੋੜ੍ਹਾ ਰਹੇਗਾ ਹੀ, ਕਿਉਂਕਿ ਖੇਤਰ ਹੀ ਥੋੜ੍ਹਾ ਹੈ, ਤਾਂ ਫਿਰ ਉਹ ਥੋੜ੍ਹਾ ਰਹਿਣਾ ਹੀ ਹੈ। ਘੱਟ ਮਿਲਣ ਵਾਲੇ ਜੰਗਲੀ ਖੇਤਰ ਦੀ ਖੇਤਰੀ ਵੰਡ ਵੀ ਦੇਸ਼ ਦੇ ਵਿੱਚ ਬਹੁਤ ਅਸਮਾਨ ਹੈ। ਅਸਮਾਨ ਯਾਨੀ ਬਰਾਬਰ ਵੰਡੀ ਨਹੀਂ ਹੋਈ ਹੈਗੀ। ਪ੍ਰਾਇਦੀਪੀ ਪਠਾਰ ਅਤੇ ਇਸ ਦੀਆਂ ਪਹਾੜੀਆਂ ਤੇ ਦੇਸ਼ ਦਾ ਕੁੱਲ 57% ਹਿੱਸਾ ਜਿਹੜਾ ਜੰਗਲਾਂ ਹੇਠ ਹੈ। ਕੁਐਸਚਨ ਆ ਸਕਦਾ ਪ੍ਰਾਇਦੀਪੀ ਪਠਾਰ ਦੇ ਵਿੱਚ ਕਿੰਨਾ ਹਿੱਸਾ ਜੰਗਲਾਂ ਹੇਠ ਹੈ? ਤਾਂ ਉਹ ਹੈਗਾ ਜੀ 57.0%। ਇਸ ਤੋਂ ਬਾਅਦ 18% ਹਿਮਾਲਿਆ ਖੇਤਰ ਦੇ ਵਿੱਚ ਹੈ, 10% ਪੱਛਮੀ ਘਾਟ, 10% ਪੂਰਬੀ ਘਾਟ ਅਤੇ ਤਟਵਰਤੀ ਖੇਤਰਾਂ ਦੇ ਵਿੱਚ ਮਿਲਦਾ ਹੈ। ਇਹ ਡਾਟਾ ਜਿਹੜਾ ਯਾਦ ਰੱਖਣਾ। ਦੇਸ਼ ਦੇ ਕੁੱਲ ਵਣ ਖੇਤਰ ਦਾ ਸਭ ਤੋਂ ਘੱਟ ਹਿੱਸਾ ਕੇਵਲ 5% ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਮਿਲਦਾ ਹੈ। ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜਾ ਏਰੀਆ ਜਿੱਥੇ ਸਭ ਤੋਂ ਘੱਟ ਜਿਹੜਾ ਵਣ ਖੇਤਰ ਹੈ, ਜੰਗਲਾਂ ਦਾ ਖੇਤਰ ਜਿਹੜਾ ਸਭ ਤੋਂ ਘੱਟ ਮਿਲਦਾ ਹੈ, ਤਾਂ ਉਹ ਹੈਗਾ ਜੀ ਉੱਤਰੀ ਵਿਸ਼ਾਲ ਮੈਦਾਨ। ਠੀਕ ਹੈ, ਉੱਤਰੀ ਵਿਸ਼ਾਲ ਮੈਦਾਨ ਜਿਹੜੇ ਨੇ ਉੱਥੇ ਸਭ ਤੋਂ ਘੱਟ ਜੰਗਲ ਨੇ, ਤੇ ਜਿਹੜਾ ਪ੍ਰਾਇਦੀਪੀ ਪਠਾਰ ਹੈ ਉੱਥੇ ਸਭ ਤੋਂ ਵੱਧ ਨੇ, ਕਿਉਂਕਿ ਤੁਸੀਂ ਇੱਥੇ ਦੇਖ ਸਕਦੇ ਹੋ 57% ਹਿੱਸਾ ਜਿਹੜਾ ਜੰਗਲਾਂ ਹੇਠ ਆਉਂਦਾ ਹੈ। ਅੱਗੇ ਹੈਗਾ ਜੀ ਕਿ ਜੇਕਰ ਸਟੇਟਸ ਦੇ ਅਕੋਰਡਿੰਗ ਜੇਕਰ ਗੱਲ ਕਰੀਏ, ਰਾਜਾਂ ਦੇ ਅਕੋਰਡਿੰਗ, ਤਾਂ ਸਭ ਤੋਂ ਜ਼ਿਆਦਾ ਜੰਗਲਾਂ ਦੀ ਮਾਤਰਾ ਜਿਹੜੀ ਹੈ ਤ੍ਰਿਪੁਰਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿੰਨੀ ਹੈ ਜੀ? 59.6%। ਠੀਕ ਹੈ, ਸਭ ਤੋਂ ਵੱਧ ਜੰਗਲ ਕਿਹੜੇ ਰਾਜ ਦੇ ਵਿੱਚ ਨੇ? ਤਾਂ ਇਹ ਹੈਗੇ ਨੇ ਜੀ ਤ੍ਰਿਪੁਰਾ ਦੇ ਵਿੱਚ। ਉਸ ਤੋਂ ਬਾਅਦ ਹੈਗਾ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ। ਠੀਕ ਹੈ, ਲੇਕਿਨ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ 2.3% ਹਿੱਸਾ ਆਉਂਦਾ ਹੈ ਜੰਗਲਾਂ ਦਾ। ਠੀਕ ਹੈ, ਜੇਕਰ ਰਾਜਾਂ ਦੇ ਅਕੋਰਡਿੰਗ ਗੱਲ ਕਰੀਏ। ਉੱਤਰ ਪ੍ਰਦੇਸ਼ ਹੈਗਾ ਕਿ ਸੰਘੀ ਖੇਤਰਾਂ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਜੇਕਰ ਗੱਲ ਕਰੀਏ ਤਾਂ ਅੰਡੇਮਾਨ ਨਿਕੋਬਾਰ ਦੀਪ ਸਮੂਹ, ਜਿੱਥੇ ਕਿ 94.6% ਜੰਗਲ, ਅਤੇ ਸਭ ਤੋਂ ਘੱਟ ਨੇ 2.1% ਦਿੱਲੀ ਦੇ ਵਿੱਚ। ਠੀਕ ਹੈ, ਇਸ ਤੱਥ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਹਾੜੀ ਰਾਜਾਂ ਵਿੱਚ ਵਣ ਜ਼ਿਆਦਾ ਹਨ ਅਤੇ ਮੈਦਾਨੀ ਰਾਜਾਂ ਵਿੱਚ ਇਹਨਾਂ ਦੀ ਸਖਤ ਘਾਟ ਹੈ। ਇਸ ਦੇ ਨਾਲ ਭੂਮੀ ਘਟਾਅ ਅਤੇ ਭੂਮੀਗਤ ਜਲ ਸਤਰਾਂ ਦੀਆਂ ਸਮੱਸਿਆਵਾਂ ਵੀ ਗੰਭੀਰ ਹੁੰਦੀਆਂ ਜਾ ਰਹੀਆਂ ਨੇ। ਠੀਕ ਹੈ, ਇਹ ਚੀਜ਼ ਜਿਹੜੀ ਆਪਾਂ ਨੂੰ ਦੱਸੀ ਗਈ ਹੈ। ਅੱਗੇ ਹੁਣ ਦੇਖੋ ਜੀ, ਕੁਦਰਤੀ ਬਨਸਪਤੀ ਦੀਆਂ ਕਿਸਮਾਂ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਕੁਐਸਚਨ ਆ ਸਕਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਹ ਕਿਸਮਾਂ। ਕਿਹੜੀਆਂ ਦੱਸੀਆਂ ਗਈਆਂ ਨੇ ਤੁਸੀਂ ਇੱਥੇ ਦੇਖ ਸਕਦੇ ਹੋ, ਕਿੰਨੇ ਭਾਗਾਂ ਦੀਆਂ ਕਿਸਮਾਂ, ਵੈਰੀ ਇੰਪੋਰਟੈਂਟ। ਠੀਕ ਹੈ, ਤਾਂ ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਦ੍ਰਿਸ਼ਟਕੋਣਾਂ ਦੇ ਆਧਾਰ 'ਤੇ ਕਈ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ, ਕਿਹੜੇ ਪਹੁੰਚ ਦੇ ਆਧਾਰ 'ਤੇ, ਪੱਤਿਆਂ ਦੇ ਆਧਾਰ 'ਤੇ, ਪ੍ਰਸ਼ਾਸਕੀ ਆਧਾਰ 'ਤੇ, ਕਾਨੂੰਨੀ ਆਧਾਰ 'ਤੇ, ਜਾਂ ਫਿਰ ਭੂਗੋਲਿਕ ਤੱਤ ਦੇ ਪੱਧਰ 'ਤੇ। ਇਹਨਾਂ 5 ਪੱਧਰਾਂ 'ਤੇ, ਇਹਨਾਂ 5 ਤਰ੍ਹਾਂ ਦੇ ਜਿਹੜੇ ਨੇ ਤਾਂ ਇਹਨਾਂ 5 ਆਧਾਰਾਂ ਦੇ ਬੇਸ 'ਤੇ ਜਿਹੜਾ ਹੈ ਕੁਦਰਤੀ ਬਨਸਪਤੀ ਨੂੰ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਹੈਗਾ ਜੀ ਪਹੁੰਚ ਦੇ ਆਧਾਰ 'ਤੇ। ਇਹ ਸਕਰੀਨ 'ਤੇ ਆਪਾਂ ਦੇਖ ਪਾ ਰਹੇ ਹਾਂ, ਇਸ ਦੇ ਅਕੋਰਡਿੰਗ ਤੁਸੀਂ ਛੇਤੀ ਸਮਝ ਜਾਓਗੇ। ਦੇਖੋ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਜਿਹੜੀ ਕੁਦਰਤੀ ਬਨਸਪਤੀ ਹੈ ਉਸ ਨੂੰ 5 ਤਰੀਕੇ ਨਾਲ ਵੰਡਿਆ ਜਾ ਸਕਦਾ ਹੈ। ਪਹਿਲਾ ਹੈਗਾ ਜੀ ਪਹੁੰਚ ਦੇ ਆਧਾਰ 'ਤੇ। ਪਹੁੰਚ ਯਾਨੀ ਕਿ ਜਿੱਥੇ ਛੂਤੇ ਜਾਂ ਅਛੂਤੇ, ਯਾਨੀ ਕਿ ਉਹ ਵਾਲੀ ਬਨਸਪਤੀ ਜਿਸ ਨੂੰ ਛੂਇਆ ਜਾ ਸਕਦਾ ਹੈ, ਉਹ ਵਾਲੀ ਬਨਸਪਤੀ ਜਿਸ ਨੂੰ ਛੂਇਆ ਨਹੀਂ ਜਾ ਸਕਦਾ। ਠੀਕ ਹੈ, ਯਾਨੀ ਕਿ ਪਹੁੰਚ ਦੇ ਆਧਾਰ 'ਤੇ ਕੁਦਰਤੀ ਬਨਸਪਤੀ ਨੂੰ ਇਸ ਤਰੀਕੇ ਨਾਲ ਵੰਡਿਆ ਹੋਇਆ ਹੈ। ਸੈਕਿੰਡ ਹੈ ਪੱਤੇ ਯਾਨੀ ਕਿ ਉਹਨਾਂ ਦੇ ਆਕਾਰਾਂ ਦੇ ਆਧਾਰ 'ਤੇ ਵੰਡਿਆ ਗਿਆ, ਜਿਸ ਦੇ ਵਿੱਚ ਕਿ ਆਪਣੇ ਕੋਲ ਚੌੜੇ ਪੱਤੇ ਵਾਲੇ ਅਤੇ ਨੁਕੀਲੇ ਪੱਤੇ ਵਾਲੇ 2 ਤਰ੍ਹਾਂ ਦੀ ਬਨਸਪਤੀ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ।
ਥਰਡ ਹੈਗਾ ਜੀ ਪ੍ਰਸ਼ਾਸਕੀ ਆਧਾਰ ਤੇ। ਪ੍ਰਸ਼ਾਸਕੀ ਆਧਾਰ ਤੇ 3 ਪ੍ਰਕਾਰ ਦੇ ਨੇ, ਕਿਹੜੇ ਸਰਕਾਰੀ, ਸਮੂਹਿਕ, ਨਿੱਜੀ। ਵੈਰੀ ਇੰਪੋਰਟੈਂਟ ਹੈ, ਨਾਮ ਯਾਦ ਰੱਖਣਾ, ਠੀਕ ਹੈ। ਸਰਕਾਰੀ, ਸਮੂਹਿਕ, ਨਿੱਜੀ। ਅੱਗੇ ਆਪਾਂ ਇਹਨਾਂ ਬਾਰੇ ਪੜਾਂਗੇ, ਪਹਿਲਾਂ ਤੁਸੀਂ ਇਹਨਾਂ ਦੇ ਕਾਨੂੰਨੀ ਆਧਾਰ ਤੇ। ਕਾਨੂੰਨੀ ਆਧਾਰ ਤੇ 3 ਪ੍ਰਕਾਰ ਦੇ ਨੇ, ਸੁਰੱਖਿਅਤ, ਰੱਖਿਅਕ, ਅਣਵੰਡੇ, ਠੀਕ ਹੈ। ਲਾਸਟ ਹੈ ਭੂਗੋਲਿਕ ਆਧਾਰ ਤੇ। ਭੂਗੋਲਿਕ ਤੱਤ ਦੇ ਆਧਾਰ ਤੇ ਗੱਲ ਕਰੀਏ ਤਾਂ ਆਪਾਂ ਨੂੰ ਬਨਸਪਤੀ ਜਿਹੜੀ ਦੇਖਣ ਨੂੰ ਮਿਲਦੀ ਹੈ, ਉਸ਼ਣ ਸਦਾਬਹਾਰ ਬਨਸਪਤੀ ਹੋ ਗਈ, ਪਤਝੜੀ ਜਾਂ ਮੌਨਸੂਨੀ ਬਨਸਪਤੀ ਹੋ ਗਈ, ਖੁਸ਼ਕ ਬਨਸਪਤੀ, ਜਵਾਰੀ ਬਨਸਪਤੀ ਜਾਂ ਫਿਰ ਪਰਬਤੀ ਬਨਸਪਤੀ, ਠੀਕ ਹੈ। ਵੈਰੀ ਇੰਪੋਰਟੈਂਟ। ਹੁਣ ਆਪਾਂ ਸਭ ਤੋਂ ਪਹਿਲਾਂ ਪਹੁੰਚ ਦੇ ਆਧਾਰ ਤੇ ਗੱਲ ਕਰ ਲਈਏ ਤਾਂ ਪਹੁੰਚ ਦੇ ਆਧਾਰ ਤੇ ਦੇਸ਼ ਦੇ ਅੰਦਰ ਲਗਭਗ 18% ਹਿੱਸਾ ਜਿਹੜਾ ਵਣ ਖੇਤਰ ਹੈ ਉਹ ਹਿਮਾਲਿਆ ਦੀਆਂ ਉੱਚੀਆਂ ਢਲਾਨਾਂ ਵਰਗੇ ਪਹਾੜੀ ਖੇਤਰਾਂ ਦੇ ਵਿੱਚ ਜਿਹੜਾ ਹੈ ਉਹ ਮਿਲਦਾ ਹੈ, ਜਿੱਥੇ ਕਿ ਮਨੁੱਖ ਨਹੀਂ ਪਹੁੰਚ ਸਕਦਾ, ਠੀਕ ਹੈ, ਜੋ ਕਿ ਮਨੁੱਖੀ ਪਹੁੰਚ ਤੋਂ ਬਹੁਤ ਦੂਰ ਹੋ ਜਾਂਦੇ ਨੇ, ਜਿਸ ਤੇ ਸਿਰਫ ਜਿਹੜੇ ਕਿ ਮਨੁੱਖੀ ਪਹੁੰਚ ਤੋਂ ਦੂਰ ਨੇ, ਤੇ ਸਿਰਫ ਅਸੀਂ ਇਸ ਦਾ 82% ਹਿੱਸਾ ਜਿਹੜਾ ਵਣ ਖੇਤਰ ਦਾ ਹੀ, ਤੇ ਅਸੀਂ ਸਿਰਫ ਇਸ ਦਾ 82% ਜਿਹੜਾ ਹਿੱਸਾ ਹੈ ਉਸ ਦਾ ਹੀ ਪ੍ਰਯੋਗ ਕਰ ਸਕਦੇ ਹਾਂ। ਅੱਗੇ ਹੈਗਾ ਇਸੇ ਤਰ੍ਹਾਂ ਦੇਸ਼ ਵਿੱਚ 5% ਖੇਤਰ ਵਿੱਚ ਫੈਲੇ ਹੋਏ ਨੁਕੀਲੇ ਪੱਤਿਆਂ ਵਾਲੇ ਕੀਮਤੀ ਸ਼ੰਕੂਧਾਰੀ ਵਣ ਹਿਮਾਲਿਆ ਦੀਆਂ ਉਬੜ ਖਾਬੜ ਢਲਾਨਾਂ ਤੇ ਜਿਹੜੇ ਨੇ ਸਥਿਤ ਨੇ, ਠੀਕ ਹੈ, ਜਿੱਥੇ ਕਿ ਮਨੁੱਖ ਜਿਹੜੇ ਨੇ ਦੀ ਦਖਲਅੰਦਾਜ਼ੀ ਨਹੀਂ ਹੈਗੀ। ਉਸ ਤੋਂ ਬਾਅਦ ਹੈ ਕਿ ਤੀਸਰੇ ਆਧਾਰ ਤੇ ਜੇਕਰ ਗੱਲ ਕਰੀਏ ਤਾਂ ਵਣਾਂ ਦੀ ਵੰਡ ਇਹਨਾਂ ਦੀ ਅੰਨ੍ਹੇਵਾਹ ਕਟਾਈ ਅਤੇ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਕੀ ਆਧਾਰ ਤੇ 3 ਹਿੱਸਿਆਂ ਵਿੱਚ ਕੀਤੀ ਗਈ ਹੈ, ਜਿਸ ਦੇ ਵਿੱਚ ਰਾਜਵਣ ਆਉਂਦੇ ਨੇ। ਰਾਜਵਣ ਕਿਹੜੇ ਹੁੰਦੇ ਨੇ? ਜਿਹੜੇ ਕਿ ਜਿਸ ਤੇ ਸਰਕਾਰ ਦਾ ਪੂਰਾ ਕੰਟਰੋਲ ਹੁੰਦਾ ਹੈ। ਕਿੰਨੇ ਨੇ? 95% ਹਿੱਸਾ, ਠੀਕ ਹੈ। 95% ਹਿੱਸਾ ਜਿਹੜਾ ਰਾਜਵਣਾਂ ਦੇ ਅੰਦਰ ਆਉਂਦਾ ਹੈ, ਜਿਸ ਦੇ ਵਿੱਚ ਕਿ ਸਰਕਾਰ ਦਾ ਪੂਰਾ ਕੰਟਰੋਲ ਹੁੰਦਾ ਹੈ। ਇਹਨਾਂ ਤੋਂ ਇਲਾਵਾ ਉਹ ਵਣ ਭਾਗ ਜੋ ਸਥਾਨਕ ਨਗਰਪਾਲਿਕਾ, ਜ਼ਿਲ੍ਹਾ ਪ੍ਰੀਸ਼ਦ ਦੀ ਦੇਖ ਰੇਖ ਹੇਠ ਆਉਂਦੇ ਨੇ, ਤੇ ਕੁੱਲ ਵਣ ਖੇਤਰ ਦਾ ਕੇਵਲ 3% ਹਿੱਸਾ ਜਿਹੜਾ ਉਹ ਘੇਰਦੇ ਨੇ, ਉਸਨੂੰ ਸਮੂਹਿਕ ਵਣ ਕਹਿੰਦੇ ਹਾਂ। ਸਮੂਹਿਕ ਵਣ ਕਿਹੜੇ ਹੁੰਦੇ ਨੇ? ਜਿਹੜੇ ਕਿ ਨਗਰਪਾਲਿਕਾ ਹੋ ਗਿਆ, ਠੀਕ ਹੈ, ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਹੋ ਗਿਆ, ਉਹਨਾਂ ਦੇ ਅੰਡਰ ਆਉਂਦੇ ਨੇ। 3% ਹਿੱਸਾ ਉਸਨੂੰ ਕਹਾਂਗੇ। ਉਸ ਤੋਂ ਬਾਅਦ ਬਾਕੀ ਬਚਦਾ ਹੋਇਆ 2% ਹਿੱਸਾ ਆਮ ਲੋਕਾਂ ਦੇ ਨਿੱਜੀ ਅਧਿਕਾਰ ਹੇਠ ਆ ਜਾਂਦਾ, ਜਿੱਥੇ ਕਿ ਆਮ ਵਿਅਕਤੀ ਜਿਹੜੇ ਆ ਜਿਸ ਨੂੰ ਯੂਜ਼ ਕਰ ਸਕਦੇ ਨੇ, ਠੀਕ ਹੈ। ਉਹ ਕਿੰਨਾ ਹਿੱਸਾ ਹੈ? 2% ਹਿੱਸਾ। ਇਹ ਵਣਾਂ ਦੇ ਟਾਈਪ ਨੇ, ਯਾਦ ਰੱਖਣਾ। ਅੱਗੇ ਹੈਗਾ ਵਣਾਂ ਦੇ ਸੁਚੱਜੇ ਪ੍ਰਯੋਗ, ਕੰਟਰੋਲ ਅਤੇ ਕਾਨੂੰਨੀ ਸੁਰੱਖਿਆ ਦੇ ਪੱਖੋਂ ਵੀ ਵਣਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਕਿਹੜੇ ਵੰਡੇ ਗਏ ਨੇ ਜੀ? ਦੇਸ਼ ਵਿੱਚ ਭੂਮੀ ਦੇ ਕਟਾਅ, ਵਾਤਾਵਰਣ ਦੀ ਸੰਭਾਲ ਅਤੇ ਲੱਕੜ ਦੀ ਨਿਰਵਿਘਨ ਪੂਰਤੀ ਦੇ ਲਈ 52% ਵਣ ਖੇਤਰ ਜਿਹੜਾ ਸੁਰੱਖਿਅਤ ਰੱਖਿਆ ਗਿਆ, ਠੀਕ ਹੈ। ਪਹਿਲਾ ਪਾਰਟ ਹੈਗਾ ਜੀ ਸੁਰੱਖਿਅਤ, ਕਿੰਨਾ ਹਿੱਸਾ ਇਹਦਾ? 52% ਹਿੱਸਾ ਜਿਹੜਾ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਵਿੱਚ ਪਸ਼ੂ ਚਰਾਉਣੇ, ਲੱਕੜ ਕੱਟਣਾ ਸਖਤ ਮਨਾ ਹੈ। ਦੂਜਾ ਹੈਗਾ ਜੀ ਰਾਖਵਾਂ ਵਣ ਖੇਤਰ। ਪਹਿਲਾ ਹੈਗਾ ਸੀ ਜੀ ਸੁਰੱਖਿਅਤ ਖੇਤਰ, ਦੂਜਾ ਹੈਗਾ ਰਾਖਵਾਂ ਵਣ ਖੇਤਰ, ਜਿਹੜਾ ਕਿ 32% ਹੈ। ਕਿੰਨਾ ਹੈ ਜੀ? 32% ਹੈ, ਜਿਸ ਨੂੰ ਖਤਮ ਕਰਨ 'ਤੇ ਸਰਕਾਰੀ ਮਨਾਹੀ ਲਾਗੂ ਹੈ, ਪਰ ਇੱਥੇ ਪਸ਼ੂ ਚਰਾਉਣ, ਲੱਕੜੀ ਅਤੇ ਘਾਹ ਕੱਟਣ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ। ਤੀਜੀ ਉਪਵੰਡ ਹੈ ਜੀ ਅਣਵੰਡੇ ਵਣ, ਜਿਸ ਨੂੰ ਕਿ 16% ਹਿੱਸਾ ਆਉਂਦਾ ਹੈ, ਜਿਸ ਵੱਲ ਸਰਕਾਰ ਦਾ ਧਿਆਨ ਘੱਟ ਗਿਆ ਅਤੇ ਇੱਥੇ ਲੋਕ ਜਿਹੜੇ ਨੇ ਸਹੂਲਤਾਂ ਪ੍ਰਾਪਤ ਕਰ ਸਕਦੇ ਨੇ। ਤਾਂ ਇਹ 3 ਪ੍ਰਕਾਰ ਦੇ ਵਣ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਉਪਰੋਕਤ ਆਧਾਰਾਂ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਦੇਸ਼ ਅੰਦਰ ਕੁਦਰਤੀ ਬਨਸਪਤੀ ਦੀ ਵੰਡ ਨੂੰ ਭੂਗੋਲਿਕ ਤੱਤ ਵੀ ਅਸਰ ਪਾਉਂਦੇ ਨੇ। ਭਾਵੇਂ ਸਮੁੱਚੇ ਦੇਸ਼ ਦਾ ਜਲਵਾਯੂ ਜਿਹੜਾ ਉਸ਼ਣ ਮੌਨਸੂਨੀ ਹੈ, ਪਰ ਵਰਖਾ ਅਤੇ ਧਰਾਤਲੀ ਉਚਾਈ ਦੇ ਵਖਰੇਵੇਂ ਦੇ ਕਾਰਨ ਦੇਸ਼ ਵਿੱਚ ਭੂਮੱਧ ਰੇਖੀ ਸਦਾਬਹਾਰ ਬਨਸਪਤੀ ਤੋਂ ਲੈ ਕੇ ਬਰਫੀਲੀ ਖੇਤਰਾਂ ਵੱਲ ਅਲਪਲਾਈਨ ਤੱਕ ਦੀ ਬਨਸਪਤੀ ਜਿਹੜੀ ਆ ਦੇਖਣ ਨੂੰ ਮਿਲ ਜਾਂਦੀ ਹੈ, ਜਿਸ ਨੂੰ ਵਾਤਾਵਰਣ ਦੇ ਤੱਤਾਂ ਦੇ ਆਧਾਰ ਤੇ ਜੇਕਰ ਵੰਡਿਆ ਜਾ ਸਕੇ ਤਾਂ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾਏਗਾ, ਜਿਹੜੀ ਕਿ 5 ਪ੍ਰਕਾਰ ਦੀ ਆ। ਉਸ਼ਣ ਸਦਾਬਹਾਰ ਬਨਸਪਤੀ, ਪਤਝੜੀ ਮੌਨਸੂਨੀ ਬਨਸਪਤੀ, ਖੁਸ਼ਕ ਜਾਂ ਫਿਰ ਜਵਾਰੀ ਤੇ ਜਾਂ ਫਿਰ ਪਰਬਤੀ, ਠੀਕ ਹੈ। ਇਹ 5 ਪਾਰਟ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਉਸ਼ਣ ਸਦਾਬਹਾਰ ਬਨਸਪਤੀ। ਇਹ ਜਿਹੜੀ ਬਨਸਪਤੀ ਹੈ ਮੁੱਖ ਤੌਰ ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਸ ਕਰਕੇ ਇਹਨਾਂ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ, ਠੀਕ ਹੈ। ਇਹਨਾਂ ਵਣਾਂ ਦਾ ਵਿਸਥਾਰ ਪੱਛਮੀ ਘਾਟ ਦਾ ਪੱਛਮੀ ਹਿੱਸਾ ਹੋ ਗਿਆ, ਠੀਕ ਹੈ। ਇਹ ਖੇਤਰ ਦੱਸੇ ਗਏ ਨੇ ਕਿ ਕਿਹੜੇ ਖੇਤਰ ਦੇ ਵਿੱਚ ਜਿਹੜੀ ਬਨਸਪਤੀ ਦੇਖਣ ਨੂੰ ਮਿਲਦੀ ਹੈ, ਉੱਥੋਂ ਦਾ ਜਲਵਾਯੂ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਇਸ ਕਿਸਮ ਦੀ ਬਨਸਪਤੀ ਵਾਲੇ ਭਾਗਾਂ ਦੇ ਵਿੱਚ ਸਾਲਾਨਾ ਔਸਤਨ ਤਾਪਮਾਨ ਜਿਹੜਾ 25 ਡਿਗਰੀ ਸੈਲਸੀਅਸ ਤੋਂ ਵੱਧ ਰਹਿੰਦਾ ਹੈ। 200 ਸੈਂਟੀਮੀਟਰ ਤੋਂ ਵੱਧ ਜਿਹੜੀ ਹੈ ਵਰਖਾ ਹੁੰਦੀ ਹੈ। ਹਵਾ ਵਿੱਚ ਨਮੀ ਦੀ ਮਾਤਰਾ ਜਿਹੜੀ ਹੈ ਸਾਰਾ ਸਾਲ ਹੀ 70% ਤੋਂ ਵੱਧ ਰਹਿੰਦੀ ਹੈ। ਇਸੇ ਕਰਕੇ ਇਹਨਾਂ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ, ਠੀਕ ਹੈ। ਉਚਾਈ ਵੈਸੇ ਦੀ ਇੰਨੀ ਯਾਦ ਕਰਨ ਦੀ ਲੋੜ ਨਹੀਂ ਹੈਗੀ। ਇਸ ਦੇ ਵਿੱਚ ਕਿਹੜੇ ਮੁੱਖ ਦਰੱਖਤ ਮਿਲਦੇ ਨੇ? ਤਾਂ ਇਸ ਦੇ ਵਿੱਚ ਮੁੱਖ ਦਰੱਖਤ ਜਿਹੜੇ ਦੇਖਣ ਨੂੰ ਮਿਲਦੇ ਨੇ ਤਾਂ ਉਹ ਹੁੰਦੇ ਜਿਹੜੇ ਨੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ, ਜਿਵੇਂ ਕਿ ਮਹਾਗਨੀ ਹੋ ਗਿਆ, ਰਬੜ ਹੋ ਗਈ, ਨਾਰੀਅਲ ਹੋ ਗਿਆ, ਠੀਕ ਹੈ, ਜਾਂ ਫਿਰ ਬੈਂਤ ਦੀ ਗੱਲ ਕਰ ਲਈਏ ਤਾਂ ਇਸ ਤਰ੍ਹਾਂ ਦੇ ਦਰੱਖਤ ਜਿਹੜੇ ਨੇ ਇਸ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇਸ ਦੀ ਵਿਸ਼ੇਸ਼ਤਾਵਾਂ ਕੀ ਨੇ, ਮਤਲਬ ਖਾਸ ਪੁਆਇੰਟਸ ਦੇ ਕੀ ਨੇ? ਤਾਂ ਇਸ ਕਿਸਮ ਦੀ ਬਨਸਪਤੀ ਬਹੁਤ ਹੀ ਸੰਘਣੀ ਤੇ ਮਿਲੇ ਜੁਲੇ ਦਰੱਖਤਾਂ ਦੇ ਨਾਲ ਭਰਪੂਰ ਹੁੰਦੀ ਹੈ। ਇਹਨਾਂ ਦੇ ਪੱਤੇ ਇੱਕੋ ਸਮੇਂ ਨਾ ਗਿਰਨ ਕਰਕੇ ਇਹ ਸਾਰਾ ਸਾਲ ਹਰੇ ਭਰੇ ਰਹਿੰਦੇ ਨੇ। ਕੁਛ ਨਾ ਆ ਸਕਦਾ ਕਿ ਉਹ ਕਿਹੜੀ ਬਨਸਪਤੀ ਹੈ ਜਿਨ੍ਹਾਂ ਦੇ ਪੱਤੇ
ਇਕੱਠੇ ਨਹੀਂ ਗਿਰਦੇ ਹੈਗੇ ਜਾਂ ਫਿਰ ਸਾਰਾ ਸਾਲ ਜਿਹੜੇ ਹਰੇ ਭਰੇ ਰਹਿੰਦੇ ਨੇ। ਇਹਨਾਂ ਦੇ ਤਣੇ ਇੱਕਦਮ ਸਿੱਧੇ ਅਤੇ ਲੰਬੇ ਹੁੰਦੇ ਨੇ ਪਰ ਸ਼ਾਖਾਵਾਂ ਛੋਟੀਆਂ ਹੁੰਦੀਆਂ ਨੇ। ਠੀਕ ਹੈ, ਇਹਨਾਂ ਦਰਖਤਾਂ ਦੇ ਥੱਲੇ ਦਲਦਲ ਜ਼ਿਆਦਾ ਮਿਲਦੀ ਹੈ ਅਤੇ ਹਨੇਰਾ ਛਾਇਆ ਰਹਿੰਦਾ ਹੈ, ਜਿੱਥੇ ਕਿ ਛੋਟੀਆਂ ਛੋਟੀਆਂ ਝਾੜੀਆਂ, ਵੇਲਾਂ, ਬਨਸਪਤੀ ਉਗਾਉਂਦੀ ਹੈ। ਇਹਨਾਂ ਦਰਖਤਾਂ ਦੇ ਤਣੇ ਉੱਪਰ ਵੀ ਕਈ ਵਾਰ ਹੋਰ ਦਰਖਤ ਉਗਾਉਂਦੇ ਨੇ। ਇੰਨਾ ਜ਼ਿਆਦਾ ਇਹ ਜਿਹੜਾ ਸੰਘਣੀ ਏਰੀਆ ਹੁੰਦਾ ਹੈ। ਠੀਕ ਹੈ, ਜਿਹੜੇ ਕੁਛ ਮੇਨ ਪੁਆਇੰਟ ਸੀਗੇ ਇਹ ਹੈਗੇ ਸੀ ਜੀ ਆਪਣੇ ਕੋਲ ਕਿਹੜੀ ਬਨਸਪਤੀ ਦੇ, ਤਾਂ ਇਹ ਹੈਗੀ ਸੀ ਜੀ ਆਪਣੇ ਕੋਲ ਊਸ਼ਣ ਸਦਾਬਹਾਰ ਬਨਸਪਤੀ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਆਪਾਂ ਹੁਣ ਪੜਾਂਗੇ ਜੀ ਪਤਝੜੀ ਜਾਂ ਮੌਨਸੂਨੀ ਬਨਸਪਤੀ। ਪਤਝੜੀ ਇਸ ਕਿਸਮ ਦੀ ਬਨਸਪਤੀ ਆਮ ਤੌਰ 'ਤੇ ਗਰਮੀ ਦੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਆਦਾ ਵਾਸ਼ਪੀਕਰਨ ਨੂੰ ਰੋਕਣ ਵਾਸਤੇ ਆਪਣੇ ਜਿਹੜੀ ਆ ਪੱਤੇ ਗਿਰਾ ਦਿੰਦੀ ਹੈ ਤਾਂ ਕਿ ਖੁਸ਼ਕ ਹਵਾ ਅਤੇ ਧੁੱਪ ਤੋਂ ਬਚਾਅ ਹੋ ਸਕੇ। ਠੀਕ ਹੈ, ਇਸ ਪਤਝੜੀ ਬਨਸਪਤੀ ਨੂੰ ਧਰਾਤਲ 'ਤੇ ਮਿਲਣ ਵਾਲੀ ਵਰਖਾ ਦੀ ਮਾਤਰਾ ਦੇ ਆਧਾਰ 'ਤੇ ਸਿੱਲੀ ਅਤੇ ਅਰਧ ਖੁਸ਼ਕ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜੀ ਬਨਸਪਤੀ ਹੈ ਜਿਸ ਨੂੰ ਕਿ ਦੋ ਭਾਗਾਂ ਦੇ ਵਿੱਚ ਯਾਨੀ ਕਿ ਸਿੱਲੀ ਬਨਸਪਤੀ ਅਤੇ ਅਰਧ ਖੁਸ਼ਕ ਬਨਸਪਤੀ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ, ਤਾਂ ਉਹ ਹੈਗੀ ਹੈ ਜੀ ਪਤਝੜੀ ਜਾਂ ਮੌਨਸੂਨੀ ਬਨਸਪਤੀ। ਤਾਂ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਜੀ ਸਿੱਲੀ ਪਤਝੜੀ ਬਨਸਪਤੀ। ਠੀਕ ਹੈ, ਇਸ ਤਰ੍ਹਾਂ ਦੀ ਬਨਸਪਤੀ ਦੇਸ਼ ਵਿੱਚ ਉਹਨਾਂ 4 ਵੱਡੇ ਖੇਤਰਾਂ ਦੇ ਵਿੱਚ ਉੱਗਦੀ ਹੈ ਜਿੱਥੇ 100 ਤੋਂ 200 ਸੈਂਟੀਮੀਟਰ ਤੱਕ ਦੀ ਵਰਖਾ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਇਹਨਾਂ ਖੇਤਰਾਂ ਦੇ ਜਿਹੜੇ ਦਰਖਤ ਨੇ ਘੱਟ ਸੰਘਣੇ ਹੁੰਦੇ ਨੇ ਪਰ ਇਹਨਾਂ ਦੀ ਲੰਬਾਈ 30 ਮੀਟਰ ਤੱਕ ਪਹੁੰਚ ਜਾਂਦੀ ਹੈ। ਇਹ ਖੇਤਰ ਜਿਹੜੇ ਨੇ ਉਹ ਜ਼ਰੂਰ ਯਾਦ ਕਰ ਲੈਣਾ। ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਦਰਖਤ ਦੇਖਣ ਨੂੰ ਮਿਲਦੇ ਨੇ, ਤਾਂ ਉੱਤਰੀ ਵਣ ਖੇਤਰਾਂ ਵਿੱਚ ਸਾਲ ਤੇ ਟਾਹਲੀ, ਦੱਖਣ ਵਿੱਚ ਸਾਗੌਨ, ਟੀਕ ਅਤੇ ਚੰਦਨ ਦੇ ਕੀਮਤੀ ਰੁੱਖ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਕਲੀਅਰ। ਉੱਥੋਂ ਦਾ ਘਾਹ ਜਿਹੜਾ ਇਹਨਾਂ ਦਰਖਤਾਂ ਤੋਂ ਇਲਾਵਾ ਤਰਾਈ ਖੇਤਰ ਵਿੱਚ ਬਹੁਤ ਹੀ ਕੀਮਤੀ ਯਾਨੀ ਕਿ ਸਬਾਈ ਨਾਮ ਦੀ ਇੱਕ ਘਾਹ ਹੈ। ਕਿਹੜੇ ਨਾਮ ਦੀ? ਸਬਾਈ, ਜਿਸ ਨੂੰ ਕਿ SABAI ਯਾਨੀ ਕਿ ਸਬਾਈ ਨਾਮ ਦਾ ਘਾਹ ਹੈ ਜਿਹੜਾ ਦੇਖਣ ਨੂੰ ਮਿਲਦਾ ਹੈ, ਜਿਹੜਾ ਕਿ ਕਾਗਜ਼ ਬਣਾਉਣ ਦੇ ਵਿੱਚ ਬਹੁਤ ਹੀ ਹੈਲਪਫੁਲ ਰਹਿੰਦਾ ਹੈ, ਮਦਦਗਾਰ ਹੁੰਦਾ ਹੈ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਸਬਾਈ ਕੀ ਹੈ? ਇੱਕ ਘਾਹ ਹੈ ਜਿਹੜਾ ਕਿ ਪਤਝੜੀ ਬਨਸਪਤੀ ਵਾਲੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ਕਿ ਆਪਾਂ ਕਾਗਜ਼ ਬਣਾਉਣ ਦੇ ਲਈ ਜਿਸਦੀ ਹੈ ਮਦਦ ਲੈਂਦੇ ਹਾਂ। ਅੱਗੇ ਸੈਕਿੰਡ ਟਾਈਪ ਜੇਕਰ ਗੱਲ ਕਰੀਏ ਤਾਂ ਅਰਧ ਖੁਸ਼ਕ ਪਤਝੜੀ ਬਨਸਪਤੀ। ਤਾਂ ਇਹ ਕਿਸਮ ਦੀ ਬਨਸਪਤੀ 50 ਤੋਂ ਲੈ ਕੇ 100 ਸੈਂਟੀਮੀਟਰ ਵਾਲੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਦੱਖਣ ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਹੋ ਗਿਆ, ਇਹਨਾਂ ਖੇਤਰਾਂ ਦੇ ਆਸ-ਪਾਸ ਜਿਹੜੀ ਹੈ ਇਹ ਬਨਸਪਤੀ ਦੇਖਣ ਨੂੰ ਮਿਲਦੀ ਹੈ। ਕਿਹੜੀ ਹੈ ਜੀ? ਅਰਧ ਖੁਸ਼ਕ ਪਤਝੜੀ ਬਨਸਪਤੀ। ਕੁਐਸਚਨ ਆ ਸਕਦਾ ਹੈ ਕਿੱਥੋਂ? ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਬਨਸਪਤੀ ਹੈ, ਤਾਂ ਇਹੀ ਬਨਸਪਤੀ ਜਿਹੜੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿਹੜੇ ਦਰਖਤ ਨੇ? ਤਾਂ ਇੱਥੇ ਟਾਹਲੀ, ਕਿੱਕਰ, ਬੋੜ, ਠੀਕ ਹੈ, ਇਸ ਤਰ੍ਹਾਂ ਦੇ ਦਰਖਤ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਜਿਹੜੇ ਦਰਖਤ ਨੇ ਆਪਣੇ ਪੱਤੇ ਗਿਰਾ ਦਿੰਦੇ ਨੇ। ਇਹਨਾਂ ਖੇਤਰਾਂ ਵਿੱਚ ਦੂਰ ਦੂਰ ਤੱਕ ਕੰਡੇਦਾਰ ਝਾੜੀਆਂ ਅਤੇ ਕਈ ਤਰ੍ਹਾਂ ਦੀ ਘਾਹ ਨਜ਼ਰ ਆਉਂਦੀ ਹੈ ਜੋ ਕਿ ਘਾਹ ਦੇ ਸਵਾਨਾ ਮੈਦਾਨਾਂ ਦੀ ਤਰ੍ਹਾਂ ਨਜ਼ਰ ਆਉਂਦੇ ਨੇ। ਇਸ ਘਾਹ ਨੂੰ ਮੁੰਜ, ਘਾਸ ਅਤੇ ਸਵਾਈ ਵੀ ਕਿਹਾ ਜਾਂਦਾ ਹੈ। ਇਸ ਕਿਸਮ ਦੀ ਬਨਸਪਤੀ ਦਾ ਜਨਸੰਖਿਆ ਦੇ ਵੱਧ ਰਹੇ ਲਗਾਤਾਰ ਦਬਾਅ ਦੇ ਕਾਰਨ ਜ਼ਿਆਦਾ ਸਫਾਇਆ ਕੀਤਾ ਗਿਆ ਹੈ। ਜਿੱਥੇ ਕਿਤੇ ਵੀ ਵਾਹੁਣਯੋਗ ਜ਼ਮੀਨ ਮਿਲਦੀ ਹੈ ਦਰਖਤਾਂ ਨੂੰ ਬੇਰਹਿਮੀ ਨਾਲ ਜਿਹੜਾ ਕੱਟਿਆ ਜਾ ਰਿਹਾ, ਤਾਂ ਹੀ ਵੱਧ ਤੋਂ ਵੱਧ ਨੁਕਸਾਨ ਜਿਹੜਾ ਇਨਵਾਇਰਮੈਂਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਠੀਕ ਹੈ, ਉਸ ਤੋਂ ਬਾਅਦ ਤੀਜੇ ਟਾਈਪ ਦੀ ਬਨਸਪਤੀ ਪੜ੍ਹੀਏ ਤਾਂ ਉਹ ਹੈਗੀ ਹੈ ਜੀ ਖੁਸ਼ਕ ਬਨਸਪਤੀ। ਕਿਹੜੀ ਹੈ ਜੀ? ਖੁਸ਼ਕ ਬਨਸਪਤੀ ਬਾਰੇ ਪੜ੍ਹਦੇ ਹਾਂ। ਇਸ ਤਰ੍ਹਾਂ ਦੀ ਬਨਸਪਤੀ ਦੇਸ਼ ਦੇ ਮਾਰੂਥਲੀ ਜਾਂ ਅਰਧ ਮਾਰੂਥਲੀ ਭਾਗਾਂ ਦੇ ਵਿੱਚ ਮਿਲਦੀ ਹੈ। ਕੁਐਸਚਨ ਆ ਸਕਦਾ ਕਿ ਖੁਸ਼ਕ ਬਨਸਪਤੀ ਕਿਹੜੇ ਇਲਾਕਿਆਂ ਦੇ ਵਿੱਚ ਮਿਲਦੀ ਹੈ, ਤਾਂ ਇਹ ਮਿਲਦੀ ਹੈ ਜੀ ਮਾਰੂਥਲੀ ਭਾਗਾਂ ਦੇ ਵਿੱਚ, ਜਿੱਥੇ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ। ਨਮੀ ਦੀ ਘਾਟ ਦੇ ਕਾਰਨ ਦਰਖਤਾਂ ਉੱਤੇ ਪੱਤਿਆਂ ਦੀ ਮਾਤਰਾ ਘੱਟ ਹੁੰਦੀ ਹੈ, ਮਤਲਬ ਕਿ ਪੱਤੇ ਘੱਟ ਹੁੰਦੇ ਨੇ। ਜਿਹੜੇ ਇਹਨਾਂ ਦੇ ਪੱਤੇ ਨੇ ਉਹ ਚਮਕੀਲੇ ਹੁੰਦੇ ਨੇ, ਛੋਟੇ ਹੁੰਦੇ ਨੇ, ਤਿੱਖੇ ਅਤੇ ਕੰਡੇਦਾਰ ਹੁੰਦੇ ਨੇ, ਪਰ ਇਹਨਾਂ ਦੀਆਂ ਦਰਖਤਾਂ ਦੀਆਂ ਜੜ੍ਹਾਂ ਜਿਹੜੀਆਂ ਬਹੁਤ ਲੰਬੀਆਂ ਹੁੰਦੀਆਂ ਨੇ। ਵੈਰੀ ਵੈਰੀ ਇੰਪੋਰਟੈਂਟ ਹੈ ਇਹ। ਅਜਿਹੇ ਖੇਤਰਾਂ ਦੇ ਵਿੱਚ ਕਿੱਕਰ, ਜੰਡ, ਤਮਾਰੀ ਸਭ ਤੋਂ ਵੱਧ ਮਾਤਰਾ ਵਿੱਚ ਮਿਲਦੇ ਨੇ। ਇਹਨਾਂ ਤੋਂ ਬਿਨਾਂ ਰਾਮਬਾਂਸ ਹੋ ਗਿਆ, ਖੈਰ, ਪਿੱਪਲ, ਖਜੂਰ, ਇਸ ਤਰ੍ਹਾਂ ਦੇ ਜਿਹੜੇ ਪੇੜ ਨੇ ਜਾਂ ਬਨਸਪਤੀ ਆ ਉਹ ਦੇਖਣ ਨੂੰ ਮਿਲਦੀ ਹੈ। ਪਾਣੀ ਦੀ ਘਾਟ ਦੇ ਕਾਰਨ ਰਾਜਸਥਾਨ ਦੇ ਪੱਛਮੀ ਸੀਮਾਵਰਤੀ ਖੇਤਰਾਂ ਵੱਲ ਜਾਂਦੇ ਜਾਂਦੇ ਇਹ ਬਨਸਪਤੀ ਜਿਹੜੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਪਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਤਲੁਜ ਵਿੱਚੋਂ ਨਿਕਲ ਕੇ ਇਹਨਾਂ ਖੇਤਰਾਂ ਦੇ ਵਿੱਚ ਆਉਣ ਵਾਲੀ ਇੰਦਰਾ ਗਾਂਧੀ ਨਹਿਰ ਦੇ ਨਾਲ ਨਾਲ ਰੁੱਖ ਲਗਾ ਕੇ ਇਸ ਖੇਤਰ ਨੂੰ ਫਿਰ ਤੋਂ ਹਰਿਆ ਭਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਦੇ ਅੰਦਰ ਕਿਹੜੇ ਖੇਤਰ ਆਉਂਦੇ ਨੇ ਖੁਸ਼ਕ ਬਨਸਪਤੀ ਦੇ ਅੰਦਰ? ਤਾਂ ਇਸ ਬਨਸਪਤੀ ਦੇ ਹੇਠ ਅਰਾਵਲੀ ਪਰਬਤਾਂ ਦੇ ਪੱਛਮ ਵੱਲ ਦੇ ਰਾਜਸਥਾਨੀ ਖੇਤਰ ਹੋ ਗਏ, ਦੱਖਣੀ ਪੰਜਾਬ ਅਤੇ ਹਰਿਆਣਾ ਅਤੇ ਦੱਖਣੀ ਪਠਾਰ ਦੇ ਅੰਦਰੂਨੀ ਵਰਖਾ ਜਿਹੜੇ ਨੇ ਉਹ ਵਾਲੇ ਖੇਤਰ ਜਿਹੜੇ ਨੇ ਇਸ ਦੇ ਅੰਦਰ ਆਉਂਦੇ ਨੇ। ਠੀਕ ਹੈ, ਤਾਂ ਇਹ ਹੈਗੀ ਸੀ ਜੀ ਆਪਣੇ ਕੋਲ ਖੇਤਰੀ ਬਨਸਪਤੀ। ਹੁਣ ਆਪਾਂ ਅੱਗੇ ਪੜ੍ਹਨ ਲੱਗੇ ਹਾਂ ਜੀ ਜਵਾਰੀ ਬਨਸਪਤੀ ਬਾਰੇ। ਇਸ ਕਿਸਮ ਦੀ ਬਨਸਪਤੀ ਜਿਹੜੀ ਹੈ ਗੰਗਾ, ਬ੍ਰਹਮਪੁੱਤਰ, ਕ੍ਰਿਸ਼ਨਾ, ਕਾਵੇਰੀ, ਗੋਦਾਵਰੀ, ਮਹਾਨਦੀ ਜਿਹੀਆਂ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਪੈਦਾ ਹੁੰਦੀ ਹੈ, ਜਿੱਥੇ ਕਿ ਜਵਾਰ ਦੇ ਸਮੇਂ ਉੱਠਿਆ ਹੋਇਆ ਸਮੁੰਦਰੀ ਪਾਣੀ ਦਰਖਤਾਂ ਦੀਆਂ ਜੜ੍ਹਾਂ ਤੱਕ ਪਹੁੰਚਦਾ ਰਹਿੰਦਾ ਹੈ। ਇਸ ਕਰਕੇ ਇਹਨਾਂ ਦਰਖਤਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਗਲ ਸੜ ਜਾਂਦੀਆਂ ਨੇ ਅਤੇ ਮਿੱਟੀ ਜਿਹੜੀ ਉਹ ਦਲਦਲੀ ਹੋ ਜਾਂਦੀ ਹੈ। ਇਹਨਾਂ ਦਰਖਤਾਂ ਦੀਆਂ ਬਾਹਰ ਨਿਕਲੀਆਂ ਜੜ੍ਹਾਂ ਵਿੱਚ ਜ਼ਹਿਰੀਲੇ ਕੀੜੇ ਮਕੌੜੇ, ਅਜਗਰ, ਸੱਪ, ਮਗਰਮੱਛ ਆਦਿ ਜਿਹੜੇ ਨੇ ਉਹ ਮਿਲਦੇ ਨੇ। ਇਸੇ ਕਰਕੇ ਇਸ ਕਿਸਮ ਦੀ ਬਨਸਪਤੀ ਨੂੰ ਜਿਹੜਾ ਮੈਂਗਰੋਵ, ਦਲਦਲੀ ਜਾਂ ਫਿਰ ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰੀ ਬਨਸਪਤੀ ਵੀ ਕਿਹਾ ਜਾਂਦਾ ਹੈ। ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜੀ ਬਨਸਪਤੀ ਹੈ ਜਿਸ ਨੂੰ ਮੈਂਗਰੋਵ, ਦਲਦਲੀ ਜਾਂ ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰੀ ਬਨਸਪਤੀ ਵੀ ਕਿਹਾ ਜਾਂਦਾ ਹੈ, ਤਾਂ ਉਹ ਹੈਗਾ ਜੀ ਜਵਾਰੀ ਬਨਸਪਤੀ। ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ ਹੈ ਇਹ।
ਇੱਥੇ ਸਭ ਤੋਂ ਵੱਧ ਵਿੱਚ ਜਿਹੜਾ ਸੁੰਦਰੀ ਰੁੱਖ ਮਿਲਦਾ ਹੈ। ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜੀ ਬਨਸਪਤੀ ਹੈ ਜਿੱਥੇ ਸਭ ਤੋਂ ਵੱਧ ਜਿਹੜਾ ਸੁੰਦਰੀ ਨਾਮ ਦਾ ਰੁੱਖ ਮਿਲਦਾ ਹੈ। ਇਸ ਦੇ ਨਾਂ ਕਰਕੇ ਹੀ ਗੰਗਾ ਅਤੇ ਬ੍ਰਹਮਪੁੱਤਰ ਦੇ ਡੈਲਟੇ ਨੂੰ ਸੁੰਦਰਬਨ ਡੈਲਟਾ ਕਿਹਾ ਜਾਂਦਾ ਹੈ। ਇਸ ਦਰੱਖਤ ਤੋਂ ਬਿਨਾਂ ਅਜਿਹੇ ਖੇਤਰਾਂ ਦੇ ਵਿੱਚ ਤਾੜ, ਕੈਂਸ, ਨਾਰੀਅਲ ਆਦਿ ਕੀਮਤੀ ਲੱਕੜ ਵਾਲੇ ਬਹੁਤ ਹੀ ਸੁੰਦਰ ਦਰੱਖਤ ਮਿਲਦੇ ਹਨ, ਜਿਨ੍ਹਾਂ ਦੇ ਤਣੇ ਦੇ ਸਹਾਰੇ ਕਈ ਕਿਸਮ ਦੀਆਂ ਵੇਲਾਂ ਜਿਹੜੀਆਂ ਨੇ ਉਹ ਉੱਚੀਆਂ ਚੜ੍ਹ ਜਾਂਦੀਆਂ ਨੇ। ਠੀਕ ਹੈ। ਪੰਜਵੀਂ ਹੈਗੀ ਹੈ ਜੀ ਆਪਣੇ ਕੋਲ ਪਰਬਤੀ ਬਨਸਪਤੀ। ਇਸ ਕਿਸਮ ਦੀ ਬਨਸਪਤੀ ਦੇਸ਼ ਦੇ ਅੰਦਰ ਉੱਤਰ ਵਿੱਚ ਹਿਮਾਲਿਆ ਖੇਤਰ ਅਤੇ ਦੱਖਣ ਵਿੱਚ ਨੀਲਗਿਰੀ ਦੀਆਂ ਪਹਾੜੀਆਂ 'ਤੇ ਮਿਲਦੀ ਹੈ। ਹਿਮਾਲਿਆ ਖੇਤਰਾਂ ਵਿੱਚ ਸੰਸਾਰ ਵਿੱਚ ਮਿਲਣ ਵਾਲੀ ਹਰੇਕ ਕਿਸਮ ਦੀ ਬਨਸਪਤੀ ਮਿਲ ਜਾਂਦੀ ਹੈ। ਇਹਨਾਂ ਨੂੰ ਵਰਖਾ ਦੇ ਆਧਾਰ 'ਤੇ ਪੂਰਬੀ ਅਤੇ ਪੱਛਮੀ ਜਿਹੜੀਆਂ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਕਿਹੜੀ ਨੂੰ? ਹਿਮਾਲਿਆ ਖੇਤਰਾਂ ਵਾਲੀ ਨੂੰ। ਠੀਕ ਹੈ। ਪੂਰਬੀ ਹਿਮਾਲਿਆ ਖੇਤਰ ਪੱਛਮੀ ਹਿਮਾਲਿਆ ਦੇ ਮੁਕਾਬਲੇ ਵੱਧ ਨਮੀ ਗ੍ਰਹਿਣ ਕਰਦਾ ਹੈ। ਉਚਾਈ ਦੇ ਵਧਣ ਜਿਹੜੇ ਦਰੱਖਤ ਨੇ ਜਿਹੜੇ ਕਿ ਛੋਟੇ ਕੱਦ ਵਾਲੇ ਨੇ, ਜਿਵੇਂ ਕਿ ਸਿਲਵਰ ਫਰ ਹੋ ਗਿਆ, ਪਾਈਨ ਹੋ ਗਿਆ, ਨੀਲਾ ਪਾਈਨ ਹੋ ਗਿਆ, ਤਾਂ ਇਹ ਜਿਹੜੇ ਦਰੱਖਤ ਨੇ ਛੋਟੇ ਕੱਦ ਵਾਲੇ ਉੱਗਦੇ ਹਨ। ਇਸ ਤੋਂ ਵੱਧ ਉਚਾਈ 'ਤੇ ਬਰਫ਼ ਰੇਖਾ ਦੇ ਪਾਸ ਚਲੇ ਜਾਣ ਕਰਕੇ ਛੋਟੀ ਛੋਟੀ ਘਾਹ ਅਤੇ ਫੁੱਲਾਂ ਵਾਲੇ ਪੌਦੇ ਵੀ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਹਨ। ਬਿਹਾਰ ਦੇ ਪਹਾੜੀ ਭਾਗ ਨੇ ਉਹਨਾਂ ਦੇ ਵਿੱਚ ਵੀ ਪਰਬਤੀ ਬਨਸਪਤੀ ਮਿਲਦੀ ਹੈ, ਜਿਸ ਵਿੱਚ ਬਸਤਰ, ਪੰਚਮੜੀ, ਮਹਾਬਲੇਸ਼ਵਰ, ਨੀਲਗਿਰੀ ਇਸ ਤਰ੍ਹਾਂ ਦੇ ਪਹਾੜੀ ਭਾਗ ਜਿਹੜੇ ਨੇ ਸ਼ਾਮਲ ਨੇ। ਇਹਨਾਂ ਪਹਾੜੀ ਭਾਗਾਂ ਵਿੱਚੋਂ ਬੰਗਾਲ ਦੀ ਖਾੜੀ, ਅਰਬ ਸਾਗਰ, ਦੋਹਾਂ ਸਮੁੰਦਰੀ ਖੇਤਰਾਂ ਅਤੇ ਨੀਲਗਿਰੀ ਦੀਆਂ ਪਹਾੜੀਆਂ ਦੇ 200 ਸੈਂਟੀਮੀਟਰ ਤੋਂ ਵੱਧ ਜਿਹੜੀ ਹੈ ਵਰਖਾ ਹੋ ਜਾਂਦੀ ਹੈ। ਓਕੇ। ਭਾਵੇਂ ਇਹਨਾਂ ਸਾਰੇ ਪਹਾੜੀ ਭਾਗਾਂ ਵਿੱਚ ਬਨਸਪਤੀ ਦਾ ਕਾਫੀ ਨੁਕਸਾਨ ਹੋਇਆ ਪਿਛਲੇ ਕੁਝ ਸਮੇਂ ਦੇ ਵਿੱਚ, ਪਰੰਤੂ ਫਿਰ ਵੀ ਭੂਮੀ ਦੀ ਵਰਤੋਂ ਜਿਹੜੀ ਹੈ ਖੇਤੀਬਾੜੀ ਦੇ ਲਈ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਭੂਮੀਗਤ ਪਾਣੀ ਦਾ ਸਤਰ ਜਿਹੜਾ ਨੀਵਾਂ ਹੋ ਜਾਣ 'ਤੇ ਵਾਤਾਵਰਨ ਦਾ ਸੰਤੁਲਨ ਜਿਹੜਾ ਉਹ ਖਰਾਬ ਹੋ ਰਿਹਾ ਹੈ। ਉਸ ਤੋਂ ਬਾਅਦ ਹੈ ਕੁਦਰਤੀ ਬਨਸਪਤੀ ਦੇ ਮਹੱਤਵ ਅਤੇ ਸੰਭਾਲ। ਦੇਖੋ, ਆਪਾਂ ਨੇ ਹੁਣ 5 ਪ੍ਰਕਾਰ ਦੀ ਬਨਸਪਤੀ ਪੜ੍ਹੀ ਹੈ। ਕੁਐਸਚਨ ਕਿਸ ਤਰ੍ਹਾਂ ਬਣ ਸਕਦੇ ਨੇ? ਨਾਮ ਲੈ ਕੇ ਪੁੱਛਿਆ ਜਾ ਸਕਦਾ ਹੈ ਕਿ ਇਹ ਬਨਸਪਤੀ ਕਿਹੜੇ ਖੇਤਰ ਦੇ ਵਿੱਚ ਮਿਲਦੀ ਹੈ, ਜਾਂ ਫਿਰ ਖੇਤਰ ਲਿਖ ਕੇ ਪੁੱਛਿਆ ਜਾ ਸਕਦਾ ਹੈ ਕਿ ਇਸ ਖੇਤਰ ਦੇ ਵਿੱਚ ਕਿਹੜੀ ਬਨਸਪਤੀ ਦੇਖਣ ਨੂੰ ਮਿਲਦੀ ਹੈ। ਠੀਕ ਹੈ। ਕਿਹੜੀਆਂ ਉੱਥੋਂ ਦੀਆਂ ਖਾਸ ਵਿਸ਼ੇਸ਼ਤਾਵਾਂ ਨੇ, ਜਿਸ ਤਰ੍ਹਾਂ ਕਿ ਕਈ ਜਗ੍ਹਾਵਾਂ ਨੇ ਜਿੱਥੇ ਠੰਡਾ ਏਰੀਆ ਹੈ ਜਾਂ ਪਹਾੜੀ ਏਰੀਆ ਹੈ, ਜਾਂ ਫਿਰ ਉੱਥੇ ਕੁਛ ਖਾਸ ਕਿਸਮ ਦੇ ਪੌਦੇ ਦੇਖਣ ਨੂੰ ਮਿਲਦੇ ਨੇ, ਦਰੱਖਤ ਦੇਖਣ ਨੂੰ ਮਿਲਦੇ ਨੇ। ਤਾਂ ਇਸ ਤਰ੍ਹਾਂ ਦੇ ਕੁਛ ਸਪੈਸੀਫਿਕ ਜਿਹੜੀਆਂ ਵਿਸ਼ੇਸ਼ਤਾਵਾਂ ਹੋਣਗੀਆਂ, ਉਹਨਾਂ ਨੂੰ ਜ਼ਰੂਰ ਤੁਸੀਂ ਕਾਪੀ 'ਤੇ ਜਿਹੜਾ ਨੋਟ ਕਰ ਲੈਣਾ। ਠੀਕ ਹੈ। ਗੱਲ ਕਰ ਲਈਏ ਮਹੱਤਵ ਦੀ, ਤਾਂ ਦੇਖੋ ਦੇਸ਼ ਦੇ ਵਣਾਂ ਤੋਂ ਲਗਭਗ 40 ਲੱਖ ਲੋਕਾਂ ਨੂੰ ਕੰਮ ਕਰਨ ਦਾ ਲਾਭ ਮਿਲਦਾ ਹੈ। ਕਿੰਨਾ ਮਿਲਦਾ ਹੈ? 40 ਲੱਖ ਲੋਕਾਂ ਨੂੰ। ਕੁਐਸਚਨ ਆ ਸਕਦਾ ਹੈ ਕਿ ਦੇਸ਼ ਦੇ ਜਿਹੜੇ ਜੰਗਲ ਨੇ ਉਹਨਾਂ ਤੋਂ ਕਿੰਨੇ ਲੱਖ ਲੋਕ ਜਿਹੜੇ ਨੇ ਉਹ ਕੰਮ ਕਰਦੇ ਨੇ, ਜਾਂ ਕਿੰਨੇ ਲੱਖ ਲੋਕਾਂ ਨੂੰ ਜਿਹੜਾ ਕੰਮ ਕਰਨ ਦਾ ਲਾਭ ਮਿਲਦਾ ਹੈ, ਤਾਂ ਉਹ ਹੈਗਾ 40 ਲੱਖ ਲੋਕ। ਠੀਕ ਹੈ। ਲਗਭਗ 40 ਲੱਖ ਲੋਕ। ਇਸ ਵਿੱਚ ਦਰੱਖਤ ਕੱਟਣਾ, ਲੱਕੜ ਚੀਰਨਾ, ਠੀਕ ਹੈ, ਇਸ ਤਰ੍ਹਾਂ ਦੇ ਮਜ਼ਦੂਰ ਜਿਹੜੇ ਨੇ ਉਹ ਆਉਂਦੇ ਨੇ। ਉਸ ਤੋਂ ਬਾਅਦ ਹੈ ਵਣ ਦੇਸ਼ ਦੇ ਲਈ ਸਹੀ ਮਾਤਰਾ ਦੀ ਤਰ੍ਹਾਂ ਲੱਕੜ ਪ੍ਰਦਾਨ ਕਰਦੇ ਨੇ, ਜਿਸ ਦਾ ਪ੍ਰਯੋਗ ਫਰਨੀਚਰ, ਬਾਲਣ, ਕਾਗਜ਼ ਆਦਿ ਵਸਤਾਂ ਦੇ ਵਿੱਚ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਮਾਨਸੂਨੀ ਦਰੱਖਤਾਂ ਦੇ ਵਿੱਚੋਂ ਸਾਲ, ਸਾਗਵਾਨ, ਟਾਹਲੀ, ਹੁਲਦੂ, ਪਲਾਸ਼ ਜਿਹੜੇ ਇਸ ਤਰ੍ਹਾਂ ਦੇ ਦਰੱਖਤ ਨੇ, ਇਹਨਾਂ ਦੀ ਲੱਕੜ ਬਹੁਤ ਜ਼ਿਆਦਾ ਜਿਹੜੀ ਹੈ ਪ੍ਰਯੋਗ ਦੇ ਵਿੱਚ ਲਿਆਂਦੀ ਜਾਂਦੀ ਹੈ। ਵਣਾਂ ਦੇ ਕੁਝ ਭਾਗ ਨੂੰ ਠੇਕੇ 'ਤੇ ਦੇ ਕੇ ਸਰਕਾਰ ਲਗਭਗ 1 ਅਰਬ 8 ਕਰੋੜ ਰੁਪਇਆ ਜਿਹੜਾ ਸਾਲਾਨਾ ਸਰਕਾਰੀ ਰਾਸ਼ਟਰੀ ਆਮਦਨ ਜਿਹੜੀ ਆ ਉਹ ਪ੍ਰਾਪਤ ਕਰਦੀ ਹੈ। ਦੇਸ਼ ਵਿੱਚ ਖੈਰ ਦਰੱਖਤ ਤੋਂ ਪ੍ਰਾਪਤ ਕੱਥੇ ਤੋਂ ਮੂੰਹ ਤੇ ਗਲੇ ਦੀਆਂ ਬਿਮਾਰੀਆਂ ਦੀਆਂ ਦਵਾਈਆਂ, ਸਿਨਕੋਨਾ ਤੋਂ ਕੁਨੀਨ, ਸਰਪਗੰਦਾ ਝਾੜੀ ਤੋਂ ਲਹੂ ਦਬਾਅ ਤੇ ਕੰਟਰੋਲ, ਇਸ ਤਰ੍ਹਾਂ ਦੀਆਂ ਜਿਹੜੀਆਂ ਆਯੁਰਵੈਦਿਕ ਦਵਾਈਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ। ਸਵਾਈ ਭਾਬਰ ਐਲੀਫੈਂਟਾ ਘਾਹ ਤੋਂ ਕਾਗਜ਼ ਦੀ ਲੁਗਦੀ ਤਿਆਰ ਹੁੰਦੀ ਹੈ। ਲੈਮਨ ਘਾਹ ਤੋਂ ਅਰਕ ਤਿਆਰ ਹੁੰਦਾ ਹੈ। ਰੋਸ਼ਾ ਘਾਹ ਤੋਂ ਬਨਾਵਟੀ ਸੁਗੰਧੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਠੀਕ ਹੈ। ਮੈਂਗਰੋਵ, ਕੱਚ, ਗੈਂਬੀਅਰ, ਹਰਬ, ਹੇੜਾ, ਆਂਵਲਾ, ਕਿੱਕਰ ਆਦਿ ਦੇ ਪੱਤੇ, ਛਿਲਕੇ ਅਤੇ ਫੁੱਲ ਨੂੰ ਸੁਕਾ ਕੇ ਚਮੜਾ ਰੰਗਣ ਦੇ ਲਈ ਪਦਾਰਥ ਤਿਆਰ ਕੀਤਾ ਜਾਂਦਾ ਹੈ। ਕੁਛ ਨਾ ਸਕਦਾ ਕਿ ਚਮੜਾ ਰੰਗਣ ਦੇ ਲਈ ਕਿਹੜਾ ਪਦਾਰਥ ਜਿਹੜਾ ਹੈ ਉਹ ਕੰਮ ਦੇ ਵਿੱਚ ਆਉਂਦਾ ਹੈ। ਦੱਖਣੀ ਭਾਰਤ ਦੀ ਟਾਰਵੁੱਡ ਨਾਂ ਦੀ ਝਾੜੀ ਵੀ ਚਮੜਾ ਰੰਗਣ ਦੇ ਕੰਮ ਆਉਂਦੀ ਹੈ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜੀ ਝਾੜੀ ਹੈ ਜਿਹੜੀ ਚਮੜਾ ਰੰਗਣ ਦੇ ਕੰਮ ਆਉਂਦੀ ਹੈ, ਤਾਂ ਉਹ ਹੈਗੀ ਹੈ ਜੀ ਟਾਰਵੁੱਡ। ਪਲਾਸ਼ ਤੇ ਪਿੱਪਲ ਤੋਂ ਲਾਖ, ਸ਼ਹਿਤੂਤ, ਰੇਸ਼ਮ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ। ਦੇਸ਼ ਦੇ ਵਣ ਖੇਤਰਾਂ ਵਿੱਚ ਲਗਭਗ 2.5 ਕਰੋੜ ਦੇ ਲੋਕ ਜਿਹੜੇ ਨੇ ਉਹ ਕਬੀਲਿਆਂ ਦੇ ਨੇ। ਠੀਕ ਹੈ। ਦੇਸ਼ ਦੇ ਜਿਹੜੇ ਜੰਗਲੀ ਏਰੀਆ ਨੇ ਉੱਥੇ 2.5 ਕਰੋੜ ਯਾਨੀ ਕਿ ਲਗਭਗ 25 ਮਿਲੀਅਨ ਦੇ ਲਗਭਗ ਲੋਕ ਜਿਹੜੇ ਨੇ ਉਹ ਕਬੀਲਿਆਂ ਦੇ ਇਸ ਦੇ ਵਿੱਚ ਵਾਸ ਕਰਦੇ ਨੇ। ਕਬੀਲੇ ਵਾਲੇ ਲੋਕ ਹੁੰਦੇ ਨੇ ਜਿਹੜੇ ਕਿ ਇਸ ਦੇ ਵਿੱਚ ਵਾਸ ਕਰਦੇ ਨੇ। ਵਣ ਦੇਸ਼ ਦੇ ਅਮੀਰ ਅਤੇ ਬਹੁਭਾਂਤੀ ਜੰਗਲੀ ਜੀਵਨ ਦਾ ਇੱਕ ਘਰ ਹਨ। ਇਸੇ ਕਰਕੇ ਦੇਸ਼ ਵਿੱਚ 15,000 ਵਰਗ ਮੀਲ ਦੇ ਖੇਤਰ ਵਿੱਚ ਫੈਲੇ ਹੋਏ 80 ਸੁਰੱਖਿਅਤ ਥਾਂ ਬਣਾ ਦਿੱਤੇ ਗਏ ਨੇ, ਜਿੱਥੇ ਜੰਗਲੀ ਜੀਵ ਜਿਹੜੇ ਨੇ ਆਜ਼ਾਦੀ ਨਾਲ ਰਹਿ ਸਕਦੇ ਹਨ। ਲਾਸਟ ਹੈ ਜੀ, ਹਰੀਆਂ ਭਰੀਆਂ ਚਰਾਗਾਹਾਂ ਵਿੱਚ ਪਸ਼ੂ ਚਰਾਉਣ ਦੇ ਲਈ ਵੀ ਸੁਵਿਧਾ ਜਿਹੜੀ ਹੈ ਉਹ ਮਿਲ ਜਾਂਦੀ ਹੈ। ਠੀਕ ਹੈ। ਤਾਂ ਇਹ ਹੈਗੇ ਸੀ ਜੀ ਕੁਦਰਤੀ ਬਨਸਪਤੀ ਦੇ ਲਾਭ, ਜਿਸ ਦੇ ਵਿੱਚ 2-3 ਪੁਆਇੰਟ ਜਿਸ ਤਰ੍ਹਾਂ ਕਿ ਕਿੰਨੇ ਲੋਕ ਨੇ ਕਬੀਲੇ ਦੇ ਉਹ ਇੰਪੋਰਟੈਂਟ ਕਰਨੇ ਆ। ਠੀਕ ਹੈ, ਨੋਟ ਕਰਨੇ ਆ। ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਤਿਆਰ ਕੀਤੀ ਜਾਂਦੀ ਹੈ, ਜਿਵੇਂ ਕਿ ਕੱਥੇ ਨਾਮ ਦੇ ਦਰੱਖਤ ਤੋਂ ਜਿਹੜੇ ਹੈ ਗਲੇ ਦੀਆਂ ਬਿਮਾਰੀਆਂ ਦੇ ਲਈ ਦਵਾਈ ਤਿਆਰ ਹੁੰਦੀ ਹੈ ਨਾ, ਜਾਂ ਫਿਰ ਲਗਭਗ ਸਰਕਾਰ ਕਿੰਨੀ ਸਾਲਾਨਾ ਰਾਸ਼ਟਰੀ ਆਮਦਨ ਪ੍ਰਾਪਤ ਕਰਦੀ ਹੈ। ਤਾਂ ਇਸ ਤਰ੍ਹਾਂ ਦੇ ਕੁਝ ਪੁਆਇੰਟਸ ਜਿਹੜੇ ਨੇ ਨੋਟ ਕਰਨ ਵਾਲੇ ਨੇ ਉਹ ਤੁਸੀਂ ਜ਼ਰੂਰ ਨੋਟ ਕਰ ਲੈਣਾ। ਉਸ ਤੋਂ ਬਾਅਦ ਕੁਝ ਅਸਿੱਧੇ ਫਾਇਦੇ ਹੁੰਦੇ ਨੇ। ਇਹ ਡਾਇਰੈਕਟ ਫਾਇਦੇ ਸੀ, ਇਹ ਇਨਡਾਇਰੈਕਟ ਨੇ, ਜਿਵੇਂ ਕਿ ਵਰਖਾ ਨਿਯੰਤਰਣ। ਸੰਘਣੀ ਬਨਸਪਤੀ ਵਾਲੇ ਖੇਤਰਾਂ ਵਿੱਚ ਪੱਤਿਆਂ ਦੁਆਰਾ ਜਿਹੜੀ ਹੈ ਵਾਸ਼ਪੀਕਰਨ ਹੋਣ 'ਤੇ
ਹੋਣ ਕਰਕੇ ਨਮੀ ਦੀ ਮਾਤਰਾ ਜਿਹੜੀ ਆ ਵੱਧ ਜਾਂਦੀ ਹੈ, ਜਿਸ ਕਰਕੇ ਇਹਨਾਂ ਦੇ ਉੱਪਰ ਤੋਂ ਲੰਘਣ ਵਾਲੀ ਪੌਣ ਨੂੰ ਠੰਡਾ ਵਾਤਾਵਰਨ ਮਿਲ ਜਾਣ ਕਰਕੇ ਇਸ ਵਿਚਲੀ ਜਲਵਾਸ਼ਪ ਜਲਕਣਾਂ ਦਾ ਰੂਪ ਧਾਰ ਕੇ ਉਹ ਜਿਹੜੀਆਂ ਵਰਸਣ ਲੱਗ ਜਾਂਦੇ ਨੇ। ਸੈਕਿੰਡ ਹੈ ਜਲਵਾਯੂ। ਸੰਘਣੇ ਵਾਣ ਗਰਮੀਆਂ ਵਿੱਚ ਤਾਪਮਾਨ ਨੂੰ ਜ਼ਿਆਦਾ ਵਧਣ ਤੋਂ ਰੋਕਦੇ ਨੇ ਅਤੇ ਸਰਦੀਆਂ ਦੇ ਵਿੱਚ ਵਧਾ ਦਿੰਦੇ ਨੇ। ਇਸੇ ਕਰਕੇ ਅਜਿਹੇ ਖੇਤਰਾਂ ਦਾ ਜਲਵਾਯੂ ਠੰਡਾ ਅਤੇ ਸਮਕਾਰੀ ਬਣ ਜਾਣ ਕਰਕੇ ਜਿਹੜਾ ਵਧੀਆ ਹੁੰਦਾ ਹੈ। ਥਰਡ ਹੈ ਹੜ੍ਹਾਂ ਦੀ ਰੋਕਥਾਮ। ਠੀਕ ਹੈ। ਚੌਥਾ ਹੈ ਭੂਮੀ ਕਟਾਅ 'ਤੇ ਰੋਕ ਆਉਂਦੀ ਹੈ। ਬਨਸਪਤੀ ਤੋਂ ਬਗੈਰ ਸੁੱਕੀ ਜ਼ਮੀਨ ਦੀ ਮਿੱਟੀ ਨੂੰ ਵਰਖਾ ਦਾ ਪਾਣੀ ਅਤੇ ਵਗਦੀ ਪੌਣ ਤੇਜ਼ੀ ਨਾਲ ਕੱਟ ਕੇ ਅੱਗੇ ਲੈ ਜਾਂਦੀ ਹੈ, ਪਰ ਦਰਖਤਾਂ ਦੀਆਂ ਜੜ੍ਹਾਂ ਮਿੱਟੀ ਵਿੱਚ ਜਕੜਨ ਦੋਨੋਂ ਤੱਤਾਂ ਦੇ ਵੇਗ ਨੂੰ ਘੱਟ ਕਰਕੇ ਉਪਜਾਊ ਮਿੱਟੀ ਦੀ ਰੱਖਿਆ ਕਰਦੇ ਨੇ। ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਇਸ ਦੇ ਨਾਲ। ਕੁਦਰਤੀ ਸੁਹੱਪਣ ਜੋ ਦਰੱਖਤ ਨੇ ਆਲੇ ਦੁਆਲੇ ਦੇਖਣ ਨੂੰ ਸੋਹਣੇ ਜਿਹੜੇ ਦਰੱਖਤ ਨੇ, ਠੀਕ ਹੈ, ਉਹਨਾਂ ਕਰਕੇ ਜਿਹੜਾ ਦ੍ਰਿਸ਼ ਆ ਬਹੁਤ ਵਧੀਆ ਲੱਗਦਾ ਹੈ। ਕਈ ਜਗ੍ਹਾਵਾਂ ਇਹੋ ਜਿਹੀਆਂ ਨੇ ਜਿਹੜੀ ਕਿ ਘੁੰਮਣਯੋਗ ਨੇ, ਲੋਕ ਉੱਥੇ ਜਿਹੜੀ ਹੈ ਆਪਣਾ ਟਾਈਮ ਕੱਢ ਕੇ ਘੁੰਮਣ ਆਉਂਦੇ ਨੇ। ਉਸ ਤੋਂ ਬਾਅਦ ਹੈ ਉਦਯੋਗਾਂ ਲਈ ਜੀਵਨਦਾਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਉਦਯੋਗ ਇਹੋ ਜਿਹੇ ਨੇ ਜਿਹੜੇ ਕਿ ਲੱਕੜ 'ਤੇ ਡਿਪੈਂਡ ਕਰਦੇ ਨੇ। ਖੇਡਾਂ ਦਾ ਸਮਾਨ ਹੋ ਗਿਆ, ਪਲਾਈਵੁੱਡ ਹੋ ਗਿਆ, ਹੈ ਨਾ, ਕਾਗਜ਼ ਹੋ ਗਿਆ, ਹੈ ਨਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਲੱਕੜਾਂ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਵਣਾਂ ਵਿੱਚੋਂ ਪੰਛੀਆਂ ਅਤੇ ਜਾਨਵਰਾਂ ਦੀਆਂ ਖੱਲਾਂ, ਮਾਂਸ, ਸਿੰਗ ਆਦਿ ਵੀ ਮਿਲ ਜਾਂਦੇ ਨੇ, ਜੋ ਕਿ ਸਜਾਵਟੀ ਸਮਾਨ ਜਿਹੜੇ ਨੇ ਉਹ ਤਿਆਰ ਕਰਨ ਦੇ ਲਈ ਕੰਮ ਆਉਂਦੇ ਨੇ। ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਇਹਨਾਂ ਵਣਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ। ਕਾਰਬਨ ਡਾਈਆਕਸਾਈਡ ਗੈਸ ਨੂੰ ਵਰਤ ਕੇ ਆਕਸੀਜਨ ਜਿਹੜੀ ਹੈ ਇਹਨਾਂ ਦੁਆਰਾ ਛੱਡੀ ਜਾਂਦੀ ਹੈ, ਜੋ ਕਿ ਧਰਤੀ ਉੱਤੇ ਮਨੁੱਖ ਅਤੇ ਜੀਵਾਂ ਦੇ ਜਿਉਂਦੇ ਰਹਿਣ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਹੈ। ਠੀਕ ਹੈ। ਤਾਂ ਇਹ ਕੁਛ ਇੰਪੋਰਟੈਂਟ ਪੁਆਇੰਟ ਸੀਗੇ, ਨੋਟ ਕਰ ਲੈਣਾ। 1952 ਦੇ ਵਿੱਚ ਬਣੀ ਰਾਸ਼ਟਰੀ ਵਣ ਨੀਤੀ ਦੇ ਆਧਾਰ 'ਤੇ 60% ਪਹਾੜੀ ਭਾਗਾਂ ਅਤੇ 20% ਮੈਦਾਨੀ ਭਾਗਾਂ ਵਿੱਚ ਦਰੱਖਤ ਦੀ ਹੋਂਦ ਬਣਾਈ ਰੱਖਣ ਲਈ ਹਰੇਕ ਸਾਲ ਵਣ ਉਤਸਵ ਮਨਾਇਆ ਜਾ ਰਿਹਾ ਹੈ। ਡਾਟਾ ਯਾਦ ਰੱਖਣਾ ਕਿੰਨਾ ਕਿਹਾ ਇਹਨਾਂ ਨੇ, 60% ਪਹਾੜੀ, 20% ਮੈਦਾਨੀ। ਸਮਾਜਿਕ ਵਣ ਸੰਪਤੀ ਦੇ ਵਿਕਾਸ ਲਈ 5 ਸਾਲਾ ਯੋਜਨਾਵਾਂ ਅਧੀਨ ਨਵੇਂ ਪ੍ਰੋਗਰਾਮ ਵੀ ਦਿੱਤੇ ਜਾ ਰਹੇ ਨੇ। ਠੀਕ ਹੈ। ਰਾਜਸਥਾਨ ਵਿੱਚ ਰੇਤ ਦੇ ਟਿੱਬਿਆਂ 'ਤੇ ਸੇਵਨ ਨਾਮੀ ਘਾਹ ਲਗਾ ਕੇ ਮਿੱਟੀ ਕਟਾਅ ਅਤੇ ਟਿੱਬਿਆਂ ਦੇ ਅੱਗੇ ਵਧਣ 'ਤੇ ਜਿਹੜੀ ਹੈ ਉਹ ਰੋਕ ਲਗਾਈ ਗਈ ਹੈ। ਇਹਨਾਂ ਸਭ ਤੋਂ ਇਲਾਵਾ ਵਣ ਸੰਪਤੀ ਦੇ ਜਿਹੜੇ ਹੋ ਰਿਹਾ ਨੁਕਸਾਨ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਸਭ ਨੂੰ ਹਰੇਕ ਸਾਲ ਜਿਹੜੇ ਨੇ ਦਰਖਤ ਲਗਾਉਣਾ ਜਿਹੜਾ ਨੇ ਉਹ ਜ਼ਰੂਰੀ ਬਣਦੇ ਨੇ। ਠੀਕ ਹੈ। ਤਾਂ ਇਹ ਹੈਗੀ ਸੀ ਜੀ ਕੁਦਰਤੀ ਬਨਸਪਤੀ, ਜਿਵੇਂ ਕਿ ਆਪਣੇ ਚੈਪਟਰ ਦਾ ਨਾਮ ਹੈ ਕੁਦਰਤੀ ਬਨਸਪਤੀ, ਜੀਵ ਜੰਤੂ, ਮਿੱਟੀ। ਕੁਦਰਤੀ ਬਨਸਪਤੀ ਆਪਾਂ ਕਵਰ ਕਰ ਚੁੱਕੇ ਹਾਂ। ਇਸ ਦੇ ਵਿੱਚੋਂ ਜਿੰਨੇ ਕੁਐਸਚਨ ਬਣਨਗੇ, ਇਸ ਤੋਂ ਇਲਾਵਾ ਇਸ ਦੇ ਵਿੱਚੋਂ ਜਿੰਨੇ ਵੀ ਕੁਐਸਚਨ ਬਣਨਗੇ ਉਹ ਮੈਂ ਤੁਹਾਨੂੰ ਕਵਰ ਕਰਾ ਚੁੱਕੀ ਹਾਂ। ਹੁਣ ਆਪਾਂ ਗੱਲ ਕਰਾਂਗੇ ਜੀਵ ਜੰਤੂ ਦੀ, ਥਰਡ ਗੱਲ ਕਰਾਂਗੇ ਆਪਾਂ ਮਿੱਟੀਆਂ ਦੀ। ਠੀਕ ਹੈ। ਤਾਂ ਹੁਣ ਆਪਾਂ ਜੀਵ ਜੰਤੂ ਬਾਰੇ ਪੜ੍ਹਦੇ ਹਾਂ। ਸਾਡੇ ਦੇਸ਼ ਵਿੱਚ ਬਨਸਪਤੀ ਦੀ ਭਿੰਨਤਾ ਤੋਂ ਕੁਦਰਤੀ ਜੀਵ ਜੰਤੂਆਂ ਵਿੱਚ ਕਾਫੀ ਭਿੰਨਤਾ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਦੇਸ਼ ਵਿੱਚ ਜੀਵ ਜੰਤੂਆਂ ਦੀ ਲਗਭਗ 76,000 ਕਿਸਮਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿੱਚ 2500 ਕਿਸਮ ਦੀਆਂ ਮੱਛੀਆਂ ਮਿਲਦੀਆਂ ਨੇ। ਇਸ ਤੋਂ ਇਲਾਵਾ 2000 ਕਿਸਮਾਂ ਦੇ ਪੰਛੀ ਦੇਖਣ ਨੂੰ ਮਿਲਦੇ ਨੇ। ਸੱਪਾਂ ਦੀਆਂ 400 ਕਿਸਮਾਂ ਮਿਲ ਜਾਂਦੀਆਂ ਨੇ। ਉੱਡਣ ਵਾਲੇ ਪੰਛੀ, ਰਿੰਗਣ ਵਾਲੇ ਪੰਛੀ ਜਾਂ ਫਿਰ ਹੋਰ ਛੋਟੇ ਮੋਟੇ ਕੀੜੇ ਕੀਰਮ ਆਦਿ ਵੀ ਜਿਹੜੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਨੇ। ਕਲੀਅਰ। ਥਣਧਾਰੀ ਜੀਵਾਂ ਵਿੱਚ ਰਾਜਸੀ ਠਾਠ ਬਾਠ ਵਾਲੇ ਪਸ਼ੂ ਹਾਥੀ ਨੇ, ਜੋ ਕਿ ਭੂਮੱਧ ਰੇਖੀ ਉਸ਼ਣ ਨਮੀ ਵਾਲੇ ਵਣਾਂ ਦਾ ਜੀਵ ਹੈ। ਇਹ ਕਾਪੀ 'ਤੇ ਜ਼ਰੂਰ ਨੋਟ ਕਰ ਲੈਣਾ ਕਿਹੜਾ ਜੀਵ ਹੈ ਜੀ ਭੂਮੱਧ ਰੇਖੀ ਉਸ਼ਣ ਨਮੀ ਵਾਲਾ, ਤਾਂ ਇਹ ਹੈਗਾ ਜੀ ਹਾਥੀ। ਸਾਡੇ ਦੇਸ਼ ਵਿੱਚ ਇਹ ਅਸਾਮ, ਕੇਰਲ, ਕਰਨਾਟਕ ਦੇ ਜੰਗਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇੱਥੇ ਭਾਰੀ ਵਰਖਾ ਵੀ ਹੁੰਦੀ ਹੈ। ਊਠ ਆਮ ਕਰਕੇ ਥਾਰ ਮਾਰੂਥਲ ਦਾ ਪਸ਼ੂ ਹੈ, ਜਦੋਂ ਕਿ ਜੰਗਲੀ ਗਧੇ ਜਿਹੜੇ ਨੇ ਉਹ ਕੇਵਲ ਰਣ ਆਫ ਕੱਛ ਜਾਂ ਕੱਛ ਦੀ ਖਾੜੀ ਦੇ ਵਿੱਚ ਜਾ ਕੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਕਲੀਅਰ। ਇਹ ਅਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਦੇ ਵਿੱਚੋਂ ਆਮ ਤੌਰ 'ਤੇ ਜਿਹੜੇ ਨੇ ਉਹ ਰਹਿੰਦੇ ਨੇ। ਹਿਰਨਾਂ ਦੀਆਂ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਦੇਖਣ ਨੂੰ ਮਿਲਦੀਆਂ ਨੇ। ਸ਼ਿਕਾਰੀ ਜੰਤੂਆਂ ਦੇ ਵਿੱਚ ਭਾਰਤੀ ਸ਼ੇਰ ਦਾ ਜਿਹੜਾ ਵਿਸ਼ੇਸ਼ ਸਥਾਨ ਹੈ। ਅਫਰੀਕਾ ਤੋਂ ਇਲਾਵਾ ਇਹ ਕੇਵਲ ਜਿਹੜਾ ਹੈ ਭਾਰਤ ਦੇ ਵਿੱਚ ਦੇਖਣ ਨੂੰ ਹੀ ਮਿਲਦਾ ਹੈ। ਜੇਕਰ ਸ਼ੇਰ ਰਾਜਸੀ ਅਤੇ ਤੇਜਸਵੀ ਪਸ਼ੂ ਹੈ ਤਾਂ ਸ਼ੇਰ ਜੰਗਲੀ ਜੀਵਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਪਸ਼ੂ ਵੀ ਹੈ। ਪ੍ਰਸਿੱਧ ਬੰਗਾਲੀ ਸ਼ੇਰ ਯਾਨੀ ਕਿ ਬੰਗਾਲੀ ਟਾਈਗਰ ਦਾ ਕੁਦਰਤੀ ਘਰ ਗੰਗਾ ਦੇ ਡੈਲਟੇ ਵਿੱਚ ਮਿਲਣ ਵਾਲੇ ਸੁੰਦਰਬਨ ਹੈ। ਸੁੰਦਰਬਨ ਦੇ ਵਿੱਚ ਜਿਹੜੇ ਬੰਗਾਲ ਟਾਈਗਰ ਨੇ ਉਹ ਦੇਖਣ ਨੂੰ ਮਿਲਦੇ ਨੇ। ਠੀਕ ਹੈ ਜੀ। ਹਿਮਾਲਿਆ ਦੇ ਪੂਰਬੀ ਸ਼੍ਰੇਣੀਆਂ ਵਿੱਚ ਜੰਗਲੀ ਭੇਡਾਂ, ਪਹਾੜੀ ਬੱਕਰੀਆਂ, ਇਸ ਤਰ੍ਹਾਂ ਦੇ ਜਿਹੜੇ ਜੰਤੂ ਨੇ ਉਹ ਦੇਖਣ ਨੂੰ ਮਿਲਦੇ ਨੇ। ਭਾਰਤ ਵਿੱਚ ਬਾਂਦਰਾਂ ਦੀਆਂ ਵੀ ਅਨੇਕ ਤਰ੍ਹਾਂ ਦੀਆਂ ਕਿਸਮਾਂ ਮਿਲਦੀਆਂ ਨੇ। ਸਾਡੇ ਦੇਸ਼ ਵਿੱਚੋਂ ਅਨੇਕ ਤਰ੍ਹਾਂ ਦੇ ਰੰਗ ਬਿਰੰਗੇ ਪੰਛੀ ਵੀ ਮਿਲਦੇ ਨੇ। ਜੇਕਰ ਸਾਡਾ ਰਾਸ਼ਟਰੀ ਪੰਛੀ ਗੱਲ ਕਰੀਏ ਤਾਂ ਮੋਰ ਹੈ। ਫੀਜੈਂਟ ਹੋ ਗਿਆ ਜਿਹਨੂੰ ਕਿ ਤਿੱਤਰ ਕਹਿੰਦੇ ਨੇ। ਠੀਕ ਹੈ। ਬੱਤਖ, ਮੈਨਾ, ਇਸ ਤਰ੍ਹਾਂ ਦੇ ਪੰਛੀ ਜਿਹੜੇ ਨੇ ਭਾਰਤ ਦੇ ਜੰਗਲੀ ਝੀਲਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਸੈਂਕੜੇ ਸਾਲਾਂ ਤੋਂ ਬਿਨਾਂ ਰੋਕ ਟੋਕ ਤੋਂ ਜੰਗਲੀ ਜਾਨਵਰਾਂ ਦਾ ਸ਼ੌਂਕੀਆ ਤੌਰ 'ਤੇ ਸ਼ਿਕਾਰ ਕਰਨ ਦਾ ਰਿਵਾਜ਼ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਦੇਸ਼ ਦੇ ਵਾਤਾਵਰਨ ਸੰਤੁਲਨ 'ਤੇ ਉਲਟਾ ਅਸਰ ਹੋਇਆ ਹੈ। 1972 ਦੇ ਵਿੱਚ ਸਟਾਕਹੋਮ ਯਾਨੀ ਕਿ ਸਵੀਡਨ ਵਿਖੇ ਹੋਈ ਵਿਚਾਰ ਗੋਸ਼ਟੀ ਅਧੀਨ ਵਿਸ਼ਵ ਸੰਮੇਲਨ ਦੇ ਦੌਰਾਨ ਇਸ ਕੰਮ ਵਿੱਚ ਬੇਹੱਦ ਜਾਗ੍ਰਿਤੀ ਪੈਦਾ ਹੋਈ ਹੈ। ਆਦਮੀ ਅਤੇ ਜੀਵ ਮੰਡਲ ਦੇ ਨਾਂ 'ਤੇ ਦੀ ਸੰਭਾਲ 'ਤੇ ਬਹੁਤ ਜ਼ੋਰ ਦੇਣ ਦੀ ਜਿਹੜੀ ਹੈ ਸੰਸਾਰ ਦੇ ਲੋਕਾਂ ਨੂੰ ਅਪੀਲ ਕੀਤੀ ਸੀ। ਇਸ ਸੰਬੰਧ ਦੇ ਵਿੱਚ 1972 ਦੇ ਵਿੱਚ ਭਾਰਤੀ ਵਣ ਜੀਵਨ ਸੁਰੱਖਿਅਕ ਨਿਯਮਾਂ ਜਿਹੜਾ ਹੈ ਬਣਾਇਆ ਗਿਆ ਸੀ। ਵੈਰੀ ਇੰਪੋਰਟੈਂਟ। ਕਦੋਂ ਬਣਾਇਆ ਗਿਆ ਸੀ? 1972 ਦੇ ਵਿੱਚ। ਕਿਹੜਾ ਨਿਯਮ ਬਣਾਇਆ ਗਿਆ ਸੀ? ਭਾਰਤੀ ਵਣ ਜੀਵਨ ਸੁਰੱਖਿਆ ਨਿਯਮ। ਲਗਭਗ
83,835 ਵਰਗ ਕਿਲੋਮੀਟਰ ਖੇਤਰ, ਜੋ ਕਿ ਪੂਰੇ ਦੇਸ਼ ਦੇ 2.7% ਅਤੇ ਕੁੱਲ ਵਣ ਖੇਤਰ ਦਾ 12% ਹੈ, ਨੂੰ ਰਾਸ਼ਟਰੀ ਉਦਿਆਨ ਅਤੇ ਵਣ ਪ੍ਰਾਣੀ ਅਭਿਆਰਣ ਜਿਹੜਾ ਉਹ ਐਲਾਨਿਆ ਗਿਆ ਹੈ। ਠੀਕ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਜਾਨਵਰ ਨੇ ਜਿਨ੍ਹਾਂ ਦੀ ਸੰਖਿਆ ਵੀ ਘਟਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੁਆਰਾ ਬਣਾਏ ਗਏ ਨਿਸ਼ਚਿਤ ਨਿਯਮ ਨੂੰ ਧਿਆਨ ਵਿੱਚ ਰੱਖ ਕੇ ਦੇਸ਼ ਵਿੱਚ ਹੁਣ ਤੱਕ 13 ਜੀਵ ਜਿਹੜੇ ਨੇ ਉਹ ਰਾਖਵੇਂ ਖੇਤਰ ਸਥਾਪਿਤ ਕੀਤੇ ਜਾ ਰਹੇ ਨੇ। ਇਸ ਯੋਜਨਾ ਦੇ ਅਧੀਨ ਸਭ ਤੋਂ ਪਹਿਲਾਂ ਜੀਵ ਰਾਖਵਾ ਖੇਤਰ ਕਿੱਥੇ ਬਣਾਇਆ ਗਿਆ ਸੀ, ਤਾਂ ਇਹ ਬਣਾਇਆ ਗਿਆ ਸੀ ਨੀਲਗਿਰੀ ਵਿਖੇ। ਦੋਨੋਂ ਇੰਪੋਰਟੈਂਟ ਨੇ, 13 ਜੀਵ ਰਾਖਵੇਂ ਖੇਤਰ ਨੇ, ਪਹਿਲਾਂ ਨੀਲਗਿਰੀ ਵਿੱਚ ਬਣਾਇਆ ਗਿਆ ਸੀ। ਇਸ ਦਾ ਖੇਤਰਫਲ ਲਗਭਗ 5.5 ਹਜ਼ਾਰ ਵਰਗ ਕਿਲੋਮੀਟਰ ਹੈ, ਜੋ ਕਿ ਕਰਨਾਟਕ, ਤਾਮਿਲਨਾਡੂ, ਕੇਰਲ ਦੇ ਸਰਹੱਦੀ ਖੇਤਰਾਂ ਦੇ ਵਿੱਚ ਜਿਹੜਾ ਹੈ ਉਹ ਫੈਲਿਆ ਹੋਇਆ ਹੈ। ਇਸ ਦੀ ਸਥਾਪਨਾ 1986 ਦੇ ਵਿੱਚ ਹੋਈ ਸੀ। ਠੀਕ ਹੈ। ਇਹ ਆਪਾਂ ਨੂੰ ਦੱਸੇ ਗਏ ਨੇ ਰਾਖਵੇਂ ਖੇਤਰ, ਇਹਨਾਂ ਦੇ ਨਾਮ ਜ਼ਰੂਰ ਯਾਦ ਕਰ ਲੈਣਾ, ਜਿਵੇਂ ਨੀਲਗਿਰੀ ਰਾਖਵਾ ਖੇਤਰ ਜਿਹੜਾ ਕਿੱਥੇ ਸਥਿਤ ਹੈ, ਤਾਮਿਲਨਾਡੂ ਕਰਨਾਟਕਾ ਦੇ ਵਿੱਚ ਹੋ ਗਿਆ। ਠੀਕ ਹੈ। ਕਾਜ਼ੀਰੰਗਾ ਕਿੱਥੇ, ਅਸਾਮ ਦੇ ਵਿੱਚ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਯਾਦ ਰੱਖ ਲੈਣਾ। ਇਹ ਜੀਵ ਰਾਖਵੇਂ ਖੇਤਰਾਂ ਵਿੱਚ ਵਣ ਭੂਮੀ, ਜੀਵ ਜੰਤੂ, ਬਨਸਪਤੀ ਉਹਨਾਂ ਦੇ ਅਸਲੀ ਅਤੇ ਕੁਦਰਤੀ ਰੂਪ ਵਿੱਚ ਜਿਹੜਾ ਸੁਰੱਖਿਅਤ ਰੱਖਿਆ ਜਾਵੇਗਾ। ਦੇਸ਼ ਵਿੱਚ 63 ਰਾਸ਼ਟਰੀ ਸੰਸਥਾਵਾਂ, 358 ਪ੍ਰਾਣੀ ਕੇਂਦਰ ਅਤੇ 72 ਪ੍ਰਾਣੀ ਘਰ ਨੇ, ਯਾਨੀ ਕਿ ਚਿੜੀਆ ਘਰ ਨੇ। ਇਸ ਤਰ੍ਹਾਂ 13 ਕਰੋੜ ਵਰਗ ਕਿਲੋਮੀਟਰ ਦਾ ਭੂ ਭਾਗ ਜਿਹੜਾ ਹੈ ਉਹ ਸੁਰੱਖਿਅਤ ਹੈ। ਠੀਕ ਹੈ। ਤਾਂ ਇਹ ਕੁਛ ਬੇਸਿਕ ਡਾਟਾ ਸੀ ਜੀ ਜੀਵ ਜੰਤੂਆਂ ਦੇ ਰਿਲੇਟਡ। ਹੁਣ ਆਪਾਂ ਥਰਡ ਪੜ੍ਹਨ ਲੱਗਿਆ ਜੀ ਮਿੱਟੀ ਬਾਰੇ। ਆਦਿਕਾਲ ਸੀਗੀ ਹੈ ਧਰਾਤਲ ਉੱਤੇ ਮਿਲਣ ਵਾਲੇ ਹਲਕੇ, ਢਿੱਲੇ ਅਤੇ ਅਸੰਗਠਿਤ ਚਟਾਨੀ ਚੂਰੇ ਤੇ ਬਾਰੀਕ ਜੀਵਾਂਸ਼ ਦੇ ਮਿਸ਼ਰਣ ਨੂੰ ਮਿੱਟੀ ਕਹਿੰਦੇ ਨੇ, ਜਿਸ ਵਿੱਚ ਪੌਦਿਆਂ ਨੂੰ ਜਨਮ ਦੇਣ ਦੀ ਸ਼ਕਤੀ ਹੁੰਦੀ ਹੈ। ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ। ਇਸ ਮਿਸ਼ਰਣ ਦਾ ਜਮਾ 15 ਤੋਂ 30 ਸੈਂਟੀਮੀਟਰ ਤੋਂ ਲੈ ਕੇ ਕਈ ਮੀਟਰ ਤੱਕ ਡੂੰਘੀਆਂ ਤਹਿਾਂ ਤੱਕ ਹੁੰਦਾ ਹੈ। ਪਰ ਵਿਗਿਆਨੀ ਕਾਟ ਰੇਖਾ ਚਿੱਤਰਾਂ ਦੀ ਸਹਾਇਤਾ ਦੇ ਨਾਲ ਮਿੱਟੀ ਦੇ ਰੰਗ, ਬਣਤਰ, ਕਣਾਂ ਦੇ ਆਕਾਰ ਜਿਹੜੇ ਨੇ ਉਹ ਡੂੰਘਾਈ ਦੇ ਵਿੱਚ ਕ੍ਰਮਵਾਰ ABC ਦੇ ਨਾਮ ਦੇ ਵਿੱਚ ਜਿਹੜੇ ਨੇ ਉਹ ਵੰਡੇ ਗਏ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਮਿੱਟੀ ਦੀ ਨਿਰਮਾਣ ਕਿਰਿਆ, ਕਿ ਮਿੱਟੀ ਬਣਦੀ ਕਿਸ ਤਰ੍ਹਾਂ ਹੈ। ਮਿੱਟੀ ਬਣਨ ਦੀ ਕਿਰਿਆ ਬਹੁਤ ਹੌਲੀ ਅਤੇ ਲੰਬੀ ਹੁੰਦੀ ਹੈ। ਧਰਾਤਲ ਦੇ ਉੱਪਰ ਵਾਲੀ ਕੇਵਲ 1 ਇੰਚ ਮੋਟੀ ਤਹਿ ਬਣਨ ਵਿੱਚ ਹਜ਼ਾਰਾਂ ਸਾਲ ਤੱਕ ਲੱਗ ਜਾਂਦੇ ਨੇ। ਧਰਤੀ ਦੇ ਬਾਹਰੀ ਮੌਸਮੀ ਤੱਤ ਆਪਣੀ ਸ਼ਕਤੀ ਦੇ ਨਾਲ ਅਤੇ ਰਸਾਇਣਿਕ ਕਿਰਿਆ ਦੇ ਨਾਲ ਜਿਹੜਾ ਹੈ ਉਹ ਹੇਠਾਂ ਦੀਆਂ ਧਰਾਤਲੀ ਚਟਾਨਾਂ ਨੂੰ ਤੋੜ ਫੋੜ ਕੇ ਚੂਰਾ ਬਣਾਉਂਦੀਆਂ ਨੇ। ਇਸ ਚੂਰੇ ਉੱਪਰ ਜਨਮੀ ਬਨਸਪਤੀ ਦੇ ਪੱਤੇ, ਟਾਹਣੀਆਂ ਅਤੇ ਹੋਰ ਵਿਭਾਗ ਵੀ ਜਿਹੜੇ ਨੇ ਉਹ ਗਲ ਸੜ ਕੇ ਬਰੀਕ ਹੁੰਦੇ ਹੋਏ ਮਿਲਦੇ ਰਹਿੰਦੇ ਨੇ। ਇਹਨਾਂ ਦੇ ਨਾਲ ਹੀ ਜੀਵ ਜੰਤੂਆਂ ਦੇ ਪਿੰਜਰ ਹੋ ਗਏ, ਹੱਡੀਆਂ ਅਤੇ ਹੋਰ ਸਰੀਰਕ ਹਿੱਸੇ ਵੀ ਜਿਹੜੇ ਨੇ ਉਹ ਗਲਣ ਸੜਨ ਤੋਂ ਬਾਅਦ ਇਸ ਵਿੱਚ ਬਾਰੀਕ ਜੀਵਾਂਸ਼ ਦੇ ਤੌਰ 'ਤੇ ਸ਼ਾਮਲ ਹੁੰਦੇ ਰਹਿੰਦੇ ਨੇ। ਠੀਕ ਹੈ। ਇਸ ਤੋਂ ਬਾਅਦ ਹੈ ਮਿੱਟੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਤਾਂ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਨੇ? ਸਭ ਤੋਂ ਪਹਿਲਾਂ ਹੈਗਾ ਮੁੱਢਲੀ ਚਟਾਨ। ਆਧਾਰ ਚਟਾਨਾਂ ਦੇ ਤੌਰ 'ਤੇ ਦੇਸ਼ ਦੇ ਉੱਤਰੀ ਮੈਦਾਨਾਂ ਦੀਆਂ ਤੈਅਦਾਰ ਚਟਾਨਾਂ ਵੱਖਰੇ ਵੱਖਰੇ ਖਣਿਜਾਂ ਦੇ ਇਕੱਤਰ ਹੋਣ ਕਰਕੇ ਸਭ ਤੋਂ ਵਧੀਆ ਕਿਸਮ ਦੀ ਮਿੱਟੀ ਜਿਹੜੀ ਹੈ ਉਹ ਪ੍ਰਦਾਨ ਕਰਦੀਆਂ ਹਨ। ਦੂਜੇ ਸਥਾਨ ਦੇ ਉਪਜਾਊਪਣ ਦੇ ਪੱਖੋਂ ਦੇਸ਼ ਦੇ ਪਠਾਰੀ ਭਾਗਾਂ ਦੀਆਂ ਲਾਵੇ ਵਾਲੀਆਂ ਚਟਾਨਾਂ ਜੋਨਲ ਮਿੱਟੀਆਂ ਨੂੰ ਜਿਹੜੀ ਹੈ ਉਹ ਜਨਮ ਦਿੰਦੀਆਂ ਨੇ, ਜੋ ਕਿ ਆਪਣੇ ਅੰਦਰ ਮਿਲਣ ਵਾਲੇ ਖਣਿਜ ਪਦਾਰਥਾਂ ਕਰਕੇ ਉਪਜਾਊ ਹੁੰਦੀਆਂ ਨੇ। ਸੈਕਿੰਡ ਹੈਗਾ ਜੀ ਜਲਵਾਯੂ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਢਲਾਨ, ਫਿਰ ਹੈਗੀ ਹੈ ਜੀ ਕੁਦਰਤੀ ਬਨਸਪਤੀ, ਲਾਸਟ ਹੈ ਜੀ ਸਮਾਂ। ਇਹ 4 ਤੱਤਾਂ ਤੋਂ ਇਲਾਵਾ ਮਿੱਟੀ ਦੇ ਨਿਰੰਤਰ ਵਿਕਾਸ ਦੇ ਵਿੱਚ ਸਮੇਂ ਦਾ ਵੀ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਹੈ। ਮਿੱਟੀਆਂ ਵਿੱਚ ਹਰੇਕ ਸਾਲ ਮੱਲੜ ਅਤੇ ਜੀਵਾਂਸ਼ ਮਿਲਦੇ ਰਹਿਣ ਕਰਕੇ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਸ ਦੇ ਵਿੱਚ ਵਾਧਾ ਹੁੰਦਾ ਹੈ। ਠੀਕ ਹੈ। ਵਣ ਖੇਤਰਾਂ ਦੀਆਂ ਮਿੱਟੀਆਂ ਦੇ ਵਿੱਚ 5 ਤੋਂ 10% ਤੱਕ ਜੈਵਿਕ ਅੰਸ਼ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਇਹ ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਹੈ। ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਭਾਰਤੀ ਮਿੱਟੀਆਂ ਦਾ ਵਰਗੀਕਰਨ। ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ। ਉਪਜਾਊਪਣ, ਸਿੰਜਾਈ, ਉਤਪੱਤੀ ਅਤੇ ਗੁਣਾਂ ਦੇ ਆਧਾਰ 'ਤੇ ਜੇਕਰ ਗੱਲ ਕਰੀਏ ਤਾਂ ਪਹਿਲਾਂ ਦੇਸ਼ ਦੀ ਪੁਰਾਤਨ ਪ੍ਰਥਾ ਦੇ ਅਨੁਸਾਰ ਮਿੱਟੀਆਂ ਨੂੰ ਉਪਜ ਜਾਂ ਫਸਲਾਂ ਦੀ ਪੈਦਾਵਾਰ ਦੇ ਆਧਾਰ 'ਤੇ 2 ਮੁੱਖ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਸੀ। ਪਹਿਲੀ ਹੈਗੀ ਸੀ ਉਰਵਰਾ, ਦੂਜੀ ਹੈਗੀ ਸੀ ਅਨੁਵਰਾ, ਯਾਨੀ ਕਿ ਪਹਿਲੀ ਮਿੱਟੀ ਉਪਜਾਊ, ਦੂਜੀ ਮਿੱਟੀ ਅਣਉਪਜਾਊ। ਅਨੁਵਰਾ ਦੇ ਅੱਗੋਂ 2 ਭਾਗ ਕੀਤੇ ਗਏ ਨੇ, ਉਸੜ, ਨਮਕੀਨ ਅਤੇ ਮਾਰੂ ਰੇਤਲੀ। ਠੀਕ ਹੈ। ਕਿਹੜੀ? ਜਿਹੜੀ ਕਿ ਅਣਉਪਜਾਊ ਹੈ, ਉਸਦੇ ਵੀ 2 ਪਾਰਟ ਨੇ, ਇੱਕ ਤਾਂ ਨਮਕੀਨ ਮਿੱਟੀ, ਇੱਕ ਹੈ ਮਾਰੂ ਯਾਨੀ ਕਿ ਰੇਤਲੀ ਮਿੱਟੀ। ਦੂਜਾ ਹੈਗਾ ਸਿੰਜਾਈ ਦੇ ਪੱਖ ਤੋਂ ਵਰਖਾ 'ਤੇ ਆਧਾਰਿਤ ਖੇਤਰਾਂ ਦੀਆਂ ਮਿੱਟੀਆਂ ਨੂੰ ਬਰਾਨੀ, ਖੂਹਾਂ ਵਾਲੀ ਮਿੱਟੀਆਂ ਨੂੰ ਚਾਹੀ, ਨਹਿਰਾਂ ਤੋਂ ਨਹਿਰੀ ਅਤੇ ਦਰਿਆਈ ਰਸਾਨ ਵਾਲੀਆਂ ਸਿੱਲੀਆਂ ਮਿੱਟੀਆਂ ਨੂੰ ਸੈਲਾਬੀ ਮਿੱਟੀ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ। ਇਹ ਪੂਰੀ ਲਾਈਨ ਨੂੰ ਪ੍ਰੋਪਰ ਯਾਦ ਕਰ ਲੈਣਾ। ਕਿਹੜੀ ਮਿੱਟੀ ਨੂੰ ਬਰਾਨੀ ਕਹਿੰਦੇ ਨੇ, ਕਿਹੜੀ ਨੂੰ ਚਾਹੀ ਕਹਿੰਦੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤੀਜੇ ਪ੍ਰਕਾਰ ਦੀਆਂ ਉਤਪੱਤੀ ਦੇ ਆਧਾਰ 'ਤੇ ਤਾਂ ਇਹ ਹੈਗੇ ਨੇ ਜ਼ੋਨਲ ਅਤੇ ਅਜ਼ੋਨਲ। ਜ਼ੋਨਲ ਮਿੱਟੀਆਂ ਨੂੰ ਸਥਾਨਕ ਮਿੱਟੀਆਂ ਕਹਿੰਦੇ ਨੇ, ਜੋ ਡੂੰਘਾਈ ਅਤੇ ਦੱਬੀਆਂ ਹੋਈਆਂ ਚਟਾਨਾਂ ਦੇ ਉੱਪਰ ਬਣ ਜਾਂਦੀਆਂ ਨੇ। ਆਜ਼ੋਨਲ ਮਿੱਟੀਆਂ ਜਿਹੜੀਆਂ ਨੇ ਪ੍ਰਵਾਹਕ ਮਿੱਟੀਆਂ ਹੁੰਦੀਆਂ ਨੇ, ਜੋ ਕਿ ਮੁੱਢਲੀ ਚਟਾਨਾਂ ਤੋਂ ਪੌਣ, ਦਰਿਆ, ਗਲੇਸ਼ੀਅਰ ਜਾਂ ਸਮੁੰਦਰੀ ਲਹਿਰਾਂ ਦੁਆਰਾ ਕਰਕੇ ਜਿਹੜੇ ਨੇ ਉਹ ਟੁੱਟ ਕੇ ਦੂਜੇ ਸਥਾਨਾਂ 'ਤੇ ਪਹੁੰਚ ਜਾਂਦੀਆਂ ਨੇ। ਪਰ 1953 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਦੁਆਰਾ ਮਿੱਟੀ ਦੇ ਗੁਣਾਂ ਦੇ ਆਧਾਰ 'ਤੇ ਸਰਵ ਭਾਰਤੀ ਮਿੱਟੀ ਸਰਵੇਖਣ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਸਮੁੱਚੇ ਦੇਸ਼ ਦੀਆਂ ਮਿੱਟੀਆਂ ਦੀ ਕੇਵਲ 8 ਭਾਗਾਂ ਦੇ ਵਿੱਚ ਵੰਡ ਕੀਤੀ ਗਈ ਹੈ। ਠੀਕ ਹੈ। ਕਿਹੜੀਆਂ 8 ਕੀਤੀਆਂ ਗਈਆਂ ਨੇ ਉਹ ਆਪਾਂ ਅੱਗੇ ਪੜ੍ਹਨ ਲੱਗਿਆ। ਪਹਿਲੀ ਹੈਗੀ ਜੀ ਜਲੋਢੀ ਮਿੱਟੀ। ਇਹਨਾਂ ਮਿੱਟੀਆਂ ਨੇ ਲਗਭਗ 15 ਲੱਖ ਵਰਗ ਕਿਲੋਮੀਟਰ ਦੇ ਖੇਤਰ ਨੂੰ ਜਿਹੜਾ ਇਹ ਘੇਰਿਆ ਹੋਇਆ ਹੈ।
ਇਸ ਦਾ ਵਿਸਤਾਰ ਜਿਹੜਾ ਦੇਸ਼ ਦੇ ਉੱਤਰੀ ਅਤੇ ਦੱਖਣੀ ਦੋਵੇਂ ਭਾਗਾਂ ਦੇ ਵਿੱਚ ਮਿਲਦਾ ਹੈ। ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨੀ ਖੇਤਰਾਂ ਦੇ ਵਿੱਚ ਜ਼ਿਆਦਾਤਰ ਸਾਡਾ ਪੰਜਾਬ, ਹਰਿਆਣਾ ਇਸ ਤਰ੍ਹਾਂ ਦਾ ਏਰੀਆ ਜਿਹੜਾ ਦੇਖਣ ਨੂੰ ਮਿਲਦਾ ਹੈ। ਕੁਐਸਚਨ ਆ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਦੇਖਣ ਨੂੰ ਮਿਲਦੀ ਹੈ, ਤਾਂ ਉਹ ਹੈਗੀ ਜੀ ਜਲੋਢੀ ਮਿੱਟੀ। ਠੀਕ ਹੈ, ਇਹਨਾਂ ਮਿੱਟੀਆਂ ਦੇ ਵਿੱਚ ਪੋਟਾਸ਼, ਫਾਸਫੋਰਸ, ਚੂਨਾ ਜਿਹੜਾ ਹੈ ਇਹ ਦੇਖਣ ਨੂੰ ਮਿਲਦਾ ਹੈ। ਅਜਿਹੀ ਮਿੱਟੀ ਦਾ ਨਿਰਮਾਣ ਹਿਮਾਲਿਆ ਅਤੇ ਦੱਖਣੀ ਪਠਾਰ ਦੀਆਂ ਪਹਾੜੀ ਢਲਾਨਾਂ ਤੋਂ ਨਦੀਆਂ ਦੁਆਰਾ ਰੋੜ ਕੇ ਲਿਆਂਦੇ ਗਏ ਮਲਬੇ ਦੇ ਤਹਿਾਂ ਵਿੱਚ ਹੋਣ ਵਾਲੇ ਜਮਾਅ ਤੋਂ ਹੋਇਆ ਹੈ। ਜਲੋਢੀ ਮਿੱਟੀ ਦੇ 4 ਵੱਡੇ ਖੇਤਰ ਵੀ ਮਿਲਦੇ ਨੇ। ਪਹਿਲੀ ਹੈਗੇ ਜੀ ਦਰਿਆਈ, ਦੂਜਾ ਹੈਗਾ ਤਰਾਈ, ਤੀਜਾ ਡੈਲਟਾਈ ਤੇ ਚੌਥਾ ਤੱਟਵਰਤੀ। ਇਹਨਾਂ 4 ਟਾਈਪ ਦੀ ਜਿਹੜੀਆਂ ਮਿੱਟੀਆਂ ਦੇ ਵੱਡੇ ਖੇਤਰ ਨੇ ਇਹ। ਦਰਿਆਈ ਜਲੋਢੀ ਮਿੱਟੀ ਦੀ ਗੱਲ ਕਰੀਏ ਤਾਂ ਇਹ ਮਿੱਟੀ ਜਿਹੜੀ ਦਰਿਆਵਾਂ ਦੇ ਨਦੀ ਬੇਸਿਨਾਂ ਵਿੱਚ ਮਿਲਦੀ ਹੈ। ਗੰਗਾ, ਸਤਲੁਜ ਦੇ ਆਲੇ ਦੁਆਲੇ ਜਿਹੜੇ ਨੇ ਸਹਾਇਕ ਨਦੀਆਂ ਨੇ ਉਹਨਾਂ ਦੇ ਵਿਸ਼ਾਲ ਮਾਰਗਾਂ ਦੇ ਵਿੱਚ ਵੀ ਇਸਦਾ ਵਿਸਤਾਰ ਦੇਖਣ ਨੂੰ ਮਿਲਦਾ ਹੈ, ਜਿਸ ਦੇ ਵਿੱਚ ਕਿ 2 ਪ੍ਰਕਾਰ ਦੀ ਮਿੱਟੀ ਆ ਜਾਂਦੀ ਹੈ, ਖਾਡਰ ਮਿੱਟੀ, ਬਾਂਗਰ ਮਿੱਟੀ। ਬਾਂਗਰ ਮਿੱਟੀ ਇਸ ਨੂੰ ਜ਼ਰੂਰ ਯਾਦ ਕਰ ਲੈਣਾ, ਠੀਕ ਹੈ, ਤਰੀਕੇ ਨਾਲ, ਕਿਉਂਕਿ ਇਸ ਦੇ ਵਿੱਚ ਬਹੁਤ ਕੁਝ ਜਿਹੜਾ ਯਾਦ ਕਰਨ ਨੂੰ ਹੈਗਾ ਏ। ਉਸ ਤੋਂ ਬਾਅਦ ਹੈ ਤਰਾਈ ਜਲੋਢੀ ਮਿੱਟੀ। ਇਹ ਹਿਮਾਲਿਆ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਡੈਲਟਾਈ ਜਲੋਢੀ ਮਿੱਟੀ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਜਲੋਢੀ ਮਿੱਟੀਆਂ ਵਿੱਚ ਬਰੀਕ ਕਣਾਂ ਵਾਲੇ ਗਾਰੇ ਦੀ ਮਾਤਰਾ ਵੱਧ ਹੋਣ ਕਰਕੇ ਇਹ ਘੱਟ ਮੁਸਾਮਦਾਰ, ਸਿੱਲੀਆਂ, ਮੱਲੜਵਾਰੀਆਂ ਅਤੇ ਭਾਰੀ ਹੁੰਦੀਆਂ ਨੇ। ਇਹ ਸੁੰਦਰਬਨ ਦਾ ਡੈਲਟਾ ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ, ਜਿਸ ਦੀਆਂ ਮਿੱਟੀਆਂ ਚਾਵਲ ਅਤੇ ਪਟਸਨ ਦੀ ਖੇਤਰ ਦੇ ਵਿੱਚ ਸੰਸਾਰ ਦੇ ਲਈ ਪ੍ਰਸਿੱਧ ਨੇ। ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਹੈਗਾ ਜੀ ਤੱਟਵਰਤੀ ਜਲੋਢੀ ਮਿੱਟੀ। ਤਾਂ ਇਸ ਕਿਸਮ ਦੀ ਜਲੋਢੀ ਮਿੱਟੀਆਂ ਦਾ ਜਨਮ ਤੱਟਾਂ ਦੇ ਨਾਲ ਨਾਲ ਸਮੁੰਦਰੀ ਲਹਿਰਾਂ ਦੇ ਨਿਖੇਪ ਤੋਂ ਵੀ ਜਿਹੜਾ ਉਹ ਹੁੰਦਾ ਹੈ। ਪੱਛਮੀ ਤੱਟ ਦੇ ਮੁਕਾਬਲੇ ਇਹ ਜਿਹੜੇ ਨੇ ਪੂਰਬੀ ਤੱਟ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਨੇ। ਇਸ ਕਰਕੇ ਇਹਨਾਂ ਜਲੋਢੀ ਮਿੱਟੀ ਵਾਲੇ ਖੇਤਰਾਂ ਨੂੰ ਦੇਸ਼ ਦੇ ਕਣਕ ਅਤੇ ਚੌਲਾਂ ਦੇ ਕਟੋਰੇ ਵੀ ਕਿਹਾ ਜਾਂਦਾ ਹੈ। ਨੈਕਸਟ ਹੈਗਾ ਜੀ ਕਾਲੀ ਮਿੱਟੀ। ਠੀਕ ਹੈ, ਇਹ ਮਿੱਟੀਆਂ ਦੇਸ਼ ਦਾ ਲਗਭਗ 5.5 ਵਰਗ ਕਿਲੋਮੀਟਰ ਏਰੀਆ ਜਿਹੜਾ ਘੇਰਦੀਆਂ ਨੇ। ਕਿੱਥੇ ਮਿਲਦੀ ਹੈ ਇਹ? ਪੱਛਮ ਵਿੱਚ ਮੁੰਬਈ, ਮਹਾਰਾਸ਼ਟਰ ਤੋਂ ਲੈ ਕੇ ਪੂਰਬ ਵਿੱਚ ਜਿਹੜਾ ਹੈ ਉਹ ਅਮਰਕੰਟਕ ਹੋ ਗਿਆ, ਉੱਤਰ ਵਿੱਚ ਮੱਧ ਪ੍ਰਦੇਸ਼ ਤੋਂ ਲੈ ਕੇ ਦੱਖਣ ਵਿੱਚ ਕਰਨਾਟਕ ਤੱਕ ਤ੍ਰਿਭੁਜ ਆਕਾਰ ਵਿੱਚ ਫੈਲੀਆਂ ਜਿਹੜੀਆਂ ਨੇ ਇਹ ਮਿਲਦੀਆਂ ਨੇ। ਇਸ ਖੇਤਰ ਤੋਂ ਇਲਾਵਾ ਇਹ ਮਿੱਟੀਆਂ ਰਾਜਸਥਾਨ ਦੇ ਬੂੰਦੀ ਅਤੇ ਟਾਕ ਜ਼ਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਦੇ ਵਿੱਚ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਇਹਨਾਂ ਦੇ ਰਸਾਇਣਿਕ ਤੱਤ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਜੀਵਾਂਸ਼ਾਂ ਦੀ ਘਾਟ ਹੁੰਦੀ ਹੈ, ਪਰ ਲੋਹਾ, ਐਲੂਮੀਨੀਅਮ ਜਿਹੜੇ ਤੱਤ ਨੇ ਉਹ ਭਾਰੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇਹ ਮਿੱਟੀ ਜਵਾਲਾਮੁਖੀ ਲਾਵੇ ਦੇ ਫਟਣ ਤੋਂ ਬਾਅਦ ਬਣੀਆਂ ਹੋਈਆਂ ਅਗਨੀ ਚਟਾਨਾਂ ਤੋਂ ਟੁੱਟ ਕੇ ਬਣਦੀਆਂ ਨੇ। ਠੀਕ ਹੈ, ਇਸ ਵਿੱਚ ਲੋਹੇ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੰਗ ਜਿਹੜਾ ਇਸਦਾ ਕਾਲਾ ਹੁੰਦਾ ਹੈ। ਇਹਨਾਂ ਵਿੱਚ ਬਲਾਸਟ ਅਤੇ ਚੀਕਣੀ ਮਿੱਟੀ ਦੇ ਅੰਸ਼ ਜਿਹੜੇ ਨੇ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਰੇਗੁਰ ਮਿੱਟੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਕੁਐਸਚਨ ਆ ਸਕਦਾ ਕਿਹੜੀ ਮਿੱਟੀ ਨੂੰ ਰੇਗੁਰ ਮਿੱਟੀ ਕਹਿੰਦੇ ਨੇ। ਇਹ ਸਖਤ ਅਤੇ ਅਪਾਰਗਾਮੀ ਅਤੇ ਗੂੜੇ ਰੰਗ ਵਾਲੀ ਮਹੀਨ ਕਣਾਂ ਦੇ ਗਠਨ ਦੇ ਨਾਲ ਜਿਹੜੀ ਹੈ ਉਹ ਬਣਦੀਆਂ ਨੇ। ਇਹ ਮਿੱਟੀਆਂ ਬਹੁਤ ਜ਼ਿਆਦਾ ਉਪਜਾਊ ਹੋਣ ਕਰਕੇ ਵਪਾਰਕ ਫਸਲਾਂ ਪੈਦਾ ਕਰਨ ਲਈ ਫਾਇਦੇਮੰਦ ਨੇ। ਇਸ ਕਰਕੇ ਇਹਨਾਂ ਵਿੱਚ ਕਣਕ, ਗੰਨਾ, ਅਲਸੀ, ਸੂਰਜਮੁਖੀ, ਬਾਜਰਾ ਵਰਗੇ ਜਿਹੜੇ ਨੇ ਫਸਲਾਂ ਦਾ ਭਰਪੂਰ ਝਾੜ ਲਿਆ ਜਾਂਦਾ ਹੈ। ਕਪਾਹ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਇਸ ਦਾ ਰੰਗ ਕਾਲਾ ਹੋਣ ਕਰਕੇ ਅਤੇ ਕਈ ਵਾਰੀ ਇਹਨਾਂ ਮਿੱਟੀਆਂ ਨੂੰ ਕਪਾਹੀ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ। ਇਹ 3-4 ਪੁਆਇੰਟਸ ਯਾਦ ਨੇ। ਕਿਹੜੀ ਫਸਲ ਕਾਲੀ ਮਿੱਟੀ ਦੇ ਦੁਆਰਾ ਜਿਹੜੀ ਹੈ ਉਗਾਈ ਜਾਂਦੀ ਹੈ। ਠੀਕ ਹੈ, ਸੈਕਿੰਡ ਹੈ ਕਪਾਹ, ਸਭ ਤੋਂ ਜ਼ਿਆਦਾ ਜਿਹੜੀ ਹੈ ਕਾਲੀ ਮਿੱਟੀ ਦੇ ਥਰੂ ਹੀ ਕੀਤੀ ਜਾਂਦੀ ਹੈ ਪੈਦਾ। ਥਰਡ, ਇਸ ਨੂੰ ਕਪਾਹੀ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਥਰਡ ਹੈਗੀ ਜੀ ਲਾਲ ਮਿੱਟੀ। ਇਹ ਮਿੱਟੀਆਂ ਲਗਭਗ 2 ਲੱਖ ਵਰਗ ਮੀਲ ਦੇ ਖੇਤਰ ਦੇ ਵਿੱਚ ਫੈਲੀਆਂ ਹੋਈਆਂ ਨੇ। ਕਿੱਥੇ ਮਿਲਦੀਆਂ ਨੇ? ਦੱਖਣ ਦੀ ਪਠਾਰ ਦੇ ਕਾਲੀ ਮਿੱਟੀਆਂ ਵਾਲੇ ਖੇਤਰਾਂ ਦੇ ਚਾਰੇ ਪਾਸੇ ਫੈਲੀਆਂ ਹੋਈਆਂ ਨੇ। ਇਹਨਾਂ ਦਾ ਵਿਸਥਾਰ ਲਗਭਗ ਸਾਰਾ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਵਾਲੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਇਹਨਾਂ ਮਿੱਟੀਆਂ ਦਾ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚਟਾਨਾਂ ਕਰਕੇ ਤਬਦੀਲ ਹੋ ਜਾਣ ਦੇ ਵਿੱਚ ਹੋ ਜਾਂਦਾ ਹੈ। ਇਹਨਾਂ ਮਿੱਟੀਆਂ ਦਾ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚਟਾਨਾਂ ਵਿੱਚ ਤਬਦੀਲ ਹੋਣ ਕਰਕੇ ਹੁੰਦਾ ਹੈ, ਜੋ ਕਿ ਲੋਹੇ ਦੇ ਫੈਰੋ ਆਕਸਾਈਡ ਦੁਆਰਾ ਰੇਤ ਅਤੇ ਚੀਕਣੀ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ। ਠੀਕ ਹੈ, ਇਸ ਦੇ ਵਿੱਚ ਗ੍ਰੇਨਾਈਟ, ਸ਼ੀਸ਼ੇ ਅਤੇ ਨੀਸ ਵਰਗੀਆਂ ਚਟਾਨਾਂ ਦੇ ਰਵੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਇਹ ਮਿੱਟੀਆਂ ਘੱਟ ਵਰਖਾ ਵਾਲੇ ਖੇਤਰਾਂ ਦੇ ਵਿੱਚ ਮਿਲਣ ਕਰਕੇ ਕੰਕਰੀਲੀਆਂ ਅਤੇ ਬਜਰੀ ਵਾਲੀ ਹੁੰਦੀਆਂ ਨੇ, ਜੋ ਕਿ ਵੱਧ ਮੁਸਾਮਦਾਰ ਹੁੰਦੀਆਂ ਨੇ। ਵਰਖਾ ਦੇ ਦਿਨਾਂ ਵਿੱਚ ਇਹ ਜ਼ਿਆਦਾ ਭਾਰੀ ਹੋਣ ਕਰਕੇ ਵਾਹੀਆਂ ਨਹੀਂ ਜਾ ਸਕਦੀਆਂ। ਇਹ ਅਮੋਨੀਆ, ਸੁਪਰ ਫਾਸਫੇਟ, ਕੰਪੋਸਟ ਖਾਦ ਦੀ ਵਰਤੋਂ ਦੇ ਨਾਲ ਸਿੰਜਾਈ ਤੇ ਵੱਧ ਝਾੜ ਜਿਹੜੀਆਂ ਨੇ ਉਹ ਦਿੰਦੀਆਂ ਨੇ। ਉਸ ਤੋਂ ਬਾਅਦ ਹੈਗਾ ਜੀ ਲੈਟਰਾਈਟ ਮਿੱਟੀ। ਇਹ ਮਿੱਟੀਆਂ ਕੇਵਲ 30 ਮਿਲੀਅਨ ਏਕੜ ਦਾ ਰਕਬਾ ਘੇਰਦੇ ਹੋਏ 2.5 ਲੱਖ ਵਰਗ ਕਿਲੋਮੀਟਰ ਦੇ ਖੇਤਰ ਦੇ ਵਿੱਚ ਦੇਸ਼ ਦੇ ਕੁੱਲ ਮਿੱਟੀ ਦੇ ਖੇਤਰ ਦਾ ਕੇਵਲ 4% ਹਿੱਸੇ ਦੇ ਵਿੱਚ ਜਿਹੜੀਆਂ ਨੇ ਉਹ ਮਿਲਦੀਆਂ ਨੇ। ਲੈਟਰਾਈਟ ਮਿੱਟੀਆਂ ਦਾ ਵਿਸਥਾਰ ਜਿਹੜਾ ਵਿੰਧਿਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ ਇਹਨਾਂ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹਨਾਂ ਵਿੱਚ ਨਾਈਟ੍ਰੋਜਨ, ਚੂਨਾ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਜਿਹੇ ਤੱਤਾਂ ਦੀ ਘਾਟ ਹੁੰਦੀ ਹੈ, ਪਰ ਲੋਹਾ ਤੇ ਐਲੂਮੀਨੀਅਮ ਦੇ ਆਕਸਾਈਡ ਜਿਹੜੇ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਮਿਲਣ ਕਰਕੇ ਇਹਨਾਂ ਦਾ ਸੁਭਾਅ ਤੇਜ਼ੀ ਹੋ ਜਾਂਦਾ ਹੈ। ਠੀਕ ਹੈ, ਇਹ ਮਿੱਟੀਆਂ ਗਰਮ ਉਸ਼ਨਖੰਡੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਜਿੱਥੇ ਕਿ ਜ਼ਿਆਦਾ ਵਰਖਾ ਹੋਣ ਕਰਕੇ ਚੂਨਾ, ਸਿਲਿਕਾ ਅਤੇ ਹੋਰ ਨਮਕ ਘੁਲ ਕੇ ਜਿਹੜੇ ਨੇ ਇਸ ਦੇ ਵਿੱਚ ਰੁੜ ਜਾਂਦੇ ਨੇ ਅਤੇ ਪਿੱਛੇ ਜਿਹੜੇ ਨੇ ਕੇਵਲ ਲੋਹੇ ਅਤੇ ਐਲੂਮੀਨੀਅਮ ਦੇ ਆਕਸਾਈਡ ਹੀ ਰਹਿ ਜਾਂਦੇ ਨੇ। ਜੇਕਰ ਕਿਸੇ ਖੇਤਰ ਵਿੱਚ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਰਹਿ ਜਾਵੇ ਤਾਂ ਉਹ ਬਾਕਸਾਈਟ ਕੱਚੀ ਧਾਤ ਬਣ ਜਾਂਦੀ ਹੈ।
ਲੋਹੇ ਦੇ ਆਕਸਾਈਡ ਇਸ ਮਿੱਟੀ ਨੂੰ ਲਾਲ ਰੰਗ ਕਰ ਦਿੰਦੇ ਨੇ। ਇਹ ਲਾਲ ਮਿੱਟੀ ਜਿਹੜੀ ਹੈ ਉਸ ਤੋਂ ਕੁਛ ਵੱਖਰੀ ਹੁੰਦੀ ਹੈ। ਲੈਟਰਾਈਟ ਸ਼ਬਦ ਦਾ ਮੀਨਿੰਗ ਹੀ ਇੱਟ ਵਰਗਾ ਹੋਣ ਤੋਂ ਹੈ। ਇਹ ਮਿੱਟੀ ਬਹੁਤ ਹੀ ਪਥਰੀਲੀ, ਅਣਉਪਜਾਊ ਅਤੇ ਮੁਸਾਮਦਾਰ ਹੁੰਦੀ ਹੈ। ਉਸ ਤੋਂ ਬਾਅਦ ਹੈਗਾ ਜੀ ਮਾਰੂਥਲੀ ਮਿੱਟੀ। ਇੱਕ ਪੁਆਇੰਟ ਹੋਰ ਹੈ ਕਿ ਲੈਟਰਾਈਟ ਮਿੱਟੀ ਵਿੱਚ ਹੋਰ ਫਸਲਾਂ ਨੂੰ ਛੱਡ ਕੇ ਕੇਵਲ ਕਾਜੂ ਅਤੇ ਟੌਪਿਕਾ ਜਿਹੀ ਫਸਲਾਂ ਜਿਹੜੀਆਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਨੇ। ਕਿਹੜੀ? ਕਾਜੂ ਅਤੇ ਟੌਪਿਕਾ ਨਾਮ ਦੀ ਫਸਲ। ਮਾਰੂਥਲੀ ਮਿੱਟੀ ਲਗਭਗ 1.5 ਲੱਖ ਵਰਗ ਕਿਲੋਮੀਟਰ ਖੇਤਰ ਘੇਰਦੀ ਹੈ। ਇਸ ਦਾ ਵਿਸਥਾਰ ਸਿੰਧ ਨਦੀ ਤੋਂ ਲੈ ਕੇ ਪੂਰਬ ਵਿੱਚ ਅਰਾਵਲੀ ਪਰਬਤਾਂ ਤੱਕ ਹੈ। ਇਸ ਵਿੱਚ ਘੁਲਣਸ਼ੀਲ ਨਮਕਾਂ ਦੀ ਮਾਤਰਾ ਬਹੁਤ ਜ਼ਿਆਦਾ ਹੈ, ਪਰ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਵਿੱਚ ਵਖਰੇਵਾਂ ਜਿਹੜਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਮਾਰੂਥਲੀ ਮਿੱਟੀਆਂ ਵਿੱਚ ਨਾਈਟ੍ਰੋਜਨ ਅਤੇ ਮੱਲੜ ਦੀ ਸਖਤ ਘਾਟ ਹੁੰਦੀ ਹੈ। ਇਹਨਾਂ ਮਿੱਟੀਆਂ ਵਿੱਚ 92% ਰੇਤ ਅਤੇ ਕੇਵਲ 8% ਚਿੱਕਣੀ ਮਿੱਟੀ ਹੁੰਦੀ ਹੈ। ਵੈਰੀ ਇੰਪੋਰਟੈਂਟ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਇਹ ਮਿੱਟੀ ਸਭ ਤੋਂ ਵੱਧ ਮੁਸਾਮਦਾਰ, ਖੁਸ਼ਕ, ਮੋਟੇ ਕਣਾਂ ਵਾਲੀ ਅਤੇ ਘੱਟ ਉਪਜਾਊ ਹੁੰਦੀ ਹੈ। ਇਸ ਮਿੱਟੀ ਨੂੰ ਸਿਰੋਜ਼ਮ ਮਿੱਟੀ ਵੀ ਜਿਹੜਾ ਉਹ ਕਿਹਾ ਜਾਂਦਾ ਹੈ, ਠੀਕ ਹੈ। ਕਿਹੜੀਆਂ ਫਸਲਾਂ ਹੁੰਦੀਆਂ ਨੇ? ਤਾਂ ਜਵਾਰ, ਬਾਜਰਾ, ਕਪਾਹ, ਕਣਕ, ਗੰਨਾ, ਸਬਜ਼ੀਆਂ ਜਿਹੜੀਆਂ ਨੇ ਇਸੇ ਮਿੱਟੀ ਦੇ ਵਿੱਚ ਉਗਾਈਆਂ ਜਾਂਦੀਆਂ ਨੇ। ਜ਼ਰੂਰ ਕਾਪੀ 'ਤੇ ਨਾਲ ਨੋਟ ਕਰਦੇ ਰਹਿਣਾ। ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ। ਤੁਸੀਂ ਉੱਥੋਂ ਡਾਊਨਲੋਡ ਕਰਕੇ ਜਿਹੜਾ ਇਸ ਨੂੰ ਪੜ੍ਹ ਸਕਦੇ ਹੋ, ਆਪਣੇ ਨੋਟਸ ਜਿਹੜੇ ਨੇ ਉਹ ਬਣਾ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਖਾਰੀ ਅਤੇ ਤੇਜ਼ਾਬੀ ਮਿੱਟੀ। ਇਹ ਜਿਹੜੀ ਮਿੱਟੀ ਹੈ ਅੰਦਰੂਨੀ ਅਤੇ ਤਟਵਰਤੀ ਭਾਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਠੀਕ ਹੈ, ਪੰਜਾਬ ਦੇ ਦੱਖਣੀ ਭਾਗ ਦੇ ਛੋਟੇ ਮੋਟੇ ਟੁਕੜਿਆਂ ਦੇ ਵਿੱਚ ਇਹ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਖਾਰੀਆਂ ਮਿੱਟੀਆਂ ਵਿੱਚ ਸੋਡੀਅਮ ਭਾਵੇਂ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ, ਲੇਕਿਨ ਨਾਈਟ੍ਰੋਜਨ ਵਰਗੇ ਮਿਸ਼ਰਿਤ ਰੂਪ ਦੇ ਵਿੱਚ ਜਿਹੜੇ ਨੇ ਇਸਦੇ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਨਾਈਟ੍ਰੋਜਨ ਵਿੱਚ ਇਹ ਜਿਹੜੇ ਨੇ ਮਿਸ਼ਰਿਤ ਰੂਪ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤੇਜ਼ਾਬੀ ਮਿੱਟੀਆਂ ਵਿੱਚ ਕੈਲਸ਼ੀਅਮ ਅਤੇ ਨਾਈਟ੍ਰੋਜਨ ਦੀ ਘਾਟ ਹੁੰਦੀ ਹੈ। ਅੰਦਰੂਨੀ ਖੇਤਰਾਂ ਵਿੱਚ ਖਾਰੀ ਮਿੱਟੀ ਦਾ ਜਨਮ ਕਮਜ਼ੋਰ ਜਲ ਨਿਕਾਸ ਅਤੇ ਉੱਚੇ ਜਲ ਸਤਰ ਕਰਕੇ ਹੁੰਦਾ ਹੈ। ਅਜਿਹੀ ਨਮਕੀਨ ਮਿੱਟੀ ਨੂੰ ਦੇਸ਼ ਦੇ ਅੰਦਰ ਸਥਾਨਕ ਭਾਸ਼ਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਔਸੜ ਜਾਂ ਰੇਹ ਕਹਿੰਦੇ ਨੇ, ਪੰਜਾਬ ਵਿੱਚ ਘੱਲਰ ਜਾਂ ਥੁੜ ਕਹਿੰਦੇ ਨੇ, ਅਤੇ ਹੋਰ ਭਾਗਾਂ ਦੇ ਵਿੱਚ ਰੱਕੜ, ਕਾਰਲ, ਛੋਂਪਾ ਮਿੱਟੀ ਵੀ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਇਹਨਾਂ ਮਿੱਟੀਆਂ ਨੂੰ ਸਿੰਜਾਈ ਦੇ ਸੁਧਰੇ ਹੋਏ ਆਪਣੇ ਤਰੀਕੇ ਅਪਣਾ ਕੇ ਚੂਨਾ ਅਤੇ ਜਿਪਸਮ ਦੀ ਵਰਤੋਂ ਕਰਕੇ ਅਤੇ ਨਮਕ ਵਿਰੋਧੀ ਫਸਲਾਂ ਬਰਸੀਮ, ਗੰਨਾ ਅਤੇ ਚੌਲ ਦੀ ਕਾਸ਼ਤ ਕਰਕੇ ਸੁਧਾਰਿਆ ਜਾ ਸਕਦਾ ਹੈ। ਕਿਹੜੀ ਫਸਲ ਨਮਕ ਵਿਰੋਧੀ ਹੈ? ਬਰਸੀਮ, ਗੰਨਾ, ਚੌਲ। ਉਸ ਤੋਂ ਬਾਅਦ ਹੈਗੀ ਜੀ ਪੀਟ ਅਤੇ ਦਲਦਲੀ ਮਿੱਟੀ। ਲਗਭਗ 50 ਵਰਗ ਕਿਲੋਮੀਟਰ ਦੇ ਖੇਤਰਾਂ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ, ਠੀਕ ਹੈ। ਇਹਨਾਂ ਦਾ ਰੰਗ ਜੈਵਿਕ ਪਦਾਰਥਾਂ ਦੇ ਬਹੁਤ ਜ਼ਿਆਦਾ ਮਾਤਰਾ ਵਿੱਚ ਗਲਣ ਸੜਨ ਕਰਕੇ ਕਾਲਾ ਅਤੇ ਤੇਜ਼ਾਬੀ ਸੁਭਾਅ ਵਾਲਾ ਹੋ ਜਾਂਦਾ ਹੈ, ਜਿਸ ਕਰਕੇ ਇਹਨਾਂ ਪੀਟ ਯਾਨੀ ਕਿ ਕੋਲੇ ਦੀ ਇੱਕ ਕਿਸਮ ਹੁੰਦੀ ਹੈ। ਇਹਨਾਂ ਮਿੱਟੀਆਂ ਨੂੰ ਕੇਰਲਾ ਵਿੱਚ ਕਾਰੀ ਮਿੱਟੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਬਹੁਤ ਸਾਰੇ ਨਮਕ ਜਿਹੜੇ ਨੇ ਉਹ ਘੁਲੇ ਹੁੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਪਰਬਤੀ ਮਿੱਟੀ। ਇਹ ਮਿੱਟੀਆਂ ਕੁੱਲ ਮਿੱਟੀ ਖੇਤਰ ਦੇ ਲਗਭਗ 7.2% ਹਿੱਸੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਪਰਬਤੀ ਢਲਾਨਾਂ ਦੇ ਇਹਨਾਂ ਦੀ ਬਹੁਤ ਪਤਲੀ ਜਿਹੜੀ ਹੈ ਤਹਿ ਹੁੰਦੀ ਹੈ, ਪਰ ਡੂੰਘੇ ਅਤੇ ਨੀਵੀਂ ਪਹਾੜੀਆਂ ਦੇ ਵਿੱਚ ਇਹ ਕੁਝ ਸੈਂਟੀਮੀਟਰ ਤੋਂ 2 ਮੀਟਰ ਤੱਕ ਜਿਹੜੀਆਂ ਨੇ ਉਹ ਡੂੰਘੀਆਂ ਹੋ ਸਕਦੀਆਂ ਨੇ। ਇਸੇ ਕਰਕੇ ਇਹਨਾਂ ਨੂੰ ਚਾਹ ਦੀ ਮਿੱਟੀ ਕਹਿੰਦੇ ਨੇ, ਕਿਉਂਕਿ ਇੱਥੇ ਜਿਹੜੀ ਹੈ ਚਾਹ ਦੀ ਖੇਤੀ ਜਿਹੜੀ ਮਿੱਟੀ ਵੀ ਕਹਿੰਦੇ ਨੇ, ਕਿਉਂਕਿ ਇਹ ਚਾਹ ਦੀ ਖੇਤੀ ਦੇ ਲਈ ਬਹੁਤ ਹੀ ਅਨੁਕੂਲ ਹੈ। ਪਹਾੜੀ ਢਲਾਨਾਂ ਅਤੇ ਕੁਦਰਤੀ ਜੰਗਲਾਂ ਦੇ ਉਗਾਉਣ ਕਰਕੇ ਇਹਨਾਂ ਨੂੰ ਜੰਗਲੀ ਮਿੱਟੀਆਂ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਵਿਸਥਾਰ ਹਿਮਾਲਿਆ ਦੇ ਕੁਛ ਏਰੀਆ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਮਿੱਟੀ ਦਾ ਕਟਾਅ। ਤਾਂ ਇਹ ਕੁਛ ਹੈਗੀਆਂ ਸੀ ਆਪਣੇ ਕੋਲ ਮਿੱਟੀਆਂ ਦੀਆਂ ਕਿਸਮਾਂ, ਜਿਸ ਦੇ ਵਿੱਚ ਵੀ ਕੁਛ ਇੰਪੋਰਟੈਂਟ ਪੁਆਇੰਟਸ ਜਿਹੜੇ ਤੁਸੀਂ ਨੋਟ ਕਰ ਲਏ ਹੋਣੇ, ਠੀਕ ਹੈ, ਜਾਂ ਫਿਰ ਬਾਅਦ ਦੇ ਵਿੱਚ ਇਕੱਠੇ ਨੋਟ ਕਰ ਲੈਣਾ। ਮਿੱਟੀ ਦੀ ਕਟਾਅ ਦੀ ਗੱਲ ਕਰੀਏ ਤਾਂ ਲਗਭਗ 15 ਤੋਂ 30 ਸੈਂਟੀਮੀਟਰ ਮੋਟੀ ਤਹਿ ਦੇ ਭੌਤਿਕ ਜਾਂ ਗੈਰ ਭੌਤਿਕ ਤੱਤਾਂ ਦੁਆਰਾ ਆਪਣੇ ਮੂਲ ਸਥਾਨ ਤੋਂ ਟੁੱਟਣ ਜਾਂ ਹਟਣ ਨੂੰ ਮਿੱਟੀ ਦਾ ਕਟਾਅ ਕਹਿੰਦੇ ਨੇ। ਇਹ 3 ਪ੍ਰਕਾਰ ਦਾ ਹੋ ਸਕਦਾ ਹੈ। ਤਹਿਦਾਰ ਕਟਾਅ, ਜਿਸ ਦੇ ਵਿੱਚ ਪੌਣ ਜਾਂ ਦਰਿਆਈ ਪਾਣੀ ਦੁਆਰਾ ਲੰਬੇ ਸਮੇਂ ਤੱਕ ਵਹਿਣ ਤੋਂ ਬਾਅਦ ਧਰਾਤਲ 'ਤੇ ਵਿਛੀ ਉੱਪਰਲੀ ਤਹਿ ਨੂੰ ਪੂਰੇ ਦਾ ਪੂਰਾ ਘੋਲ, ਖੋਰ ਜਾਂ ਉਡਾ ਕੇ ਦੂਜੇ ਸਥਾਨਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੈਕਿੰਡ ਹੈ ਨਾਲੀਦਾਰ ਕਟਾਅ। ਮੋਹਲੇ ਧਾਰ ਜਿਹੜਾ ਬਾਰਿਸ਼ ਹੈ ਉਸਦੇ ਸਮੇਂ ਵਾਧੂ ਪਾਣੀ ਦੇ ਘੱਟ ਚੌੜਾਈ ਵਾਲੀਆਂ ਨਾਲੀਆਂ ਬਣਾ ਕੇ ਚੱਲਣ ਨਾਲ ਧਰਾਤਲ 'ਤੇ ਲੰਬੀਆਂ ਖਾਈਆਂ ਜਾਂ ਚੋਅ ਬਣਾ ਦਿੱਤੇ ਜਾਂਦੇ ਨੇ। ਥਰਡ ਹੈ ਖੱਡੇਦਾਰ ਕਟਾਅ। ਪੌਣ ਜਾਂ ਪਾਣੀ ਦੁਆਰਾ ਧਰਾਤਲ ਦੇ ਖਾਸ ਸਥਾਨਾਂ 'ਤੇ ਮਿੱਟੀ ਨੂੰ ਉਡਾਉਣ ਜਾਂ ਘੋਲਣ ਤੋਂ ਬਾਅਦ ਡੂੰਘੇ ਟੋਏ ਜਿਹੜੇ ਨੇ ਉਹ ਬਣਾ ਦਿੱਤੇ ਜਾਂਦੇ ਨੇ, ਜੋ ਕਿ ਹੋਰ ਵੱਡੇ ਹੋ ਜਾਂਦੇ ਨੇ, ਠੀਕ ਹੈ। ਇਹ ਤਿੰਨੋਂ ਕਿਸਮ ਦੀ ਮਿੱਟੀ ਦੇ ਕਟਾਅ ਦੇ ਕਰਕੇ ਜਿਹੜਾ ਇਹ ਤਿੰਨੋਂ ਕਿਸਮ ਦੇ ਮਿੱਟੀ ਦੇ ਕਟਾਅ ਨਾਲ ਦੇਸ਼ ਦੇ ਵੱਖ-ਵੱਖ ਭਾਗ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ। ਕਿਹੜੇ ਖੇਤਰ ਹੁੰਦੇ ਨੇ ਜੀ ਪ੍ਰਭਾਵਿਤ? ਜਿਵੇਂ ਕਿ ਬਾਹਰੀ ਹਿਮਾਲਿਆ ਦੀ ਗੱਲ ਕਰੀਏ, ਇਸ 'ਤੇ ਵਿੱਚ ਜ਼ਮੀਨ ਦਾ ਖਿਸਕਾਅ ਅਤੇ ਦਰਾੜੀ ਕਿਰਿਆ ਜਿਹੜੀ ਆ ਉਹ ਵੀ ਵੱਧ ਜਾਂਦੀ ਹੈ। ਪੰਜਾਬ ਵਿੱਚ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਾ ਹੋ ਗਿਆ, ਠੀਕ ਹੈ, ਉੱਥੇ ਵੀ ਜਿਹੜੀਆਂ ਨੇ ਨਾਲਿਆਂ ਅਤੇ ਚੋਆਂ ਦੀ ਬਨਸਪਤੀ ਦੀ ਘਾਟ ਕਾਰਨ ਜ਼ਮੀਨ ਨੂੰ ਬੰਜਰ ਬਣਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿੱਟੀ ਦਾ ਕਟਾਅ ਜਿਹੜਾ ਦੱਖਣੀ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮਿੱਟੀ ਦੇਸ਼ ਦੇ ਉੱਤਰ ਪੂਰਬੀ ਰਾਜਾਂ ਵਿੱਚ ਪੱਛਮੀ ਬੰਗਾਲ ਸਮੇਤ ਭਾਰੀ ਵਰਖਾ, ਹੜ੍ਹ ਅਤੇ ਨਦੀ ਦੇ ਕੰਢਿਆਂ ਦੀ ਖੁੱਲ੍ਹੀ ਕਟਾਈ ਨਾਲ ਕਈ ਸੈਂਕੜੇ ਟਨ ਬੰਗਾਲ ਦੀ ਮਿੱਟੀ ਵਿੱਚ ਜਿਹੜੇ ਨੇ ਉਹ ਸੁੱਟੀ ਜਾਂਦੇ ਨੇ,
ਠੀਕ ਹੈ। ਕੀ ਕਾਰਨ ਨੇ ਇਸਦੇ ਕਾਰਨ ਇਹੀ ਨੇ ਕਿ ਭੌਤਿਕ ਤੱਤਾਂ ਵਿੱਚ ਮਿੱਟੀ ਦਾ ਵਧੇਰੇ ਕਟਾਅ, ਉੱਚਾ ਤਾਪਮਾਨ, ਬਰਫੀਲੇ ਤੂਫਾਨ, ਤੇਜ਼ ਹਨੇਰੀਆਂ, ਇਹ ਸਾਰੇ ਜਿਹੜੇ ਨੇ ਇਸ ਦੇ ਵਿੱਚ ਆਉਂਦੇ ਨੇ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਗਈ, ਠੀਕ ਹੈ। ਆਵਾਜਾਈ, ਦੂਰ ਸੰਚਾਰ, ਇਹਨਾਂ ਸਾਰਿਆਂ ਦੇ ਜਿਹੜੇ ਨੇ ਤੱਤ ਨੇ ਜਿਹੜੇ ਇਹ ਜ਼ਿੰਮੇਵਾਰ ਬਣਦੇ ਨੇ। ਉਸ ਤੋਂ ਬਾਅਦ ਹੈ ਮਿੱਟੀ ਦੀ ਸੰਭਾਲ। ਤਾਂ ਮਿੱਟੀ ਦੀ ਸੰਭਾਲ ਦੇ ਲਈ ਸਰਕਾਰ ਨੇ 1953 ਦੇ ਵਿੱਚ ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸੰਸਥਾ ਅਤੇ ਸਰਕਾਰਾਂ ਨੇ ਮਿੱਟੀ ਜਾਂਚ ਕੇਂਦਰ ਖੋਲ੍ਹ ਕੇ ਮਿੱਟੀ ਦੇ ਕਟਾਅ ਦੀਆਂ ਗੰਭੀਰ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਤੋਂ ਇਲਾਵਾ ਹਰੇਕ 5 ਸਾਲਾ ਯੋਜਨਾ ਜਿਹਦੇ ਵਿੱਚ ਮਿੱਟੀ ਸੁਰੱਖਿਆ ਦੇ ਲਈ ਜਿਹੜੇ ਨੇ ਉਹ ਟੀਚੇ ਮਿੱਥੇ ਜਾਂਦੇ ਨੇ, ਠੀਕ ਹੈ ਜੀ। ਵੈਰੀ ਇੰਪੋਰਟੈਂਟ ਹੈ। ਪਹਾੜੀ ਖੇਤਰਾਂ ਵਿੱਚ ਭੇਡਾਂ, ਬੱਕਰੀਆਂ ਅਤੇ ਊਠਾਂ ਦੁਆਰਾ ਬੇਰੋਕ ਟੋਕ ਚਰਾਈ ਤੇ ਨਿਯੰਤਰਣ ਕਰਕੇ ਹੋਰ ਦਰੱਖਤ ਲਗਾ ਕੇ ਕੁਦਰਤੀ ਬਨਸਪਤੀ ਦੀ ਸੰਭਾਲ ਕੀਤੀ ਜਾ ਰਹੀ ਹੈ। ਝਾਰਖੰਡ ਸਰਕਾਰ ਨੇ ਛੋਟਾ ਨਾਗਪੁਰ ਦੀ ਪਠਾਰ ਦੇ ਸਥਾਨ 'ਤੇ ਅੰਤਰੀ ਖੇਤੀ ਦੇ ਲਈ ਵੀ ਜਿਹੜੇ ਨੇ ਉਹ ਸਖਤ ਨਿਯਮ ਬਣਾਏ ਨੇ। ਅੰਤ ਵਿੱਚ ਮਿੱਟੀ ਦੀ ਸੰਭਾਲ ਦੇ ਲਈ ਸਰਕਾਰ ਤੋਂ ਇਲਾਵਾ ਸਾਡੇ ਸਾਰਿਆਂ ਦਾ ਵੀ ਨੈਤਿਕ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੁਆਲੇ ਦੀ ਮਿੱਟੀ ਅਤੇ ਬਨਸਪਤੀ ਨੂੰ ਜਿਹੜਾ ਹੈ ਉਹ ਸਾਂਭ ਕੇ ਰੱਖੀਏ। ਇਹ ਅੱਜ ਦਾ ਚੈਪਟਰ, ਠੀਕ ਹੈ, ਪੂਰਾ ਚੈਪਟਰ ਸੀ ਇਹ। ਆਈ ਹੋਪ ਤੁਹਾਨੂੰ ਜਿਹੜਾ ਪੂਰਾ ਚੈਪਟਰ ਸਮਝ ਆਏਗਾ। ਹੁਣ ਆਪਾਂ ਇਸਦੇ MCQ ਸੋਲਵ ਕਰਾਂਗੇ, ਲਗਭਗ 10 ਕੁਐਸਚਨ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਇਸਦੇ ਜਿਹੜੇ ਨੇ ਨੋਟਸ ਜ਼ਰੂਰ ਕੰਟੀਨਿਊ ਬਣਾਓ, ਕਿਉਂਕਿ ਐਟ ਦੀ ਐਂਡ ਮੂਮੈਂਟ ਤੁਹਾਨੂੰ ਜਿਹੜੇ ਨੇ ਨੋਟਸ ਬਹੁਤ ਹੀ ਜ਼ਿਆਦਾ ਹੈਲਪ ਕਰਨਗੇ। ਕਲੀਅਰ? ਤਾਂ ਆਓ ਹੁਣ ਆਪਾਂ ਅੱਗੇ ਇਸਦੇ MCQ ਸੋਲਵ ਕਰਦੇ। ਸਭ ਤੋਂ ਪਹਿਲਾ ਕੁਐਸਚਨ ਹੈ, ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਦਾ 40% ਹਿੱਸਾ ਜਿਹੜਾ ਵਿਦੇਸ਼ੀ ਜਾਤੀਆਂ ਦਾ ਹੈ, ਇਹਨਾਂ ਨੂੰ ਕੀ ਕਹਿੰਦੇ ਹਨ? ਤਾਂ ਇਹਨਾਂ ਨੂੰ ਕਹਿੰਦੇ ਨੇ ਜੀ ਬੋਰੀਅਲ ਅਤੇ ਪੈਲਿਓ ਉਸ਼ਨਖੰਡੀ। ਸੈਕਿੰਡ ਹੈ, ਸਥਾਨਕ ਜਲਵਾਯੂ ਅਤੇ ਮਿੱਟੀ ਦੇ ਅਨੁਸਾਰ ਪੈਦਾ ਹੋਣ ਵਾਲੀ ਕੁਦਰਤੀ ਬਨਸਪਤੀ ਦੇਸ਼ ਦੇ ਕਿਹੜੇ ਭਾਗਾਂ ਦੇ ਵਿੱਚ ਮਿਲਦੀ ਹੈ? ਤਾਂ ਇਹ ਮਿਲਦੀ ਹੈ ਜੀ ਪ੍ਰਾਇਦੀਪੀ ਪਠਾਰ ਭਾਗਾਂ ਦੇ ਵਿੱਚ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਭਾਰਤ ਦੇ ਨਕਸ਼ੇ ਵਿੱਚ ਉਹਨਾਂ ਰਾਜਾਂ ਦੀ ਪਹਿਚਾਣ ਕਰੋ ਜਿਨ੍ਹਾਂ ਵਿੱਚ ਜ਼ਿਆਦਾ ਅਤੇ ਘੱਟ ਭੂਮੀ ਜੰਗਲਾਂ ਹੇਠ ਆਉਂਦੀ ਹੈ। ਇਹ ਤੁਹਾਨੂੰ ਇੱਥੇ ਨਿਸ਼ਾਨ ਬਣੇ ਹੋਏ ਨੇ, ਕਿਹੜੇ ਨੇ ਜੀ? ਇਹ ਹੈਗਾ ਅਸਾਮ ਅਤੇ ਪੰਜਾਬ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ, ਪ੍ਰਸ਼ਾਸਕੀ ਆਧਾਰ 'ਤੇ ਕੀਤੀ ਗਈ ਵੰਡ ਦੇ ਅਨੁਸਾਰ ਵਣਾਂ ਦਾ ਕੰਟਰੋਲ ਕਿਸ ਅਨੁਸਾਰ ਹੁੰਦਾ ਹੈ? ਠੀਕ ਕ੍ਰਮ ਦੱਸੋ। ਰਾਜ ਵਣ ਕਿਹੜੇ ਹੁੰਦੇ ਨੇ, ਸਮੂਹਿਕ ਕਿਹੜੇ ਹੁੰਦੇ ਨੇ, ਨਿੱਜੀ ਅਧਿਕਾਰ ਵਾਲੇ ਜਿਹੜੇ ਨੇ ਉਹ ਵਣ ਕਿਹੜੇ ਹੁੰਦੇ ਨੇ, ਠੀਕ ਹੈ। ਤਾਂ ਇਹ ਹੈਗਾ ਜੀ ਜਿਹੜਾ ਆਪਣੇ ਕੋਲ ਹੁੰਦਾ ਹੈ ਰਾਜ ਵਣ, ਤਾਂ ਉਸਦਾ ਮਤਲਬ ਉਹ ਹੁੰਦੀ ਹੈ ਜੀ ਸਰਕਾਰ 'ਤੇ ਜਿਸਦਾ ਪੂਰਾ ਕੰਟਰੋਲ ਹੁੰਦਾ ਹੈ, ਠੀਕ ਹੈ। ਸੈਕਿੰਡ ਹੈਗਾ ਜੀ ਆਪਣੇ ਕੋਲ ਸਮੂਹਿਕ ਵਣ, ਜਿਹੜਾ ਨਗਰ ਪਾਲਿਕਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਰੇਖ ਹੇਠ ਜਿਹੜਾ ਇਹ ਵਣ ਆਉਂਦੇ ਨੇ। ਨਿੱਜੀ ਅਧਿਕਾਰ ਵਾਲੇ ਹੁੰਦੇ ਨੇ ਜਿਸ ਉੱਪਰ ਆਮ ਲੋਕਾਂ ਦਾ ਅਧਿਕਾਰ ਹੁੰਦਾ ਹੈ, ਠੀਕ ਹੈ। ਜ਼ਿਆਦਾ ਵਰਖਾ ਵਾਲੇ ਭਾਗਾਂ ਦੇ ਵਿੱਚ ਮਿਲਣ ਵਾਲੀ ਬਨਸਪਤੀ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ? ਵੈਰੀ ਇੰਪੋਰਟੈਂਟ। ਤਾਂ ਇਹ ਬਨਸਪਤੀ ਹੁੰਦੀ ਹੈ ਜੀ ਊਸ਼ਣ ਸਦਾਬਹਾਰ ਬਨਸਪਤੀ। ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈਗਾ ਜੀ, ਭਾਰਤ ਦੇ ਨਕਸ਼ੇ ਦੇ ਵਿੱਚ ਪਹਿਚਾਣ ਕਰੋ ਕਿ ਊਸ਼ਣ ਸਦਾਬਹਾਰ ਬਨਸਪਤੀ ਭਾਰਤ ਦੇ ਕਿਸ ਭਾਗ ਦੇ ਵਿੱਚ ਦੇਖਣ ਨੂੰ ਮਿਲਦੀ ਹੈ? ਤਾਂ ਇਹ ਦੇਖਣ ਨੂੰ ਮਿਲਦੀ ਹੈ ਜੀ ਮੈਦਾਨੀ ਭਾਗਾਂ ਦੇ ਵਿੱਚ। ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ, ਮਹਾਗਨੀ, ਬਾਂਸ, ਰਬੜ, ਤਾੜ ਅਤੇ ਰੋਜ਼ਵੁੱਡ ਕਿਸ ਤਰ੍ਹਾਂ ਦੀ ਬਨਸਪਤੀ ਦੇ ਵਿੱਚ ਪਾਏ ਜਾਂਦੇ ਨੇ? ਤਾਂ ਇਹਦਾ ਰਾਈਟ ਆਨਸਰ ਹੈ ਜੀ ਊਸ਼ਣ ਸਦਾਬਹਾਰ ਬਨਸਪਤੀ। ਇਸ ਦੇ ਵਿੱਚ ਇਹ ਜਿਹੜੀ ਬਨਸਪਤੀ ਹੈ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਹੇਠ ਲਿਖਿਆ ਨੂੰ ਠੀਕ ਕ੍ਰਮ ਦੇ ਅਨੁਸਾਰ ਲਿਖੋ ਕਿ ਕਿਹੜੀਆਂ ਚੀਜ਼ਾਂ ਤੋਂ ਕਿਹੜੀ ਚੀਜ਼ ਬਣਦੀ ਹੈ। ਇਹ ਕੁਐਸਚਨ ਜਿਹੜੇ ਨੇ ਜ਼ਿਆਦਾਤਰ ਚਾਂਸ ਹੁੰਦੇ ਨੇ ਕਿ ਪੇਪਰਾਂ ਦੇ ਵਿੱਚ ਆਉਂਦੇ ਨੇ, ਕਿਉਂਕਿ ਇਹ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਠੀਕ ਕ੍ਰਮ ਅਨੁਸਾਰ ਹੁੰਦੇ ਨੇ ਕਿ ਵੀ ਸੈਕਿੰਡ ਨੂੰ ਸੈਕਿੰਡ ਹੈ, ਥਰਡ ਹੈ, ਹੈ ਨਾ। ਜਿਹੜੇ ਇਹ ਮੈਚਿੰਗ ਜਿਹੇ ਵਾਲੇ ਕੁਐਸਚਨ ਹੁੰਦੇ ਨੇ ਨਾ, ਕ੍ਰਮ ਬਣਾਉਣ ਵਾਲੇ, ਇਹਨਾਂ ਦੇ 2-3 ਕੁਐਸਚਨ ਜਿਹੜੇ ਨੇ ਜ਼ਰੂਰ ਦੇਖਣ ਨੂੰ ਮਿਲਦੇ ਨੇ, ਠੀਕ ਹੈ। 1-2 ਤੁਹਾਨੂੰ ਸਾਇੰਸ ਦੇ ਵਿੱਚ ਦੇਖਣ ਨੂੰ ਮਿਲੂਗਾ, 1-2 ਕੁਐਸਚਨ ਤੁਹਾਨੂੰ SST ਦੇ ਵਿੱਚ ਦੇਖਣ ਨੂੰ ਮਿਲੇਗਾ। ਤਾਂ ਇਹਨਾਂ ਕੁਐਸਚਨਾਂ ਨੂੰ, ਇਹ ਕੁਐਸਚਨ ਕੀ ਹੁੰਦੇ ਆ, ਇਹਦੇ ਵਿੱਚ ਟਾਈਮ ਜ਼ਿਆਦਾ ਲੱਗਦਾ ਹੈ, ਕਿਉਂਕਿ ਇਹਨੂੰ ਇੱਕ ਜਿਹੜਾ ਇਹ ਜਿਹੜੇ ਕੁਐਸਚਨ ਨੇ ਟਾਈਮ ਜ਼ਿਆਦਾ ਮੰਗਦੇ ਨੇ, ਠੀਕ ਹੈ। ਤਿੰਨਾਂ ਨੂੰ ਆਪਾਂ ਦੇਖਦੇ ਹਾਂ, ਰਾਈਟ ਆਨਸਰ ਦੇਖਦੇ ਹਾਂ, ਫਿਰ ਕਿਤੇ ਮੈਚ ਕਰਦੇ ਹਾਂ ਤਾਂ ਜਾ ਕੇ ਆਨਸਰ ਲੱਭਦਾ ਹੈ ਨਾ। ਤਾਂ ਇਹ ਟਾਈਮ ਕੰਜ਼ਿਊਮਿੰਗ ਕੁਐਸਚਨ ਹੁੰਦੇ ਨੇ। ਇਹਨਾਂ ਕੁਐਸਚਨਾਂ ਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਦੇਖੋ, ਪਹਿਲਾਂ ਆਪਾਂ ਨੇ 3 ਪੁਆਇੰਟਸ ਦੇਖ ਲੈਣੇ ਨੇ। ਇਹਨਾਂ 3 ਪੁਆਇੰਟ ਦੇ ਵਿੱਚੋਂ ਦੇਖ ਲੈਣਾ ਕਿ ਆਪਾਂ ਨੂੰ ਕਿਹੜਾ ਪਤਾ ਹੈ, ਕਿਹਦਾ ਸਹੀ ਆਨਸਰ ਪਤਾ ਤਿੰਨਾਂ ਵਿੱਚੋਂ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਯੁਰਵੈਦਿਕ ਦਵਾਈਆਂ ਦਾ ਮੈਨੂੰ ਪਤਾ ਹੈ ਕਿ ਹਾਂ ਆਯੁਰਵੈਦਿਕ ਦਵਾਈਆਂ ਸਿਨਕੋਨਾ, ਸਰਪਗੰਧਾ, ਹਰੜ, ਬਹੇੜਾ, ਆਂਵਲਾ ਤੋਂ ਜਿਹੜੀਆਂ ਨੇ ਉਹ ਬਣਦੀਆਂ ਨੇ, ਠੀਕ ਹੈ। ਬਾਕੀ ਦੋਹਾਂ ਦਾ ਮੰਨ ਲਓ ਆਪਾਂ ਨੂੰ ਨਹੀਂ ਪਤਾ, ਜਾਂ ਪਹਿਲਾਂ ਕਹਿ ਲਓ ਵੀ ਆਪਾਂ ਨੂੰ ਪਹਿਲੇ ਦਾ ਦੂਜੇ ਦਾ ਸਹੀ ਤਰੀਕੇ ਨਾਲ ਪਤਾ ਹੈ ਨਾ। ਤਾਂ ਹੁਣ ਆਪਾਂ ਕੀ ਕਰਾਂਗੇ, ਦੂਜੇ ਦਾ ਆਪਣੇ ਕੋਲ ਕੀ ਆਨਸਰ ਆ ਰਿਹਾ ਪਹਿਲਾ, ਕਿ ਜਿਹੜਾ ਦੂਜਾ ਏ ਉਹ ਪਹਿਲੇ ਨਾਲ ਮੈਚ ਕਰ ਰਿਹਾ ਹੈ, ਠੀਕ ਹੈ। ਤਾਂ ਆਪਾਂ ਆਪਸ਼ਨਾਂ ਦੇ ਵਿੱਚ ਸਿਰਫ ਔਰ ਸਿਰਫ ਦੂਜੇ ਦਾ ਪਹਿਲੇ ਨਾਲ ਦੇਖਣਾ ਹੈ ਕਿ ਇਹਦੇ ਵਿੱਚ ਹੈ, ਇਸ ਦੇ ਵਿੱਚ ਦੂਜੇ ਨਾਲ ਪਹਿਲਾ ਹੈ, ਇਹ ਸਹੀ ਹੋ ਸਕਦਾ ਹੈ, ਇਸ ਦੇ ਵਿੱਚ ਦੂਜੇ ਨਾਲ ਦੂਜਾ ਇਹ ਗਲਤ ਹੈ, ਇਸ ਦੇ ਵਿੱਚ ਵੀ ਦੂਜੇ ਨਾਲ ਦੂਜਾ ਗਲਤ ਹੈ। ਤਾਂ ਕਿਹੜਾ ਰਾਈਟ ਹੋ ਗਿਆ? ਪਹਿਲਾ। ਤਾਂ ਯਾਨੀ ਕਿ ਆਪਾਂ ਨੂੰ ਬਾਕੀ 2 ਤਾਂ ਦੇਖਣ ਨੂੰ ਮਿਲੇ ਹੀ ਨਹੀਂ ਹੈਗੇ, ਠੀਕ ਹੈ। ਜੇ ਆਪਾਂ ਨੂੰ ਸਹੀ ਟ੍ਰਿਕ ਪਤਾ ਹੈ ਤਾਂ ਆਪਾਂ ਬਹੁਤ ਜਲਦੀ ਜਿਹੜਾ ਇਸਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਵੀ ਸੋਲਵ ਕਰ ਸਕਦੇ ਹਾਂ, ਠੀਕ ਹੈ। ਤਾਂ ਸਿਰਫ ਤੁਸੀਂ ਇੱਕ ਪੁਆਇੰਟ ਪਕੜਨਾ ਹੈ ਜਿਹੜਾ ਤੁਹਾਨੂੰ 100% ਸ਼ੋਰ ਹੈ ਕਿ ਇਹ ਸਹੀ ਹੈ। ਫਿਰ ਜੇ 2 ਆਪਸ਼ਨ ਆਉਂਦੀਆਂ ਨੇ, ਜੇ ਮੰਨ ਲਓ ਜਿਵੇਂ ਹੁਣ ਇੱਥੇ 2 ਕੱਟ ਗਈਆਂ ਸੀ, ਮੰਨ ਲਾ ਇਹ ਤੇ ਇਹ, ਇਹਦੇ ਵਿੱਚ ਵੀ ਬਰਾਬਰ ਹੈ 2-1, ਇਹਦੇ ਵਿੱਚ 2-1 ਹੁੰਦਾ, ਤਾਂ ਆਪਾਂ ਨੈਕਸਟ ਦੇਖਦੇ ਪਹਿਲਾ ਜਾਂ ਤੀਜਾ, ਠੀਕ ਹੈ।
ਨੈਕਸਟ ਹੈ ਜੀ, ਦੇਸ਼ ਦੇ ਵਣ ਖੇਤਰਾਂ ਦੇ ਵਿੱਚ ਕਬੀਲਿਆਂ ਦੇ ਲਗਭਗ ਕਿੰਨੇ ਲੋਕ ਵਸਦੇ ਨੇ? ਤਾਂ ਇਹਦਾ ਰਾਈਟ ਆਨਸਰ ਹੈ ਜੀ 2.5 ਕਰੋੜ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ। ਲਾਸਟ ਕੁਐਸਚਨ ਹੈ ਜੀ, ਸੰਘਣੇ ਵਣਾਂ ਤੋਂ ਕਾਗਜ਼, ਲਾਖ, ਮਾਚਿਸ, ਖੇਡਾਂ ਦਾ ਸਮਾਨ ਜਿਹੜਾ ਆਦਿ ਤਿਆਰ ਕੀਤਾ ਜਾਂਦਾ ਹੈ, ਇਹ ਕਿਸ ਆਧਾਰ 'ਤੇ ਮੰਨੇ ਜਾਂਦੇ ਨੇ? ਤਾਂ ਇਹ ਬਣਾਏ ਜਾਂਦੇ ਨੇ ਜੀ ਉਦਯੋਗਾਂ ਦੇ ਆਧਾਰ 'ਤੇ, ਠੀਕ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ। ਤਾਂ ਇਹ ਹੈਗੇ ਸੀ ਜੀ ਇਸ ਚੈਪਟਰ ਦੇ MCQ। ਤਾਂ ਹੁਣ ਦੇਖੋ ਆਪਣੇ ਜੀਓਗ੍ਰਾਫੀ ਦੇ ਪਹਿਲੇ 4 ਚੈਪਟਰ ਕਵਰ ਹੋ ਚੁੱਕੇ ਨੇ, ਸਿਰਫ ਔਰ ਸਿਰਫ 3 ਚੈਪਟਰ ਰਹਿੰਦੇ ਨੇ, ਠੀਕ ਹੈ। ਆਉਣ ਵਾਲੇ 1-2 ਦਿਨ ਦੇ ਵਿੱਚ ਆਪਾਂ ਇਹ ਵੀ ਚੰਗੀ ਤਰ੍ਹਾਂ ਕਵਰ ਕਰ ਲਾਂਗੇ, ਫਿਰ ਆਪਣੀ ਜਿਹੜੀ ਜੀਓਗ੍ਰਾਫੀ ਆ ਉਹ ਕਵਰ ਹੋ ਜਾਏਗੀ, ਠੀਕ ਹੈ। SST ਦੇ ਵਿੱਚੋਂ ਆਪਣੇ 3 ਸਬਜੈਕਟ ਕਵਰ ਹੋ ਚੁੱਕੇ ਨੇ, ਜੀਓਗ੍ਰਾਫੀ ਹੋ ਚੁੱਕੀ ਹੈ, ਠੀਕ ਹੈ, 3 ਚੈਪਟਰਾਂ ਤੋਂ ਬਿਨਾਂ। ਹਿਸਟਰੀ ਸਾਰੀ ਕੰਪਲੀਟ ਹੈ, ਪੋਲਿਟੀ ਸਾਰੀ ਕੰਪਲੀਟ ਹੈ, ਠੀਕ ਹੈ। ਅਤੇ ਇਕਨੋਮਿਕਸ ਦੇ ਆਈ ਥਿੰਕ 4 ਚੈਪਟਰ ਨੇ, ਉਹ ਆਪਾਂ 2 ਵੀਡੀਓਜ਼ ਦੇ ਵਿੱਚ ਕਵਰ ਕਰ ਲਵਾਂਗੇ, ਠੀਕ ਹੈ। ਹਿੰਦੀ ਨੂੰ ਆਪਾਂ ਅੱਗੇ ਜਿਹੜਾ ਕੰਟੀਨਿਊ ਰੱਖਾਂਗੇ, ਠੀਕ ਹੈ। ਤਾਂ ਇਹ ਪੂਰਾ PDF ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਏਗਾ, ਤੁਸੀਂ ਉੱਥੇ ਜਾ ਕੇ ਜਿਹੜਾ ਡਾਊਨਲੋਡ ਕਰਕੇ ਆਪਣੇ ਨੋਟਸ ਬਣਾ ਸਕਦੇ ਹੋ। ਬਾਕੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ, ਕੁਐਸਚਨ ਜਾਂ ਸੁਝਾਅ ਹੋਵੇ, ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਸਾਂਝੇ ਕਰਿਓ। ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪ੍ਰਕਾਰ ਦੀ ਵੀਡੀਓਜ਼ ਦੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਤੁਹਾਡੇ ਤੱਕ ਜਿਹੜੇ ਨੇ ਉਹ ਸਮੇਂ ਸਿਰ ਪਹੁੰਚਦੇ ਰਹਿਣ। ਵੀਡੀਓ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਜਿਹੜੇ ਕਿ TTT 99 ਦੀ ਤਿਆਰੀ ਕਰ ਰਹੇ ਨੇ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।